ਭੋਜਨ ਦੀ ਐਲਰਜੀ ਲਈ ਜਾਗਰੂਕਤਾ ਸਿਖਲਾਈ। ਹੈਲੋ, ਫੂਡ ਬਿਜ਼ਨਸ ਐਲਰਜੀਨ ਜਾਗਰੂਕਤਾ ਸਿਖਲਾਈ ਵਿੱਚ ਤੁਹਾਡਾ ਸਵਾਗਤ ਹੈ, ਜੋ ਕਿ ਗ੍ਰੇਟਰ ਗਵੈਂਟ ਫੂਡ ਸਮੂਹ ਦੇ ਵਪਾਰ ਮਿਆਰਾਂ ਅਤੇ ਵਾਤਾਵਰਣ ਸਿਹਤ ਅਧਿਕਾਰੀਆਂ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ। ਅੱਜ ਦਾ ਉਦੇਸ਼ ਤੁਹਾਨੂੰ ਭੋਜਨ ਦੀ ਅਤਿ ਸੰਵੇਦਨਸ਼ੀਲਤਾ ਅਤੇ ਖਪਤਕਾਰਾਂ ਨੂੰ ਐਲਰਜੀਨ ਜਾਣਕਾਰੀ ਪ੍ਰਦਾਨ ਕਰਦੇ ਸਮੇਂ ਕਾਨੂੰਨੀ ਜ਼ਰੂਰਤਾਂ ਬਾਰੇ ਸੂਚਿਤ ਕਰਨਾ ਹੈ। ਇਸ ਸਿਖਲਾਈ ਵਿੱਚ ਇੱਕ ਪ੍ਰਸਤੁਤੀ ਅਤੇ ਕੁਝ ਵੀਡੀਓ ਸ਼ਾਮਲ ਹਨ। ਕੁਝ ਵੀਡੀਓ ਅਸਲ ਜ਼ਿੰਦਗੀ ਦੀਆਂ ਕਹਾਣੀਆਂ ਨਾਲ ਸੰਬੰਧਿਤ ਹਨ ਅਤੇ ਕੁਝ ਦਰਸ਼ਕਾਂ ਨੂੰ ਪਰੇਸ਼ਾਨ ਕਰਨ ਵਾਲੀਆਂ ਚੀਜ਼ਾਂ ਮਿਲ ਸਕਦੀਆਂ ਹਨ। ਇਹ ਸਿਖਲਾਈ ਕਵਰ ਕਰੇਗੀ। ਇਸ ਸਿਖਲਾਈ ਤੋਂ ਬਾਅਦ ਤੁਸੀਂ ਜਾਣੋਗੇ ਕਿ ਫੂਡ ਕਾਨੂੰਨ ਨੂੰ ਕੌਣ ਲਾਗੂ ਕਰਦਾ ਹੈ ਅਤੇ ਤੁਸੀਂ ਹੋਰ ਕਾਰੋਬਾਰੀ ਸਲਾਹ, ਸਹਾਇਤਾ ਅਤੇ ਸਰੋਤ ਪ੍ਰਾਪਤ ਕਰ ਸਕਦੇ ਹੋ। ਤੁਸੀਂ ਜਾਣੋਗੇ ਕਿ ਭੋਜਨ ਦੀ ਅਤਿ ਸੰਵੇਦਨਸ਼ੀਲਤਾ ਕੀ ਹੈ ਅਤੇ ਲੋਕ ਉਹਨਾਂ ਪ੍ਰਤੀ ਕੀ ਪ੍ਰਤੀਕਰਮ ਲੈ ਸਕਦੇ ਹਨ। ਤੁਸੀਂ ਇਸ ਬਾਰੇ ਇੱਕ ਸਮਝ ਪ੍ਰਾਪਤ ਕਰੋਗੇ ਕਿ ਭੋਜਨ ਦੀ ਐਲਰਜੀ ਨਾਲ ਜਿਉਣਾ ਕੀ ਹੈ। ਤੁਸੀਂ ਕਾਨੂੰਨ ਦੁਆਰਾ ਘੋਸ਼ਿਤ ਕੀਤੇ ਜਾਣ ਵਾਲੇ 14 ਐਲਰਜੀਨਾਂ ਬਾਰੇ ਜਾਣੋਗੇ ਅਤੇ ਭੋਜਨ ਦੇ ਐਲਰਜੀ ਸੰਬੰਧੀ ਜਾਣਕਾਰੀ, ਕਾਨੂੰਨੀ ਜ਼ਰੂਰਤਾਂ ਨੂੰ ਸਮਝੋਗੇ। ਤੁਹਾਨੂੰ ਸਿੱਧੀ ਵਿਕਰੀ ਵਾਲੇ ਖਾਣੇ ਦੇ ਲੇਬਲਿੰਗ ਨਿਯਮਾਂ ਲਈ ਪ੍ਰੀ-ਪੈਕਡ ਬਾਰੇ ਦੱਸਿਆ ਜਾਵੇਗਾ, ਜੋ ਵੇਲਜ਼, ਇੰਗਲੈਂਡ, ਉੱਤਰੀ ਆਇਰਲੈਂਡ ਅਤੇ ਸਕਾਟਲੈਂਡ ਤੇ 1 ਅਕਤੂਬਰ 2021 ਤੋਂ ਲਾਗੂ ਹੁੰਦੇ ਹਨ। ਤੁਸੀਂ ਪ੍ਰਭਾਵੀ ਐਲਰਜੀਨ ਪ੍ਰਬੰਧਨ ਨਿਯੰਤਰਣਾਂ ਦੀ ਮਹੱਤਤਾ ਨੂੰ ਸਮਝੋਗੇ ਅਤੇ ਜਦੋਂ ਚੀਜ਼ਾਂ ਗਲਤ ਹੁੰਦੀਆਂ ਹਨ ਤਾਂ ਤੁਸੀਂ ਸੰਭਾਵਿਤ ਨਤੀਜਿਆਂ ਨੂੰ ਸਮਝੋਗੇ। ਸਥਾਨਕ ਅਥਾਰਟੀ ਫੂਡ ਲਾ ਇਨਫੋਰਸਮੈਂਟ। ਫੂਡ ਲਾ ਇਨਫੋਰਸਮੈਂਟ ਸਥਾਨਕ ਅਥਾਰਟੀ ਐਨਵਾਇਰਨਮੈਂਟਲ ਹੈਲਥ ਅਤੇ ਟ੍ਰੇਡਿੰਗ ਸਟੈਂਡਰਡ ਵਿਭਾਗਾਂ ਦੇ ਦੁਆਰਾ ਕੀਤੀ ਜਾਂਦੀ ਹੈ। ਉਹ ਇਹ ਸੁਨਿਸ਼ਚਿਤ ਕਰਦੇ ਹਨ ਕਿ ਸਾਡਾ ਭੋਜਨ ਖਾਣ ਲਈ ਸੁਰੱਖਿਅਤ ਹੈ ਅਤੇ ਸਫਾਈ ਅਤੇ ਭੋਜਨ ਦੇ ਮਾਪਦੰਡ ਕਾਇਮ ਹਨ। ਸਾਡੇ ਕੋਲ ਫੂਡ ਲਾਅ ਕਿਉਂ ਹੈ? ਸਾਡੇ ਸਾਰਿਆਂ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਸਾਡਾ ਭੋਜਨ ਕਿੱਥੋਂ ਆਉਂਦਾ ਹੈ। ਭੋਜਨ ਲਾਅ ਦੇ ਸੰਪਰਕ ਵਿੱਚ ਭੋਜਨ ਅਤੇ ਸਮੱਗਰੀ ਦੀ ਸੁਰੱਖਿਆ, ਮਿਆਰਾਂ, ਗੁਣਾਂ, ਰਚਨਾ, ਲੇਬਲਿੰਗ, ਪੇਸ਼ਕਾਰੀ ਅਤੇ ਮਸ਼ਹੂਰੀ ਨੂੰ ਕਵਰ ਕਰਦਾ ਹੈ। ਇਹ ਇਸ ਲਈ ਹੈ ਕਿ ਸਾਡਾ ਭੋਜਨ ਸੁਰੱਖਿਅਤ ਹੈ ਅਤੇ ਇਹ ਉਹ ਹੈ ਜੋ ਇਹ ਕਹਿੰਦਾ ਹੈ ਕਿ ਇਹ ਹੈ। ਭੋਜਨ ਦੀ ਅਤਿ ਸੰਵੇਦਨਸ਼ੀਲਤਾ। ਭੋਜਨ ਦੀ ਅਤਿ ਸੰਵੇਦਨਸ਼ੀਲਤਾ ਦੀਆਂ ਵੱਖ-ਵੱਖ ਕਿਸਮਾਂ ਹਨ। ਭੋਜਨ ਦੀ ਐਲਰਜੀ, ਭੋਜਨ ਦੀ ਅਸਹਿਣਸ਼ੀਲਤਾ ਅਤੇ ਸੀਲੀਅਕ ਬਿਮਾਰੀ 3 ਉਦਾਹਰਣਾਂ ਹਨ ਜਿਨ੍ਹਾਂ ਬਾਰੇ ਤੁਸੀਂ ਸੁਣਿਆ ਹੋਵੇਗਾ। ਭੋਜਨ ਦੀ ਐਲਰਜੀ ਉਦੋਂ ਹੁੰਦੀ ਹੈ ਜਦੋਂ ਤੁਹਾਡਾ ਇਮਿਊਨ ਸਿਸਟਮ, ਜੋ ਤੁਹਾਡੇ ਸਰੀਰ ਨਾਲ ਰੋਗਾਂ ਨਾਲ ਲੜਨ ਵਿੱਚ ਮਦਦ ਕਰਦਾ ਹੈ, ਭੋਜਨ ਵਿੱਚ ਪ੍ਰੋਟੀਨ ਨੂੰ ਇੱਕ ਖਤਰਾ ਮੰਨਦਾ ਹੈ। ਜਦੋਂ ਕੋਈ ਵਿਅਕਤੀ ਜਿਸ ਨੂੰ ਭੋਜਨ ਦੀ ਐਲਰਜੀ ਹੁੰਦੀ ਹੈ ਉਹ ਖਾ ਲੈਂਦਾ ਹੈ ਤਾਂ ਉਹ ਐਲਰਜੀਨ ਤੋਂ ਐਲਰਜੀ ਵਾਲੇ ਹੁੰਦੇ ਹਨ। ਇਹ ਇਮਿਊਨ ਸਿਸਟਮ ਦੀ ਪ੍ਰਤੀਕਿਰਿਆ ਦਾ ਕਾਰਨ ਬਣਦਾ ਹੈ। ਐਲਰਜੀਨ ਕੋਈ ਵੀ ਪਦਾਰਥ ਹੁੰਦਾ ਹੈ ਜਿਸ ਨੂੰ ਅਕਸਰ ਖਾਧਾ ਜਾਂ ਸਾਹ ਦੁਆਰਾ ਅੰਦਰ ਲਿਆ ਜਾਂਦਾ ਹੈ, ਜਿਸ ਨੂੰ ਇਮਿਊਨ ਸਿਸਟਮ ਦੇ ਦੁਆਰਾ ਖਤਰੇ ਵਜੋਂ ਮੰਨਿਆ ਜਾਂਦਾ ਹੈ ਅਤੇ ਐਲਰਜੀ ਵਾਲੇ ਪ੍ਰਤੀਕਿਰਿਆ ਦਾ ਕਾਰਨ ਬਣਦੀ ਹੈ। ਭੋਜਨ ਦੀ ਐਲਰਜੀ ਵਾਲੇ ਲੋਕ ਐਲਰਜੀ ਦੇ ਸੰਪਰਕ ਵਿੱਚ ਆਉਣ 'ਤੇ ਅਲੱਗ-ਅਲੱਗ ਪ੍ਰਤੀਕਿਰਿਆ ਕਰ ਸਕਦੇ ਹਨ। ਪ੍ਰਤੀਕਿਰਿਆ ਦੀ ਕਿਸਮ ਅਤੇ ਗੰਭੀਰਤਾ ਵੱਖ-ਵੱਖ ਕਾਰਕਾਂ 'ਤੇ ਨਿਰਭਰ ਕਰਦੀ ਹੈ, ਜਿਸ ਵਿੱਚ ਵਿਅਕਤੀ ਆਪਣੀ ਐਲਰਜੀ ਦੀ ਗੰਭੀਰਤਾ, ਐਲਰਜੀ ਦੀ ਮਾਤਰਾ ਜਿਸ ਨਾਲ ਉਹਨਾਂ ਦਾ ਸਾਹਮਣਾ ਕੀਤਾ ਗਿਆ ਹੈ ਅਤੇ ਹੋਰ ਕਾਰਕ ਜਿਵੇਂ ਕਸਰਤ, ਨੀਂਦ ਜਾਂ ਦਵਾਈ ਦੀ ਘਾਟ, ਜੋ ਕਿ ਵਿਅਕਤੀਗਤ ਸੰਵੇਦਨਸ਼ੀਲਤਾ ਵਿੱਚ ਵਾਧਾ ਕਰਦੀ ਹੈ। ਅਕਸਰ ਐਲਰਜੀ ਦੀ ਪ੍ਰਤੀਕਰਮ ਹਲਕੀ ਹੀ ਹੁੰਦੀ ਹੈ, ਪਰ ਇਹ ਗੰਭੀਰ ਹੋ ਸਕਦੀ ਹੈ ਅਤੇ ਨਤੀਜੇ ਵਜੋਂ ਐਨਾਫਾਈਲੈਕਸਿਸ ਵੀ ਹੋ ਸਕਦਾ ਹੈ। ਇਹ ਇੱਕ ਮੈਡੀਕਲ ਐਮਰਜੈਂਸੀ ਹੈ ਅਤੇ ਇਸ ਵਿੱਚ ਤੁਰੰਤ ਹੀ ਇਲਾਜ ਦੀ ਜ਼ਰੂਰਤ ਹੁੰਦੀ ਹੈ। ਐਨਾਫਾਈਲੈਕਸਿਸ ਐਲਰਜੀ ਪ੍ਰਤੀਕਿਰਿਆ ਦਾ ਸਭ ਤੋਂ ਗੰਭੀਰ ਰੂਪ ਹੈ ਅਤੇ ਇਹ ਜਾਨਲੇਵਾ ਅਤੇ ਨਤੀਜੇ ਵਜੋਂ ਮੌਤ ਵੀ ਹੋ ਸਕਦੀ ਹੈ। ਭੋਜਨ ਦੀ ਅਤਿ ਸੰਵੇਦਨਸ਼ੀਲਤਾ। ਕੁਝ ਗਾਹਕਾਂ ਨੂੰ ਭੋਜਨ ਦੀ ਅਸਹਿਣਸ਼ੀਲਤਾ ਜਾਂ ਸੀਲੀਅਕ ਬਿਮਾਰੀ ਹੋ ਸਕਦੀ ਹੈ। ਭੋਜਨ ਦੀ ਅਸਹਿਣਸ਼ੀਲਤਾ ਭੋਜਨ ਐਲਰਜੀ ਵਰਗੀ ਨਹੀਂ ਹੈ। ਬਹੁਤੇ ਇਮਿਊਨ ਸਿਸਟਮ ਨੂੰ ਸ਼ਾਮਲ ਨਹੀਂ ਕਰਦੇ
ਅਤੇ ਆਮ ਤੌਰ ਤੇ ਜਾਨਲੇਵਾ ਨਹੀਂ ਹੁੰਦੇ ਹਨ। ਅਸਹਿਣਸ਼ੀਲਤਾ ਕੁਝ ਖਾਣੇ ਨੂੰ ਹਜ਼ਮ ਕਰਨ ਅਤੇ ਉਹਨਾਂ ਨੂੰ ਕੋਝਾ ਸਰੀਰਕ ਪ੍ਰਤੀਕਰਮ ਪੈਦਾ ਕਰਨ ਵਿੱਚ ਮੁਸ਼ਕਲ ਹੈ। ਲੱਛਣ ਆਮ ਤੌਰ ਤੇ ਹਮਲਾਵਰ ਭੋਜਨ ਖਾਣ ਤੋਂ ਕਈ ਘੰਟਿਆਂ ਬਾਅਦ ਹੁੰਦੇ ਹਨ। ਆਮ ਲੱਛਣ ਦਸਤ, ਪੇਟ ਵਿੱਚ ਕੜਵੱਲ, ਚਮੜੀ ਉੱਤੇ ਧੱਫੜ ਜਾਂ ਖੁਜਲੀ ਹੁੰਦੇ ਹਨ। ਭੋਜਨ ਦੀ ਅਸਹਿਣਸ਼ੀਲਤਾ ਕਿਸੇ ਨੂੰ ਬਹੁਤ ਬਿਮਾਰ ਮਹਿਸੂਸ ਕਰਾ ਸਕਦੀ ਹੈ ਜਾਂ ਆਪਣੀ ਲੰਮੀ ਮਿਆਦ ਦੀ ਸਿਹਤ ਨੂੰ ਪ੍ਰਭਾਵਿਤ ਵੀ ਕਰ ਸਕਦੀ ਹੈ। ਸੀਲੀਅਕ ਬਿਮਾਰੀ ਇੱਕ ਸਵੈ ਇਮਿਊਨ ਸਥਿਤੀ ਹੈ ਜੋ ਗਲੂਟਨ ਦੀ ਪ੍ਰਤੀਕਿਰਿਆ ਕਾਰਨ ਹੁੰਦੀ ਹੈ। ਕਣਕ, ਜੋ ਕਿ ਪ੍ਰੋਟੀਨ ਜੋ ਖੁਰਾਕ ਵਿੱਚ ਹੁੰਦਾ ਹੈ, ਜਿਵੇਂ ਕਿ ਜੌਂ ਅਤੇ ਰਾਈ ਵਰਗੇ ਅਨਾਜ ਵਿੱਚ ਪਾਈ ਜਾਂਦੀ ਹੈ। ਸਰੀਰ ਦਾ ਇਮਿਊਨ ਸਿਸਟਮ ਛੋਟੀ ਅੰਤੜੀਆਂ ਤੇ ਹਮਲਾ ਕਰਦਾ ਹੈ ਅਤੇ ਭੋਜਨ ਤੋਂ ਪੋਸ਼ਕ ਤੱਤਾਂ ਨੂੰ ਜਜ਼ਬ ਕਰਨ ਦੀ ਇਸ ਯੋਗਤਾ ਨੂੰ ਘਟਾਉਂਦਾ ਹੈ। ਪ੍ਰਬੰਧ ਨਾ ਕੀਤਾ ਜਾਵੇ, ਇਹ ਲੰਮੇ ਸਮੇਂ ਦੀ ਸਿਹਤ ਸਮੱਸਿਆਵਾਂ ਜਿਵੇਂ ਕਿ ਕੁਪੋਸ਼ਣ, ਬੋਲ, ਕੈਂਸਰ ਅਤੇ ਗਠੀਏ ਦਾ ਕਾਰਨ ਬਣ ਸਕਦਾ ਹੈ। ਇਲਾਜ ਜੀਵਨ ਭਰ ਗਲੂਟਨ ਮੁਕਤ ਖੁਰਾਕ ਹੈ। ਭੋਜਨ ਅਸਹਿਣਸ਼ੀਲਤਾ ਅਤੇ ਸੀਲੀਅਕ ਦੀ ਬਿਮਾਰੀ ਵਾਲੇ ਗ੍ਰਾਹਕਾਂ ਨੂੰ ਉਸੇ ਸਾਵਧਾਨੀ ਨਾਲ ਪੇਸ਼ ਆਉਣਾ ਚਾਹੀਦਾ ਹੈ ਜਿਵੇਂ ਕਿਸੇ ਨੂੰ ਭੋਜਨ ਤੋਂ ਐਲਰਜੀ ਹੈ। ਕੁਝ ਐਲਰਜੀ ਦੇ ਤੱਤ। ਐਲਰਜੀ ਦੇ ਕੁਝ ਤੱਤ ਇਹ ਹਨ ਕਿ ਤੁਹਾਨੂੰ ਪਤਾ ਸੀ ਕਿ ਭੋਜਨ ਦੀ ਐਲਰਜੀ ਦਾ ਕੋਈ ਇਲਾਜ ਨਹੀਂ ਹੈ। ਭੋਜਨ ਦੀ ਐਲਰਜੀ ਨਾਲ ਜੀ ਰਹੇ ਲੋਕਾਂ ਲਈ ਇੱਕੋ ਇਲਾਜ ਐਲਰਜੀਨ ਵਾਲੇ ਭੋਜਨ ਨੂੰ ਸਖਤੀ ਦੇ ਨਾਲ ਪਰਹੇਜ਼ ਕਰਨਾ ਹੈ ਜੋ ਐਲਰਜੀ ਪ੍ਰਤੀਕਿਰਿਆ ਪੈਦਾ ਕਰਦਾ ਹੈ। ਬੈਕਟੀਰੀਆ ਦੇ ਉਲਟ ਤੇਜ਼ ਸੇਕ ਨਾਲ ਪਕਾਉਣਾ ਅਤੇ ਭੋਜਨ ਪ੍ਰੋਸੈਸਿੰਗ ਦੇ ਵੱਖੋ ਵੱਖਰੇ ਤਰੀਕਿਆਂ ਦੀ ਵਰਤੋਂ ਕਰਨਾ ਐਲਰਜੀਨਾਂ ਨੂੰ ਨਹੀਂ ਖਤਮ ਕਰਦਾ ਅਤੇ ਭੋਜਨ ਐਲਰਜੀ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਵੀ ਨਹੀਂ ਬਣਾਉਂਦਾ ਹੈ। ਕੁਝ ਮਾਮਲਿਆਂ ਵਿੱਚ ਖਾਣਾ ਪਕਾਉਣਾ ਅਸਲ ਵਿੱਚ ਉਹਨਾਂ ਦੀ ਤਾਕਤ ਨੂੰ ਵਧਾਉਂਦਾ ਹੈ, ਜਿਵੇਂ ਕਿ ਭੁੰਨੀ ਹੋਈ ਮੂੰਗਫਲੀ, ਜਦਕਿ ਬਹੁਤ ਘੱਟ ਐਲਰਜੀ ਵਾਲੀਆਂ ਪ੍ਰਤੀਕਿਰਿਆਵਾਂ ਏਅਰਬੋਰਨ ਹੋ ਸਕਦੀਆਂ ਹਨ। ਜ਼ਿਆਦਾਤਰ ਏਅਰਬੋਰਨ ਪ੍ਰਤੀਕਰਮ ਸ਼ਾਇਦ ਪ੍ਰੋਟੀਨ ਦੇ ਕਣਾਂ ਕਰਕੇ ਹੁੰਦੀਆਂ ਹਨ ਜੋ ਕਿ ਹਵਾ ਵਿੱਚ ਚੜ ਜਾਂਦੀਆਂ ਹਨ ਜਦੋਂ ਖਾਣਾ ਪਕਾਇਆ ਜਾਂਦਾ ਹੈ ਅਤੇ ਫਿਰ ਉਹ ਸਾਹ ਨਾਲ ਸਰੀਰ ਦੇ ਅੰਦਰ ਚਲੇ ਜਾਂਦੇ ਹਨ। ਐਲਰਜੀ ਪ੍ਰਤੀਕਰਮ ਕਿਸੇ ਖਾਦ ਪਦਾਰਥ ਦੀ ਥੋੜ੍ਹੀ ਜਿਹੀ ਮਾਤਰਾ ਦੇ ਦੁਆਰਾ ਪੈਦਾ ਕੀਤਾ ਜਾ ਸਕਦਾ ਹੈ ਜਿਸ ਦੇ ਨਾਲ ਵਿਅਕਤੀ ਸੰਵੇਦਨਸ਼ੀਲ ਹੁੰਦਾ ਹੈ। ਉਦਾਹਰਣ ਲਈ, ਦੁੱਧ ਦੀ ਇੱਕ ਬੂੰਦ, ਮੂੰਗਫਲੀ ਦਾ ਟੁਕੜਾ ਜਾਂ ਸਿਰਫ 1 ਜਾਂ 2 ਤਿਲ ਦੇ ਬੀਜ। ਉਹਨਾਂ ਸਭ ਤੋਂ ਵੱਧ ਜੋਖਮਾਂ ਤੇ ਖਾਣੇ ਦੀ ਐਲਰਜੀ ਦਾ ਸਭ ਤੋਂ ਛੋਟਾ ਨਿਸ਼ਾਨ ਗੰਭੀਰ ਲੱਛਣਾਂ ਨੂੰ ਪੈਦਾ ਕਰ ਸਕਦਾ ਹੈ ਅਤੇ ਕੁਝ ਮਾਮਲਿਆਂ ਵਿੱਚ ਘਾਤਕ ਵੀ ਸਿੱਧ ਹੋ ਸਕਦਾ ਹੈ। ਮੂੰਗਫਲੀ ਦੀ ਐਲਰਜੀ ਸਭ ਤੋਂ ਆਮ ਭੋਜਨ ਐਲਰਜੀ ਹੈ। ਭਾਵੇਂ ਕਿ ਮੂੰਗਫਲੀ ਦੇ ਨਾਮ ਵਿੱਚ ਗਿਰੀ ਸ਼ਬਦ ਹੈ, ਇਹ ਅਸਲ ਵਿੱਚ ਇੱਕ ਗਿਰੀ ਨਹੀਂ ਹੈ। ਮੂੰਗਫਲੀ ਫਲੀਆਂ ਵਿੱਚ ਉੱਗਦੀ ਹੈ ਜੋ ਭੂਮੀਗਤ ਰੂਪ ਵਿੱਚ ਪੱਕਦੀਆਂ ਹਨ ਅਤੇ ਇੱਕ ਫਲੀਆਂ ਦੇ ਰੂਪ ਵਿੱਚ ਸ਼੍ਰੇਣੀਆਂ ਵਿੱਚ ਵੰਡੀਆਂ ਜਾਂਦੀਆਂ ਹਨ, ਜਿਵੇਂ ਬੀਨਜ਼, ਦਾਲ ਅਤੇ ਮਟਰ। ਮੂੰਗਫਲੀ ਵਿੱਚ ਪ੍ਰੋਟੀਨ ਰੁੱਖ ਦੇ ਗਿਰੀਦਾਰ ਦੇ ਢਾਂਚੇ ਵਿੱਚ ਸਮਾਨ ਹਨ। ਉਦਾਹਰਣ ਵਜੋਂ, ਪਰ ਸਿਰਫ ਨਹੀਂ, ਅਖਰੋਟ, ਕਾਜੂ, ਬਦਾਮ ਅਤੇ ਪੀਕਨਸ। ਇਸ ਕਾਰਨ ਕਰਕੇ ਜਿਨ੍ਹਾਂ ਲੋਕਾਂ ਨੂੰ ਮੂੰਗਫਲੀ ਤੋਂ ਐਲਰਜੀ ਹੁੰਦੀ ਹੈ ਉਹਨਾਂ ਨੂੰ ਟਰੀ ਨਟਸ ਤੋਂ ਵੀ ਐਲਰਜੀ ਹੋ ਸਕਦੀ ਹੈ। ਮੂੰਗਫਲੀ, ਟਰੀ ਨਟਸ, ਮੱਛੀ ਅਤੇ ਸ਼ੈਲਫਿਸ਼ ਐਲਰਜੀ ਬਾਲਗਾਂ ਵਿੱਚ ਸਭ ਤੋਂ ਆਮ ਹੈ ਅਤੇ ਜ਼ਿੰਦਗੀ ਦੇ ਕਿਸੇ ਵੀ ਸਮੇਂ ਵਿਕਾਸ ਕਰ ਸਕਦੀ ਹੈ ਜਿਸ ਦੇ ਪਿਛਲੇ ਲੱਛਣਾਂ ਦਾ ਅਨੁਭਵ ਨਹੀਂ ਹੋਇਆ। ਅੰਡਾ, ਦੁੱਧ, ਸੋਇਆ, ਕਣਕ ਅਤੇ ਮੂੰਗਫਲੀ ਉਹ ਭੋਜਨ ਹਨ ਜੋ ਬੱਚਿਆਂ ਵਿੱਚ ਆਮ ਤੌਰ ਤੇ ਪ੍ਰਤੀਕਿਰਿਆ ਦਾ ਕਾਰਨ ਬਣਦੇ ਹਨ। ਕੁਝ ਐਲਰਜੀ ਦੇ ਅੰਕੜੇ। ਇੱਥੇ ਕੁਝ ਐਲਰਜੀ ਦੇ ਅੰਕੜੇ ਹਨ। ਕੀ ਤੁਸੀਂ ਜਾਣਦੇ ਹੋ, ਇਹ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਯੂਕੇ ਬਾਲਗਾਂ ਦੀ 1 ਤੋਂ 2% ਆਬਾਦੀ ਹੈ ਅਤੇ 5 ਤੋਂ 8% ਬੱਚਿਆਂ ਨੂੰ ਭੋਜਨ ਦੀ ਐਲਰਜੀ ਹੈ। 100 ਵਿੱਚੋਂ ਇੱਕ ਵਿਅਕਤੀ ਨੂੰ ਸੀਲੀਅਕ ਦੀ ਬਿਮਾਰੀ ਹੈ। ਅਫਸੋਸ ਦੀ ਗੱਲ ਹੈ ਕਿ ਯੂਕੇ ਵਿੱਚ ਹਰ ਸਾਲ ਲਗਭਗ 10 ਲੋਕ ਭੋਜਨ ਤੋਂ ਪ੍ਰਭਾਵਿਤ ਐਨਾਫਾਈਲੈਕਸਿਸ ਦੇ ਕਾਰਨ ਮਰਦੇ ਹਨ। ਸਭ ਤੋਂ ਵੱਧ ਜੋਖਮ ਕਿਸ਼ੋਰ ਹਨ ਅਤੇ ਉਹ 20 ਸਾਲਾਂ ਦੇ ਹਨ ਜਿਹੜੇ ਸੁਤੰਤਰ ਭੋਜਨ ਚੋਣ ਕਰਨੇ ਸ਼ੁਰੂ ਕਰ ਰਹੇ ਹਨ। ਇਹ ਨੌਜਵਾਨ ਹਾਨੀਆਂ ਦੇ ਦਬਾਅ ਦਾ ਅਨੁਭਵ ਕਰ ਸਕਦੇ ਹਨ ਜਾਂ ਖਾਣੇ ਦੀ ਐਲਰਜੀ ਜਾਂ ਅਸਹਿਣਸ਼ੀਲਤਾ ਹੋਣ ਬਾਰੇ ਜਨਤਕ ਤੌਰ ਤੇ ਗੱਲ ਕਰਨ ਵਿੱਚ
ਸ਼ਰਮਿੰਦਾ ਹੋ ਸਕਦੇ ਹਨ, ਖਾਸ ਕਰ ਜਦੋਂ ਸਮਾਜਿਕ ਵਿਵਸਥਾ ਵਿੱਚ ਸਮਾਜਿਕ ਸਵੀਕ੍ਰਿਤੀ ਅਤੇ ਸਮਝ ਨਾਲ ਸੰਘਰਸ਼ ਕਰਨਾ ਉਹਨਾਂ ਲਈ ਜੋਖਮ ਲੈਣ ਦੀ ਸੰਭਾਵਨਾ ਹੈ। ਫੂਡ ਸਟੈਂਡਰਡਜ਼ ਏਜੰਸੀ ਦੇ ਦੁਆਰਾ ਸਾਲ ਵਿੱਚ ਕੀਤੇ ਗਏ ਇੱਕ ਆਨਲਾਈਨ ਅਧਿਐਨ ਵਿੱਚ ਐਲਰਜੀ ਯੂਕੇ ਅਤੇ ਐਨਾਫਾਈਲੈਕਸਿਸ ਮੁਹਿੰਮ ਦੀ ਸਾਂਝੇਦਾਰੀ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਭੋਜਨ ਦੀ ਐਲਰਜੀ ਜਾਂ ਅਸਹਿਣਸ਼ੀਲਤਾ ਵਾਲੇ 16 ਤੋਂ 24 ਸਾਲ ਦੇ 41% ਬੱਚਿਆਂ ਨੂੰ ਬਿਲਕੁਲ ਵਿਸ਼ਵਾਸ ਨਹੀਂ ਹੁੰਦਾ ਜਾਂ ਐਲਰਜੀਨ ਜਾਣਕਾਰੀ ਲਈ ਸਰਵਿਸ ਕਰਨ ਵਾਲੇ ਕਰਮਚਾਰੀਆਂ ਨੂੰ ਪੁੱਛਣ ਲਈ ਥੋੜ੍ਹਾ ਵਿਸ਼ਵਾਸ ਮਹਿਸੂਸ ਕਰੋ। ਖੋਜ ਨੇ ਇਹ ਵੀ ਉਜਾਗਰ ਕੀਤਾ ਹੈ ਕਿ 60% ਨੇ ਆਪਣੀ ਸਥਿਤੀ ਕਾਰਨ ਪਿਛਲੇ 6 ਮਹੀਨਿਆਂ ਵਿੱਚ ਖਾਣਾ ਖਾਣ ਤੋਂ ਪਰਹੇਜ਼ ਕੀਤਾ ਹੈ। ਫੂਡ ਸਟੈਂਡਰਡ ਏਜੰਸੀ ਨੇ ਇੱਕ #SpeakUpForAllergies ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਦਾ ਉਦੇਸ਼ ਨੌਜਵਾਨਾਂ ਨੂੰ ਐਲਰਜੀ ਦੀ ਜਾਣਕਾਰੀ ਲਈ ਪੁੱਛਣ ਲਈ ਉਤਸ਼ਾਹਿਤ ਕਰਨਾ ਹੈ। ਮੁਹਿੰਮ ਦਾ ਉਦੇਸ਼ ਹਰ ਸਮੇਂ ਭੋਜਨ ਦੀ ਐਲਰਜੀ ਬਾਰੇ ਬੋਲਣ ਦੀ ਮਹੱਤਤਾ 'ਤੇ ਜ਼ੋਰ ਦੇਣਾ ਹੈ, ਜਦੋਂ ਕਿ ਖਾਣੇ ਦਾ ਆਦੇਸ਼ ਦਿੰਦੇ ਹੋਏ ਵਿਅੰਜਨ, ਸਮੱਗਰੀ, ਸ਼ੈਫ ਜਾਂ ਰਸੋਈ ਦਾ ਸਟਾਫ ਬਦਲਿਆ ਹੋਇਆ ਹੋ ਸਕਦਾ ਹੈ। ਐਲਰਜੀ ਪ੍ਰਤੀਕਰਮ। ਐਲਰਜੀ ਪ੍ਰਤੀਕਰਮ ਹਲਕੇ, ਦਰਮਿਆਨੇ ਜਾਂ ਗੰਭੀਰ ਹੋ ਸਕਦੇ ਹਨ। ਭੋਜਨ ਐਲਰਜੀ ਦੇ ਲੱਛਣਾਂ ਦੀ ਕਿਸਮ ਦੇ ਆਧਾਰ 'ਤੇ ਖਾਣਾ ਖਾਣ ਤੋਂ ਕੁਝ ਸਕਿੰਟ ਜਾਂ ਮਿੰਟ ਬਾਅਦ ਹੋ ਸਕਦੀ ਹੈ। ਕੁਝ ਵਿੱਚ ਕਈ ਘੰਟਿਆਂ ਦੇ ਬਾਅਦ ਲੱਛਣ ਪੈਦਾ ਹੋ ਸਕਦੇ ਹਨ। ਲੱਛਣ ਇੱਕੋ ਸਮੇਂ ਸਰੀਰ ਦੇ ਵੱਖ-ਵੱਖ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਅਤੇ ਕਿਸੇ ਵਿਸ਼ੇਸ਼ ਕ੍ਰਮ ਵਿੱਚ ਪ੍ਰਗਟ ਹੋਣ ਦੀ ਜ਼ਰੂਰਤ ਨਹੀਂ ਹੈ। ਸਭ ਤੋਂ ਆਮ ਐਲਰਜੀ ਦੇ ਲੱਛਣਾਂ ਵਿੱਚ ਸ਼ਾਮਲ ਹਨ ਮੂੰਹ ਵਿੱਚ ਝੁੰਝਣੀ ਜਾਂ ਖੁਜਲੀ, ਇੱਕ ਉਭਾਰਿਆ ਖਾਰਸ਼ਦਾਰ ਲਾਲ ਧੱਫੜ, ਛਪਾਕੀ। ਕੁਝ ਮਾਮਲਿਆਂ ਵਿੱਚ ਚਮੜੀ ਲਾਲ ਅਤੇ ਖਾਰਸ਼ ਵਾਲੀ ਹੋ ਸਕਦੀ ਹੈ, ਪਰ ਬਿਨਾਂ ਉੱਠੇ ਧੱਫੜ ਦੇ। ਚਿਹਰੇ, ਮੂੰਹ, ਗਲੇ ਜਾਂ ਸਰੀਰ ਦੇ ਹੋਰ ਖੇਤਰਾਂ ਦੀ ਸੋਜ, ਨਿਗਲਣ ਵਿੱਚ ਮੁਸ਼ਕਲ, ਘਰਘਰਾਹਟ ਜਾਂ ਸਾਹ ਦੀ ਕਮੀ, ਹਲਕੇ ਜਿਹੇ ਚੱਕਰ ਆਉਣੇ, ਬਿਮਾਰ ਮਹਿਸੂਸ ਹੋਣਾ, ਮਤਲੀ ਜਾਂ ਉਲਟੀਆਂ। ਐਲਰਜੀ ਪ੍ਰਤੀਕਰਮ। ਗੰਭੀਰ ਐਲਰਜੀ ਵਾਲੀ ਪ੍ਰਤੀਕਿਰਿਆ ਐਨਾਫਾਈਲੈਕਸਿਸ ਅਚਾਨਕ ਹੋ ਸਕਦੀ ਹੈ ਅਤੇ ਬਹੁਤ ਜਲਦੀ ਬਦਤਰ ਹੋ ਸਕਦੀ ਹੈ। ਲੱਛਣਾਂ ਵਿੱਚ ਸ਼ਾਮਲ ਹਨ ਚਮੜੀ ਦੀ ਆਮ ਫਲੈਸ਼ਿੰਗ, ਸਰੀਰ ਤੇ ਕਿਤੇ ਵੀ ਨੈਟਲ ਧੱਫੜ, ਛਪਾਕੀ, ਆਉਣ ਵਾਲੀ ਕਿਆਮਤ ਦੀ ਭਾਵਨਾ, ਗਲੇ ਅਤੇ ਮੂੰਹ ਦੀ ਸੋਜ, ਨਿਗਲਣ ਜਾਂ ਬੋਲਣ ਵਿੱਚ ਮੁਸ਼ਕਲ, ਦਿਲ ਦੀ ਦਰ ਵਿੱਚ ਤਬਦੀਲੀ, ਗੰਭੀਰ ਦਮਾ, ਪੇਟ ਦਰਦ, ਮਤਲੀ ਅਤੇ ਉਲਟੀਆਂ, ਅਚਾਨਕ ਕਮਜ਼ੋਰੀ ਦੀ ਭਾਵਨਾ, ਬਲੱਡ ਪ੍ਰੈਸ਼ਰ ਵਿੱਚ ਕਮੀ, ਡਿੱਗ ਜਾਣਾ ਅਤੇ ਬੇਹੋਸ਼ੀ। ਰੋਗੀ ਜ਼ਰੂਰੀ ਨਹੀਂ ਕਿ ਇਹ ਸਾਰੇ ਲੱਛਣ ਇੱਕੋ ਹੀ ਕਿੱਸੇ ਵਿੱਚ ਅਨੁਭਵ ਕਰੇ। ਜਲਦੀ ਇਲਾਜ ਨਾ ਕੀਤੇ ਬਿਨਾਂ ਇਹ ਜਾਨਲੇਵਾ ਹੋ ਸਕਦਾ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜਾਂ ਕੋਈ ਐਨਾਫਾਈਲੈਕਸਿਸ ਦਾ ਸਾਹਮਣਾ ਕਰ ਰਹੇ ਹੋ ਤਾਂ 999 ਡਾਇਲ ਕਰੋ ਅਤੇ ਜਿੰਨੀ ਜਲਦੀ ਹੋ ਸਕੇ ਐਂਬੂਲੈਂਸ ਦੀ ਮੰਗ ਕਰੋ। ਭੋਜਨ ਦੀ ਜਾਣਕਾਰੀ ਇੰਨੀ ਮਹੱਤਵਪੂਰਨ ਕਿਉਂ ਹੈ? ਉਹਨਾਂ ਲੋਕਾਂ ਲਈ ਜੋ ਸਭ ਤੋਂ ਵੱਧ ਜੋਖਮ ਹੁੰਦੇ ਹਨ। ਭੋਜਨ ਦੀ ਐਲਰਜੀਨ ਦਾ ਸਭ ਤੋਂ ਛੋਟਾ ਨਿਸ਼ਾਨ ਗੰਭੀਰ ਲੱਛਣਾਂ ਨੂੰ ਪੈਦਾ ਕਰ ਸਕਦਾ ਹੈ ਅਤੇ ਕੁਝ ਮਾਮਲਿਆਂ ਵਿੱਚ ਨੇੜੇ ਘਾਤਕ ਲੱਛਣਾਂ ਦਾ ਕਾਰਨ ਬਣ ਸਕਦਾ ਹੈ ਜਾਂ ਇਸ ਤੋਂ ਵੀ ਮਾੜਾ ਘਾਤਕ ਸਿੱਧ ਹੋ ਸਕਦਾ ਹੈ। ਉਦਾਸੀ ਵਾਲੀ ਗੱਲ ਇਹ ਹੈ ਕਿ ਤੁਸੀਂ ਇਸ ਸਲਾਈਡ ਵਿੱਚ ਖੋਹੋਗੇ ਸਾਰੇ ਨੌਜਵਾਨਾਂ ਦੀ ਐਨਾਫਾਈਲੈਕਸਿਸ ਦੇ ਨਤੀਜੇ ਵਜੋਂ ਮੌਤ ਹੋ ਗਈ ਹੈ। 15 ਸਾਲ ਦੀ ਮੇਗਨ ਲੀ ਅਤੇ ਉਸ ਦੀ ਸਹੇਲੀ ਨੇ 30 ਦਸੰਬਰ 2016 ਨੂੰ ਇੱਕ ਟੇਕ ਅਵੇ ਮੀਲ ਆਨਲਾਈਨ ਮੰਗਵਾਇਆ ਸੀ। ਇੱਕ ਆਨਲਾਈਨ ਫਾਰਮ ਤੇ ਐਲਰਜੀ ਸ਼ਾਮਲ ਕਰਨ ਦੇ ਬਾਵਜੂਦ ਮੇਗਨ ਨੂੰ ਮੂੰਗਫਲੀ ਪ੍ਰੋਟੀਨ ਵਾਲਾ ਭੋਜਨ ਭੇਜਿਆ ਗਿਆ ਸੀ। ਖਾਣਾ ਖਾਣ ਤੋਂ ਬਾਅਦ ਉਸ ਨੂੰ ਦਮਾ ਦਾ ਗੰਭੀਰ ਦੌਰਾ ਪਿਆ। ਮੇਗਨ ਨੂੰ ਦਿਮਾਗੀ ਤੌਰ ਤੇ ਨੁਕਸਾਨ ਨਹੀਂ ਹੋਇਆ ਅਤੇ ਉਸ ਦੀ ਲਾਈਫ ਸਪੋਰਟ 2 ਦਿਨ ਬਾਅਦ 1 ਜਨਵਰੀ 2017 ਨੂੰ ਵਾਪਸ ਲੈ ਲਈ ਗਈ ਸੀ। ਪੋਸਟਮਾਰਟਮ ਨੇ ਇਹ ਸਿੱਟਾ ਕੱਢਿਆ ਕਿ ਮੌਤ ਦਾ ਕਾਰਨ ਇੱਕ ਨਟਸ ਕਾਰਨ ਦਮਾ ਦਾ ਦੌਰਾ ਸੀ, ਜਿਸ ਨੂੰ ਨਟਸ ਪ੍ਰਤੀ ਐਲਰਜੀ ਵਾਲੀ ਪ੍ਰਤੀਕਿਰਿਆ ਸੀ। ਲੈਂਕੇਸ਼ਾਇਰ ਕਾਰੋਬਾਰ ਵਿੱਚ ਐਲਰਜੀਨ ਨਿਯੰਤਰਣ ਦਾ ਪ੍ਰਬੰਧਨ ਕਰਨ ਲਈ ਕੋਈ ਪ੍ਰਣਾਲੀ ਜਾਂ ਪ੍ਰਕਿਰਿਆਵਾਂ ਨਹੀਂ ਸਨ। ਮੀਨੂ ਵਿੱਚ ਐਲਰਜੀਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਕਵਾਨਾਂ ਵਿੱਚ ਵਰਤੀਆਂ ਜਾਂਦੀਆਂ ਸਮੱਗਰੀਆਂ ਦਾ
ਕੋਈ ਰਿਕਾਰਡ ਨਹੀਂ ਰੱਖਿਆ ਗਿਆ ਸੀ। ਮੇਗਨ ਦੀ ਮੌਤ ਤੋਂ ਬਾਅਦ ਪੁਲਿਸ, ਲੰਕੇਸ਼ਾਇਰ ਟ੍ਰੇਡਿੰਗ ਸਟੈਂਡਰਡਸ ਅਤੇ ਹੈਂਡਬਰਨ ਬੋਰੋ ਕੌਂਸਲ ਵਾਤਾਵਰਣ ਸਿਹਤ ਦੇ ਦੁਆਰਾ ਸਾਂਝੇ ਤੌਰ ਤੇ ਜਾਂਚ ਕੀਤੀ ਗਈ। ਖਾਣੇ ਦੇ ਕਾਰੋਬਾਰ ਵਿਰੁੱਧ ਮੁਕੱਦਮੇ ਵਿੱਚ ਲਾਪਰਵਾਹੀ ਨਾਲ ਕਤਲੇਆਮ, ਖੁਰਾਕ ਕਾਨੂੰਨ ਅਤੇ ਸਿਹਤ ਅਤੇ ਸੁਰੱਖਿਆ ਦੋਸ਼ ਲਾਏ ਗਏ ਸਨ। ਮੁਕੱਦਮੇ ਵਿੱਚ ਜੱਜ ਨੇ ਟਿੱਪਣੀ ਕੀਤੀ, ਤੁਹਾਨੂੰ ਹੁਣ ਆਪਣੇ ਕੀਤੇ ਪਾਪਾਂ ਅਤੇ ਉਸ ਦੁੱਖ ਨਾਲ ਜਿਉਣਾ ਚਾਹੀਦਾ ਹੈ ਜੋ ਤੁਸੀਂ ਮੇਗਨ ਦੇ ਪਰਿਵਾਰ ਅਤੇ ਆਪਣੇ ਪਰਿਵਾਰਾਂ ਨਾਲ ਕੀਤਾ ਹੈ। ਇਹ ਸਭ ਦੁਖਾਂਤ ਹੈ ਜਿਸ ਤੋਂ ਲੋਕਾਂ ਨੂੰ ਭੋਜਨ ਪਰੋਸਣ ਵਾਲੇ ਲੋਕਾਂ ਤੋਂ ਸਹੀ ਦੇਖਭਾਲ ਦੀ ਉਮੀਦ ਕੀਤੀ ਜਾਣੀ ਚਾਹੀਦੀ। ਜੇਕਰ ਤੁਸੀਂ ਸਹੀ ਦੇਖਭਾਲ ਕੀਤੀ ਹੁੰਦੀ ਤਾਂ ਆਸਾਨੀ ਨਾਲ ਬਚਿਆ ਜਾ ਸਕਦਾ ਸੀ। ਜੁਲਾਈ 2016 ਵਿੱਚ ਨਾਇਸ ਜਾਣ ਲਈ ਜਹਾਜ਼ ਵਿੱਚ ਚੜ੍ਹਨ ਤੋਂ ਥੋੜ੍ਹੀ ਦੇਰ ਪਹਿਲਾਂ 15 ਸਾਲਾ ਨਤਾਸ਼ਾ ਐਡਨਨ ਲੈਪਰਾਉਸ ਨੇ ਇੱਕ ਬੈਗੁਏਟ ਖਾਧਾ ਜੋ ਉਸਨੇ ਹੀਥਰੋ 에ਅਰਪੋਰਟ ਦੀ ਇੱਕ ਦੁਕਾਨ ਤੇ ਖਰੀਦੀ ਸੀ। ਨਤਾਸ਼ਾ ਨੂੰ ਪਤਾ ਨਹੀਂ ਸੀ ਬ੍ਰੈਡ ਵਿੱਚ ਤਿਲ ਸੀ ਜਿਸ ਨਾਲ ਉਸ ਨੂੰ ਐਲਰਜੀ ਸੀ। ਤਿਲ ਦੀ ਮੌਜੂਦਗੀ ਨੂੰ ਉਤਪਾਦ ਤੇ ਸੂਚੀਬੱਧ ਨਹੀਂ ਕੀਤਾ ਗਿਆ ਸੀ। ਉਡਾਣ ਦੇ ਦੌਰਾਨ ਨਤਾਸ਼ਾ ਨੂੰ ਛਪਾਕੀ ਫੁੱਟਣ ਤੋਂ ਪਹਿਲਾਂ ਗਲੇ ਵਿੱਚ ਖਰਾਸ਼ ਹੋਣ ਦੀ ਸ਼ਿਕਾਇਤ ਸ਼ੁਰੂ ਹੋ ਗਈ ਹੈ। ਅਫਸੋਸ ਦੀ ਗੱਲ ਹੈ ਕਿ ਐਡਰੇਨਾਲੀਨ ਦੀਆਂ 2 ਐਪੀਪੈਨ ਖੁਰਾਕਾਂ ਦੇ ਬਾਵਜੂਦ ਉਸ ਦੇ ਪਿਤਾ ਦੇ ਦੁਆਰਾ ਆਪਣੀ ਧੀ ਨੂੰ ਬਚਾਉਣ ਦੇ ਯਤਨ ਕਾਫੀ ਨਹੀਂ ਸਨ। ਨਤਾਸ਼ਾ ਨੇ ਉਸ ਨੂੰ ਆਖਰੀ ਸ਼ਬਦ ਕਹੇ ਜਦੋਂ ਉਸਨੇ ਉਸ ਨੂੰ ਬਚਾਉਣ ਦੀ ਲੜਾਈ ਲੜੀ ਸੀ, ਡੈਡੀ ਮੇਰੀ ਮਦਦ ਕਰੋ, ਮੈਂ ਸਾਹ ਨਹੀਂ ਲੈ ਸਕਦੀ। ਜਦੋਂ ਨਤਾਸ਼ਾ ਨੇ ਬੈਗੁਏਟ ਖਰੀਦਿਆ ਤਾਂ ਬੈਗੁਏਟ ਜਾਂ ਫੂਡ ਡਿਸਪਲੇ ਕੈਬਿਨੇਟ ਤੇ ਐਲਰਜੀ ਦੀ ਕੋਈ ਖਾਸ ਜਾਣਕਾਰੀ ਨਹੀਂ ਸੀ। ਭੋਜਨ ਕਾਰੋਬਾਰ ਨੇ ਐਲਰਜੀਨ ਜਾਣਕਾਰੀ ਨੂੰ ਜ਼ੁਬਾਨੀ ਤੌਰ ਤੇ ਪਹੁੰਚਾਉਣ ਦੀ ਚੋਣ ਕੀਤੀ ਜੋ ਕਾਨੂੰਨੀ ਜ਼ਰੂਰਤਾਂ ਦੀ ਪਾਲਣਾ ਵਿੱਚ ਸੀ। ਕੋਰੋਨਰ ਨੇ ਇਹ ਸਿੱਟਾ ਕੱਢਿਆ ਕਿ ਕਿਸ਼ੋਰ ਨੂੰ ਪੈਕੇਜਿੰਗ ਤੇ ਐਲਰਜੀਨ ਦੀ ਖਾਸ ਜਾਣਕਾਰੀ ਦੀ ਘਾਟ ਕਰਕੇ ਭਰੋਸਾ ਦਿਵਾਇਆ ਗਿਆ ਸੀ। ਪੁੱਛਗਿੱਛ ਤੋਂ ਬਾਅਦ ਕਾਰੋਬਾਰ ਨੇ ਉਹਨਾਂ ਦੇ ਤਾਜ਼ੇ ਬਣੇ ਉਤਪਾਦਾਂ ਤੇ ਪੂਰੀ ਲੇਬਲਿੰਗ ਲਿਆਂਦੀ ਅਤੇ ਸਰਕਾਰ ਨੇ ਸਿੱਧੇ ਵਿਕਰੀ ਲਈ ਪੂਰਕ ਕੀਤੇ ਖਾਣਿਆਂ ਦੇ ਨਿਯਮਾਂ ਦੀ ਸਮੀਖਿਆ ਕੀਤੀ। ਸਮੀਖਿਆ ਦੇ ਬਾਅਦ ਸਿੱਧੇ ਵਿਕਰੀ ਵਾਲੇ ਭੋਜਨ ਲਈ ਪੂਰਵ ਪੂਰਤੀ ਲਈ ਨਵੀਆਂ ਲੇਬਲਿੰਗ ਜ਼ਰੂਰਤਾਂ ਪੇਸ਼ ਕੀਤੀਆਂ ਗਈਆਂ। ਉਹ 1 ਅਕਤੂਬਰ 2021 ਨੂੰ ਲਾਗੂ ਹੋ ਗਏ। ਇਸ ਵਿਸ਼ੇ ਨੂੰ ਬਾਅਦ ਵਿੱਚ ਹੋਰ ਵਿਸਥਾਰ ਨਾਲ ਦੱਸਿਆ ਜਾਵੇਗਾ। ਓਵੇਨ ਕੈਰੀ ਨੂੰ ਅਸਥਿਰ ਦਿਮਾਗ ਅਤੇ ਦੁੱਧ ਅਤੇ ਕਣਕ ਸਮੇਤ ਅਨੇਕ ਭੋਜਨ ਐਲਰਜੀ ਸੀ। ਓਵੇਨ ਨੇ ਆਪਣੀ ਸਹੇਲੀ ਨਾਲ ਆਪਣਾ 18ਵਾਂ ਜਨਮ ਦਿਨ ਮਨਾਉਂਦੇ ਹੋਏ ਲੰਡਨ ਦੇ O2 ਓਰੇਨਾ ਵਿੱਚ 버ਗਰ ਰੈਸਟੋਰੈਂਟ ਤੋਂ ਗ੍ਰਿਲਡ ਚਿਕਨ ਦਾ ਆਰਡਰ ਦਿੱਤਾ। ਇਸ ਨੂੰ ਭੋਜਨ ਸੂਚੀ ਉੱਤੇ ਵਰਣਨ ਕੀਤਾ ਗਿਆ ਸੀ। ਕਲਾਸਿਕ ਚਿਕਨ, ਗ੍ਰਿਲਡ ਚਿਕਨ ਬ੍ਰੈਸਟ, ਕੱਟਿਆ ਹੋਇਆ ਬਰਫ਼, ਟਮਾਟਰ, ਲਾਲ ਪਿਆਜ਼, ਅਚਾਰ, ਬਾਇਰਨ ਸੌਸ। ਉਸ ਨੇ ਸਟਾਫ ਦੇ ਉਸ ਸਦੱਸ ਨੂੰ ਦੱਸਿਆ ਜਿਸ ਨੇ ਆਪਣੀ ਮੇਜ਼ ਤੇ ਸੇਵਾ ਕੀਤੀ ਆਪਣੀ ਐਲਰਜੀ ਬਾਰੇ ਅਤੇ ਉਸ ਨੂੰ ਡੇਅਰੀ ਅਤੇ ਕਣਕ ਤੋਂ ਐਲਰਜੀ ਸੀ। ਉਹ ਉਸ ਨੂੰ ਉਹ ਦੱਸਣ ਵਿੱਚ ਅਸਫਲ ਰਹੇ ਜਿਸ ਨੇ ਉਹ ਚਿਕਨ ਦਾ ਆਰਡਰ ਦਿੱਤਾ ਸੀ ਜੋ ਬਟਰ ਮਿਲਕ ਵਿੱਚ ਮੈਰੀਨੇਟ ਕੀਤਾ ਗਿਆ ਸੀ। ਓਵਨ ਨੇ ਆਪਣੇ ਬੁੱਲ੍ਹਾਂ ਤੇ ਝੁਲਸਣ ਅਤੇ ਪੇਟ ਦੀਆਂ ਸਮੱਸਿਆਵਾਂ ਦਾ ਅਨੁਭਵ ਕਰਨ ਤੋਂ ਪਹਿਲਾਂ ਉਸ ਨੇ ਅੱਧਾ ਚਿਕਨ ਖਾਧਾ। ਉਹ ਲੰਡਨ ਆਈ ਅਤੇ ਸਾਹਮਣੇ ਡਿੱਗ ਗਈ ਅਤੇ ਲੋਕਾਂ ਦੀ ਸਹਾਇਤਾ ਦੇ ਬਾਵਜੂਦ, ਜਿਸ ਵਿੱਚ ਇੱਕ RAF ਡਾਕਟਰ ਅਤੇ ਪੈਰਾਮੈਡੀਕਲ ਸ਼ਾਮਲ ਸਨ, ਉਸ ਦੀ ਮੌਤ ਹੋ ਗਈ। ਪੁੱਛਗਿੱਛ ਤੋਂ ਇਹ ਸਿੱਟਾ ਕੱਢਿਆ ਗਿਆ ਕਿ ਓਵਨ ਦੀ ਸਖਤ ਸਟਾਫ ਦੁਆਰਾ ਐਲਰਜੀ ਪ੍ਰਤੀ ਜਾਗਰੂਕ ਕਰਨ ਦੇ ਬਾਵਜੂਦ ਰੈਸਟੋਰੈਂਟ ਵਿੱਚ ਖਾਣੇ ਤੋਂ ਉਸ ਖਾਣੇ ਤੋਂ ਸਖਤ ਖਾਣਾ ਰਹਿਤ ਐਨਾਫਾਈਲੈਕਟਿਕ ਪ੍ਰਤੀਕਿਰਿਆ ਨਾਲ ਮੌਤ ਹੋ ਗਈ। ਭੋਜਨ ਸੂਚੀ ਇਸ ਗੱਲ ਦਾ ਭਰੋਸਾ ਦਿਵਾ ਰਿਹਾ ਹੈ ਕਿ ਇਸ ਨੇ ਚੁਣੇ ਹੋਏ ਖਾਣੇ ਵਿੱਚ ਕਿਸੇ ਸਮੁੰਦਰੀ ਜਹਾਜ਼ ਜਾਂ ਸੰਭਾਵੀ ਐਲਰਜੀਨਿਕ ਤੱਤਾਂ ਦਾ ਕੋਈ ਹਵਾਲਾ ਨਹੀਂ ਦਿੱਤਾ ਅਤੇ ਉਸ ਨੂੰ ਸੂਚਿਤ ਨਹੀਂ ਕੀਤਾ ਗਿਆ ਕਿ ਕ੍ਰਮ ਵਿੱਚ ਐਲਰਜੀਨ ਸਨ। ਕੋਰੋਨਰ ਕੋਰਟ ਦੇ ਬਾਹਰ ਬੋਲਦਿਆਂ ਓਵੇਨ ਦੀ ਭੈਣ ਨੇ ਕਿਹਾ ਕਿ ਉਸ ਦੇ ਭਰਾ ਦੀ ਮੌਤ ਨਹੀਂ ਹੋਣੀ ਚਾਹੀਦੀ ਸੀ। ਮੌਜੂਦਾ ਨੀਤੀ ਵਿੱਚ ਗਲਤੀ ਲਈ ਬਹੁਤ ਜ਼ਿਆਦਾ ਥਾਂ ਬਚ ਗਈ ਹੈ। ਉਸ ਨੇ ਕਿਹਾ ਕਿ ਸੈਂਕੜੇ ਹਜ਼ਾਰਾਂ ਐਲਰਜੀ ਤੋਂ ਪੀੜਤ ਲੋਕ ਰੈਸਟੋਰੈਂਟਾਂ ਵਿੱਚ ਖਾਣਾ ਖਾਣ ਤੋਂ ਡਰਦੇ ਸਨ ਕਿਉਂਕਿ ਇਹ ਉਹ ਮਹੱਤਵਪੂਰਨ ਜਗ੍ਹਾ ਸੀ ਜਿੱਥੇ ਉਹਨਾਂ ਨੂੰ ਜੋਖਮ ਹੁੰਦਾ ਹੈ। ਖਾਣੇ ਦੀ ਚੇਨ ਵਿੱਚ ਤਬਦੀਲੀ ਕੀਤੀ ਗਈ ਹੈ। ਸਰਵਰ ਕੇਵਲ ਰਸੋਈ ਨੂੰ ਆਰਡਰ ਭੇਜ ਸਕਦੇ ਹਨ। ਜਦੋਂ ਉਹਨਾਂ ਨੇ ਪੁਸ਼ਟੀ ਕੀਤੀ ਕਿ ਉਹਨਾਂ ਨੇ ਗਾਹਕ ਨੂੰ ਐਲਰਜੀ ਬਾਰੇ ਪੁੱਛਿਆ। ਰੈਸਟੋਰੈਂਟ ਵਿਚਲੇ ਭੋਜਨ ਸੂਚੀ ਵਿੱਚ ਹੁਣ ਇੱਕ ਐਲਰਜੀ ਦਾ ਸੁਨੇਹਾ ਹੈ ਜੋ ਇੱਕ ਪੰਨੇ ਦੇ ਬਿਲਕੁਲ ਤੀਜੇ ਹਿੱਸੇ ਦੇ
ਹੇਠਾਂ ਆਉਂਦਾ ਹੈ। ਮੇਗਨ ਅਤੇ ਓਵਨ ਨੇ ਭੋਜਨ ਕਾਰੋਬਾਰਾਂ ਨੂੰ ਉਹਨਾਂ ਦੀ ਐਲਰਜੀ ਬਾਰੇ ਦੱਸਿਆ। ਅਫਸੋਸ ਦੀ ਗੱਲ ਹੈ ਕਿ ਉਹਨਾਂ ਨੂੰ ਖਾਣੇ ਵਿੱਚ ਐਲਰਜੀਨ ਬਾਰੇ ਦੱਸਿਆ ਨਹੀਂ ਗਿਆ। ਨਤਾਸ਼ਾ ਦੇ ਕੇਸ ਵਿੱਚ ਐਲਰਜੀ ਦੀ ਜਾਣਕਾਰੀ ਕਿਸੇ ਲੇਬਲ ਜਾਂ ਡਿਸਪਲੇ ਕੈਬਿਨੇਟ ਤੇ ਨਹੀਂ ਦਿੱਤੀ ਗਈ ਸੀ। ਇਹ ਸਿਰਫ ਗਾਹਕ ਦੀ ਬੇਨਤੀ ਤੇ ਮੌਖਿਕ ਤੌਰ ਤੇ ਉਪਲਬਧ ਸੀ। ਅਸੀਂ ਇਸ ਸਲਾਈਡ ਨੂੰ ਇੱਕ ਪ੍ਰਸ਼ਨ ਨਾਲ ਸ਼ੁਰੂ ਕੀਤਾ। ਭੋਜਨ ਦੀ ਜਾਣਕਾਰੀ ਇੰਨੀ ਮਹੱਤਵਪੂਰਨ ਕਿਉਂ ਹੈ? ਐਲਰਜੀ ਜਾਂ ਅਸਹਿਣਸ਼ੀਲਤਾ ਵਾਲੇ ਗ੍ਰਾਹਕਾਂ ਲਈ ਸਹੀ ਖਾਣੇ ਦੀ ਐਲਰਜੀ ਸੰਬੰਧੀ ਜਾਣਕਾਰੀ ਮਹੱਤਵਪੂਰਨ ਹੈ ਤਾਂ ਜੋ ਉਹਨਾਂ ਨੂੰ ਖਾਣੇ ਦੀ ਸਹੀ ਚੋਣ ਕਰਨ ਦੇ ਯੋਗ ਬਣਾਇਆ ਜਾ ਸਕੇ। ਕਿਰਪਾ ਕਰਕੇ ਗਾਹਕਾਂ ਨੂੰ ਹਮੇਸ਼ਾ ਪੁੱਛੋ ਕਿ ਕੀ ਉਹਨਾਂ ਨੂੰ ਐਲਰਜੀ ਜਾਂ ਅਸਹਿਣਸ਼ੀਲਤਾ ਹੈ। ਇਹ ਨਾ ਸਿਰਫ ਕਿਸੇ ਨੂੰ ਬਿਮਾਰ ਹੋਣ ਤੋਂ ਰੋਕ ਸਕਦਾ ਹੈ, ਬਲਕਿ ਇਹ ਉਹਨਾਂ ਦੀ ਜਾਨ ਬਚਾ ਸਕਦਾ ਹੈ। ਸਮਾਜ ਵਧੇਰੇ ਐਲਰਜੀਕ ਕਿਉਂ ਬਣ ਰਿਹਾ ਹੈ? ਐਲਰਜੀ ਤੋਂ ਪੀੜਤ ਲੋਕਾਂ ਦੀ ਗਿਣਤੀ ਵਿੱਚ ਵਾਧੇ ਦਾ ਕੋਈ ਇੱਕ ਕਾਰਨ ਨਹੀਂ ਹੈ। ਖੋਜ ਸੁਝਾਅ ਦਿੰਦੀ ਹੈ ਕਿ ਬਹੁਤ ਸਾਰੇ ਸੰਭਾਵਤ ਕਾਰਕ ਹਨ। ਹੇਠ ਲਿਖਿਆਂ ਤੇ ਵਿਚਾਰ ਕੀਤਾ ਗਿਆ ਹੈ। ਜੈਨੇਟਿਕਸ, ਮਾਪਿਆਂ ਤੋਂ ਔਲਾਦ ਵਿੱਚ ਪਾਸ ਹੋਏ, ਖਾਣ ਦੀਆਂ ਆਦਤਾਂ, ਐਲਰਜੀਨ ਦੇ ਮੁੱਢਲੇ ਐਕਸਪੋਜ਼ਰ, ਆਧੁਨਿਕ ਦਵਾਈਆਂ, ਉਦਾਹਰਨ ਲਈ ਐਂਟੀਬਾਇਓਟਿਕਸ, ਵਿਟਾਮਿਨ ਡੀ ਦੀ ਘਾਟ ਅਤੇ ਖੁਰਾਕ ਦੇ ਕਾਰਕ। ਭੋਜਨ ਦੀ ਐਲਰਜੀ ਦੇ ਨਾਲ ਜਿਉਣਾ। ਭੋਜਨ ਐਲਰਜੀ ਦੇ ਨਾਲ ਜਿਉਣਾ ਅਸਲ ਵਿੱਚ ਕੀ ਹੈ? ਮੈਂ ਤੁਹਾਨੂੰ ਕਲੋਏ ਫਿਜ਼ਪੈਟਰਿਕ ਦੇ ਨਾਲ ਜਾਣੂ ਕਰਾਉਂਦਾ ਹਾਂ, ਜੋ ਇੱਕ ਪ੍ਰੇਰਣਾਦਾਇਕ, ਦ੍ਰਿੜ ਸੰਕਲਪ ਅਤੇ ਸਕਾਰਾਤਮਕ ਸੋਚ ਵਾਲੀ ਮੁਟਿਆਰ ਹੈ, ਜੋ ਆਪਣੀ ਸਖਤ ਐਲਰਜੀ ਨੂੰ ਆਪਣੇ ਜੀਵਨ ਤੇ ਨਿਯੰਤਰਣ ਨਹੀਂ ਕਰਨ ਦਿੰਦੀ। ਕਲੋਏ ਦੀ ਜ਼ਿੰਦਗੀ ਵਿੱਚ ਇੱਕ ਦਿਨ ਇਹ ਇੱਕ ਛੋਟੀ ਜਿਹੀ ਫਿਲਮ ਹੈ ਜਿਸ ਵਿੱਚ ਕਲੋਏ ਫਿਜ਼ਪੈਟਰਿਕ ਨੇ ਅਭਿਨੈ ਕੀਤਾ ਹੈ। ਇਹ ਤੁਹਾਨੂੰ ਇਸ ਗੱਲ ਦਾ ਗਿਆਨ ਦੇਵੇਗਾ ਕਿ ਕਲੋਏ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ, ਭੋਜਨ ਦੀ ਐਲਰਜੀ ਨਾਲ ਜੀਣਾ ਅਤੇ ਇਸ ਦਾ ਉਸਦੇ ਪਰਿਵਾਰ ਤੇ ਕੀ ਪ੍ਰਭਾਵ ਪੈਂਦਾ ਹੈ। ਇਹ ਫਿਲਮ ਕਲੋਏ ਦੀ ਭੈਣ ਸੋਫੀ ਦੇ ਦੁਆਰਾ ਲਿਖੇ ਅਤੇ ਨਿਰਦੇਸ਼ਿਤ ਇੱਕ ਨਾਟਕ ਤੇ ਆਧਾਰਿਤ ਹੈ। ਇਹ ਲੈਂਕੇਸ਼ਾਇਰ ਕਾਉਂਟੀ ਕਾਉਂਸਲ ਦੇ ਦੁਆਰਾ ਤਿਆਰ ਕੀਤਾ ਗਿਆ ਅਤੇ ਭੋਜਨ ਦੀ ਐਲਰਜੀ ਪ੍ਰਤੀ ਜਾਗਰੂਕਤਾ ਵਧਾਉਣ ਲਈ ਗੰਭੀਰ ਅਤੇ ਵੱਧ ਰਹੇ ਸਿਹਤ ਦੇ ਮੁੱਦੇ ਵਜੋਂ ਵਿਕਸਿਤ ਕੀਤਾ ਗਿਆ ਹੈ ਅਤੇ ਨੌਜਵਾਨਾਂ ਨੂੰ ਇਸ ਸਥਿਤੀ ਦੇ ਸੰਭਾਵਿਤ ਜੀਵਨ ਲਈ ਖਤਰਨਾਕ ਸੁਭਾਅ ਬਾਰੇ ਜਾਗਰੂਕ ਕਰਨ ਵਿੱਚ ਸਹਾਇਤਾ ਲਈ ਹੈ। ਮੇਰਾ ਨਾਮ ਕਲੋਈ ਹੈ ਤੇ ਜ਼ਿਆਦਾਤਰ ਲੋਕਾਂ ਲਈ ਮੈਂ ਇੱਕ ਔਸਤਨ ਕਿਸ਼ੋਰੀ ਦੇ ਰੂਪ ਵਿੱਚ ਆਉਂਦੀ ਹਾਂ। ਇਹ ਹੈ ਮੇਰੀ ਵੱਡੀ ਭੈਣ ਸੋਫੀ। ਕੁਝ ਸ਼ਾਇਦ ਕਹਿਣਗੇ ਓਵਰ ਪ੍ਰੋਟੈਕਟਿਵ ਹੈ, ਪਰ ਉਹ ਮੇਰੀ ਪਾਲ ਹੀ ਕਰ ਰਹੀ ਹੈ। हाँ, ये नहीं हो सकता। की हाल है? मैं ठीक हूँ। ਅਤੇ ਮੈਂ ਹਾਂ ਗਲੀ ਦੇ ਵਿਚਕਾਰ ਜ਼ਮੀਨ ਤੇ ਪਈ ਹੋਈ। ਇਹ ਕੁਝ ਵੀ ਹੋ ਸਕਦਾ ਸੀ ਜਿਸ ਦੇ ਕਾਰਨ ਹੀ ਹੋਇਆ। ਮਗ ਜਾਂ ਹੱਗ, ਜਾਂ ਮੇਜ਼ ਜਿਸ ਤੇ ਮੈਂ ਬੈਠੀ ਸੀ, ਜਾਂ ਹਵਾ ਜਿਸ 'ਚ ਮੈਂ ਸਾਹ ਲਿਆ ਸੀ। ਦਰਅਸਲ ਮੈਨੂੰ ਸਟ੍ਰਾਬੇਰੀ ਤੋਂ ਐਲਰਜੀ ਹੈ। ਇੱਥੋਂ ਤੱਕ ਕਿ ਸਟ੍ਰਾਬੇਰੀ ਦਾ ਮਾਮੂਲੀ ਜਿਹਾ ਖਤਰਾ ਵੀ ਮੇਰੇ ਲਈ ਘਾਤਕ ਹੈ। ਬਦਕਿਸਮਤੀ ਨਾਲ ਇਹ ਉਹ ਹੈ ਜਿਸ ਨਾਲ ਮੈਨੂੰ ਦਿਨ ਰਾਤ ਰਹਿਣਾ ਪੈਂਦਾ ਹੈ।
ਸਟ੍ਰਾਬੇਰੀ ਦੁਆਰਾ ਮਾਰੇ ਜਾਣ ਦੀ ਕਲਪਨਾ ਕਰੋ। ਐਲਰਜੀ ਯੂਕੇ ਦੀ ਵੈਬਸਾਈਟ ਐਨਾਫਿਲੈਕਸਿਸ ਦੇ ਲੱਛਣਾਂ ਦਾ ਵਰਣਨ ਕਰਦੀ ਹੈ, ਜਿਵੇਂ ਕਿ ਜੀਭ ਅਤੇ ਗਲੇ ਦੀ ਸੋਜ, ਨਿਗਲਣ ਜਾਂ ਬੋਲਣ ਵਿੱਚ ਮੁਸ਼ਕਿਲ, ਆਵਾਜ਼ ਵਿੱਚ ਬਦਲਾਅ ਇੱਕ ਬੇਸੁਰੀ ਆਵਾਜ਼ ਵਾਂਗ, ਖਰਖਰਾਹਟ ਜਾਂ ਲਗਾਤਾਰ ਖੰਘ ਜਾਂ ਗੰਭੀਰ ਦਮਾ, ਮੁਸ਼ਕਲ ਜਾਂ ਸ਼ੋਰ ਨਾਲ ਸਾਹ ਲੈਣਾ, ਪੇਟ ਵਿੱਚ ਦਰਦ ਜਾਂ ਉਲਟੀਆਂ, ਚੱਕਰ ਆਉਣੇ, ਡਿੱਗ ਜਾਣਾ ਜਾਂ ਬੇਹੋਸ਼ ਹੋ ਜਾਣਾ। ਇਹ ਬਲੱਡ ਪ੍ਰੈਸ਼ਰ ਦੀ ਗਿਰਾਵਟ ਦੇ ਕਾਰਨ ਹੈ ਅਤੇ ਬੱਚਿਆਂ ਵਿੱਚ ਫਲੋਬਿਨਸ ਦੇ ਤੌਰ ਤੇ ਪ੍ਰਦਰਸ਼ਿਤ ਕਰਦਾ ਹੈ। ਅਸੀਂ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਆਟੋ ਇੰਜੈਕਟਰ ਜਾਂ ਐਪੀਪੈਨ ਦੀ ਵਰਤੋਂ ਕਿਵੇਂ ਕਰੀਏ, ਜਿਹੜਾ ਕਿ ਬ੍ਰਾਂਡ ਨੇਮ ਹੈ। ਪਹਿਲਾ ਕਦਮ, ਸ਼ਾਂਤ ਰਹੋ, ਉਹਨਾਂ ਨਾਲ ਗੱਲਾਂ ਕਰਦੇ ਰਹੋ। ਦੂਜਾ ਕਦਮ, ਨੀਲੀ ਕੈਪ ਨੂੰ ਹਟਾਓ। ਤੀਜਾ ਕਦਮ, ਪੱਟ ਤੋਂ 10 ਸੈਂਟੀਮੀਟਰ ਦੀ ਦੂਰੀ ਤੇ ਪਕੜੋ ਅਤੇ ਮਜ਼ਬੂਤੀ ਨਾਲ ਪਕੜੋ। ਚੌਥਾ ਕਦਮ, ਐਪੀਪੈਨ ਨੂੰ ਜਗ੍ਹਾ ਤੇ ਰੱਖੋ। ਪੰਜਵਾਂ ਕਦਮ, ਐਪੀਪੈਨ ਨੂੰ ਹਟਾਓ ਅਤੇ ਟੀਕੇ ਵਾਲੀ ਥਾਂ ਤੇ ਮਸਾਜ ਕਰੋ। ਛੇਵਾਂ ਕਦਮ, 999 ਦੀ ਕਾਲ ਕਰੋ ਤੇ ਐਂਬੂਲੈਂਸ ਦੀ ਮੰਗ ਕਰੋ। ਦੱਸੋ ਕਿ ਤੁਹਾਡੇ ਕੋਲ ਐਨਾਫਿਲੈਕਸਿਸ ਦਾ ਮਰੀਜ਼ ਹੈ। ਕਲੋਏ ਦੀ ਪ੍ਰਤੀਕਿਰਿਆ ਬਾਰੇ ਤੱਥ। ਕਲੋਏ ਨੂੰ ਪ੍ਰਤੀਕਿਰਿਆ ਤੋਂ ਬਾਅਦ ਹਸਪਤਾਲ ਜਾਣਾ ਪਿਆ। ਉਸ ਕੋਲ 17 ਸਟੀਰੋਇਡਸ ਦੀ ਕਾਕਟੇਲ ਹੈ। ਕਲੋਏ ਨੂੰ ਹਮੇਸ਼ਾ ਦਿਲ ਦੇ ਮੋਨੀਟਰ ਤੇ ਰੱਖਣਾ ਹੁੰਦਾ ਹੈ। ਪ੍ਰਤੀਕਿਰਿਆ ਤੋਂ ਬਾਅਦ ਕਲੋਏ ਦੇ ਸਰੀਰ ਨੂੰ ਠੀਕ ਹੋਣ ਵਿੱਚ 2 ਹਫ਼ਤਿਆਂ ਦਾ ਸਮਾਂ ਲੱਗਦਾ ਹੈ। ਉਸ ਨੂੰ ਕਾਲਜ ਤੋਂ ਸਮਾਂ ਕੱਢਣਾ ਪਏਗਾ, ਜੋ ਤਣਾਅ ਨੂੰ ਵਧਾਉਂਦਾ ਹੈ ਅਤੇ ਇਹ ਕਿਤੇ ਵੀ ਹੋ ਸਕਦਾ ਹੈ, ਇੱਥੋਂ ਤੱਕ ਕਿ ਬਸ ਖਰੀਦਦਾਰੀ ਕਰਨ ਜਾਂ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਂਦੇ ਵੇਲੇ ਵੀ। ਉਹ ਇਹ ਬਹੁਤ ਵਧੀਆ ਹੈ। ਕੀ ਇਹ ਸਟ੍ਰਾਬੇਰੀ ਹੈ? ਨਹੀਂ, ਇਹ ਸਿਰਫ ਰੈਸਬੇਰੀ ਹੈ। ਉਹ ਨਹੀਂ, ਇਸ ਦਾ ਅਰਥ ਹੈ ਚਟਨੀ। ਕੀ ਤੁਹਾਨੂੰ ਪਤਾ ਹੈ ਕਿ ਚਟਨੀ ਕੀ ਹੈ? ਮੈਨੂੰ ਯਕੀਨ ਨਹੀਂ ਹੈ, ਮਾਫ ਕਰ। ਰੈਸਟੋਰੈਂਟ ਵਿੱਚ ਸਟਾਫ ਨੂੰ ਐਲਰਜੀ ਬਾਰੇ ਦੱਸੋ। ਲੋਕਾਂ ਨੂੰ ਆਪਣੀ ਐਲਰਜੀ ਬਾਰੇ ਦੱਸਣ ਤੋਂ ਨਾ ਡਰੋ, ਖਾਸ ਕਰ ਜਦੋਂ ਬਾਹਰ ਖਾਣਾ ਹੋਵੇ। ਜੇ ਤੁਹਾਨੂੰ ਸ਼ੱਕ ਹੈ ਤਾਂ ਬਿਹਤਰ ਹੈ ਖਾਣਾ ਨਾ ਖਾਓ। ਭੋਜਨ ਨੂੰ ਸੁਰੱਖਿਅਤ ਰੱਖਣਾ। ਐਲਰਜੀ ਰਹਿਤ ਖਾਣਾ ਪਕਾਉਣ ਲਈ ਪੂਰੇ ਤਰੀਕੇ ਨਾਲ ਵੱਖਰੇ ਸਮਰਪਿਤ ਉਪਕਰਨਾਂ ਦੀ ਵਰਤੋਂ ਕਰੋ। ਫਰਸ਼ ਨੂੰ ਚੰਗੇ ਤਰੀਕੇ ਨਾਲ ਸਾਫ਼ ਕਰੋ, ਤਾਜ਼ਾ ਸਾਫ਼ ਕੱਪੜਾ, ਸਾਬਣ ਅਤੇ ਗਰਮ ਪਾਣੀ ਦੇ ਨਾਲ। ਇਸ ਤੋਂ ਵੀ ਬਿਹਤਰ, ਐਲਰਜੀ ਫ੍ਰੀ ਖਾਣਾ ਪਕਾਉਣ ਦੇ ਲਈ ਬਿਲਕੁਲ ਵੱਖਰੇ ਖੇਤਰ ਦੀ ਵਰਤੋਂ ਕਰੋ। ਐਲਰਜੀ ਵਾਲਿਆਂ ਲਈ ਹੇਠਲੇ ਸੈਲਫ ਤੇ ਢੱਕਣ ਲੇਬਲ ਵਾਲੇ ਕੰਟੇਨਰਾਂ ਵਿੱਚ ਸੁਰੱਖਿਅਤ ਸਟੋਰ ਕਰਨਾ ਚਾਹੀਦੇ ਨੇ, ਸਪਲੇਜ ਦੁਆਰਾ ਗੰਦਗੀ ਨੂੰ ਘੱਟ ਕਰਨ ਦੇ ਲਈ। ਯਾਤਰਾ ਕਰਨਾ ਹਮੇਸ਼ਾ ਮੁਸ਼ਕਿਲ ਹੁੰਦਾ ਹੈ, ਇਸ ਲਈ ਅਸੀਂ ਹਮੇਸ਼ਾ ਇਸ ਗੱਲ ਨੂੰ ਤਰਜੀਹ ਦਿੰਦੇ ਹਾਂ ਕਿ ਸਟਾਫ ਦੇ ਇੱਕ ਮੈਂਬਰ ਨੂੰ ਐਲਰਜੀ ਦੀ ਗੰਭੀਰਤਾ ਬਾਰੇ ਦੱਸਿਆ ਜਾਏ, ਕਿਉਂਕਿ ਸਾਨੂੰ ਨਹੀਂ ਪਤਾ ਕਿ ਉਹ ਕਿਹੜੇ ਉਤਪਾਦ ਵੇਚਣ ਜਾ ਰਹੇ ਨੇ ਜਾਂ ਹੋਰ ਯਾਤਰੀ ਜੋ ਸਵਾਰ ਹੋਣ ਜਾ ਰਹੇ ਨੇ। ਤੇ ਇਸ ਸਥਿਤੀ ਵਿੱਚ ਅਸੀਂ 에ਅਰ ਹੋਸਟਸ ਨੂੰ ਸੱਦਾ ਦਿੱਤਾ, ਸਥਿਤੀ ਬਾਰੇ ਦੱਸਿਆ ਤੇ ਪਿਆਰ ਨਾਲ ਪੁੱਛਿਆ ਜੇ ਉਹ ਦੂਸਰੇ ਯਾਤਰੀਆਂ ਲਈ ਕੋਈ ਐਲਾਨ ਕਰ ਸਕਦੀ ਹੈ। ਉਸਨੇ ਫਿਰ ਮੈਨੂੰ ਰੋਕਿਆ ਤੇ ਕਿਹਾ, ਮੈਂ ਜਾਣਦੀ ਹਾਂ ਕਿ ਮੈਂ ਆਪਣਾ ਕੰਮ ਕਿਵੇਂ ਕਰਨਾ ਹੈ। ਅਸੀਂ ਕਿਹਾ ਠੀਕ ਹੈ। ਉਹ ਠੀਕ ਸੀ। ਸਾਨੂੰ ਅਜਿਹਾ ਲੱਗਿਆ ਕਿ ਉਹ ਥੋੜੇ ਗੁੱਸੇ ਸੁਭਾਅ ਦੀ ਸੀ ਅਤੇ ਫਿਰ ਉਸਦੀ ਆਵਾਜ਼ ਟਨੋਈ ਉੱਤੇ ਆਈ। ਸਾਰੀ ਔਰਤਾਂ ਤੇ ਮਰਦਾਂ ਨੂੰ ਨਮਸਤੇ। ਅੱਜ ਸ਼ਾਮ ਸਾਡੇ ਨਾਲ ਇੱਕ ਯਾਤਰੀ ਹੈ ਜਿਸ ਨੂੰ ਗੰਭੀਰ ਹਵਾਈ ਸਟ੍ਰਾਬੇਰੀ ਐਲਰਜੀ ਹੈ। ਇਸ ਦਾ ਮਤਲਬ ਹੈ ਕਿ ਅਸੀਂ ਤੁਹਾਨੂੰ ਦਿਆਲੂਤਾ ਨਾਲ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਕੋਈ ਵੀ ਸਟ੍ਰਾਬੇਰੀ ਉਤਪਾਦ ਖੋਲ੍ਹਣ ਤੋਂ ਗੁਰੇਜ਼ ਕਰੋ। ਇਸ ਦਾ ਮਤਲਬ ਹੈ ਕਿ ਅਸੀਂ ਆਪਣਾ ਕੋਈ ਵੀ ਸਟ੍ਰਾਬੇਰੀ ਉਤਪਾਦ ਨਹੀਂ ਵੇਚ ਸਕਦੇ, ਜਿਵੇਂ ਗੁਲਾਬ ਵਾਈਨ, ਸਟ੍ਰਾਬੇਰੀ ਅਤਰ ਅਤੇ ਸਾਡੀ ਅੱਜ ਦੀ ਖਾਸ ਪੇਸ਼ਕਸ਼ ਸਟ੍ਰਾਬੇਰੀ ਮਿਠਾਈਆਂ ਜੋ ਕਿ ਹੁਣ ਵੈਲਿਡ ਨਹੀਂ ਹਨ। ਮੈਨੂੰ ਪਤਾ ਹੈ। ਲੋਕ ਅਸਲ ਵਿੱਚ ਹੱਸਣ ਤੇ ਕਹਿਣ ਲੱਗ ਪਏ ਉਹ ਐਲਰਜੀ ਸ਼ਾਇਦ ਇੱਕ ਮਜ਼ਾਕ ਹੈ। ਇਸ ਲਈ ਮੈਂ ਫਿਰ ਜਾ ਕੇ ਉਸ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਸਥਿਤੀ ਬਾਰੇ ਕਿਵੇਂ ਮਹਿਸੂਸ ਹੋਇਆ। ਰੀਲ ਦੀ ਕਹਾਣੀ ਇਹ ਸੀ ਕਿ ਸਾਡੇ ਵਿੱਚੋਂ ਇੱਕ ਸਮੂਹ ਸਕੂਲ ਨਾਲ ਲੰਡਨ ਜਾ ਰਿਹਾ ਸੀ ਅਤੇ ਉੱਥੇ ਇੱਕ ਯਾਤਰੀ ਸੀ ਜਿਸ ਕੋਲ ਸਟ੍ਰਾਬੇਰੀ ਸੀ।
ਅਤੇ ਅਧਿਆਪਕ ਸੱਚਮੁੱਚ ਨਾਟਕੀ ਸੀ। स्ट्रॉबेरी सारे लोग नीचे उतरो, ऐसे वेले नीचे ਹਰ उतरो। ਕੋਈ ਉਸ ਟ੍ਰੇਨ ਵਿੱਚ ਕਹਿ ਰਿਹਾ ਸੀ ਇਹ ਕੀ ਹੋ ਰਿਹਾ ਹੈ ਅਤੇ ਅਧਿਆਪਕ ਲੋਕਾਂ ਨੂੰ ਰਸਤੇ ਤੋਂ ਬਾਹਰ ਤੱਕ ਰਿਹਾ ਸੀ ਤੇ ਅਸਲੀ ਵਿੱਚ ਨਾਟਕੀ ਸੀ ਅਤੇ ਅਸੀਂ ਕੁਝ ਨਹੀਂ ਕੀਤਾ ਪਰ ਹੱਸਦੇ ਰਹੇ। ਪਰ ਵੈਸੇ ਵੀ ਸਭ ਕੁਝ ਹੋਣ ਤੋਂ ਬਾਅਦ ਇਸ ਦਾ ਮਤਲਬ ਇਹ ਹੋਇਆ ਕਿ ਅਸੀਂ ਪਹਿਲੀ ਕਲਾਸ ਵਿੱਚ ਆ ਗਏ, ਰੇਲ ਵਿੱਚ, ਜੋ ਕਿ ਚੰਗਾ ਸੀ। ਜਦੋਂ ਵੀ ਮੈਂ ਪੀਣ ਜਾਂਦੀ ਹਾਂ ਤਾਂ ਮੈਂ ਆਪਣੀ ਐਲਰਜੀ ਬਾਰੇ ਸੋਚਦੀ ਹਾਂ। हाल है? ਤੁਸੀਂ ਮੈਨੂੰ ਮੇਰੀ ਸਟ੍ਰਾਬੇਰੀ ਮਾਰਟਨੀ ਛਿੜਕਾਈ, ਮੈਂ ਤੈਨੂੰ ਮਾਰ ਦੇਵਾਂਗੀ। ਮੈਂ ਆਪਣੀ ਐਲਰਜੀ ਬਾਰੇ ਨਵੇਂ ਦੋਸਤਾਂ ਨੂੰ ਦੱਸਣ ਬਾਰੇ ਚਿੰਤਤ ਹਾਂ। ਮੈਨੂੰ ਚਿੰਤਾ ਹੈ ਕਿ ਲੋਕ ਮੇਰੇ ਬਾਰੇ ਕੀ ਕਹਿ ਸਕਦੇ ਨੇ। ਮੈਨੂੰ ਆਪਣੀ ਐਪੀਪੈਨ ਨੂੰ ਭੁੱਲਣ ਦੀ ਚਿੰਤਾ ਹੁੰਦੀ ਹੈ। ਮੈਂ ਇਕੱਲੇ ਰਹਿਣ ਅਤੇ ਪ੍ਰਤੀਕਰਮ ਹੋਣ ਬਾਰੇ ਚਿੰਤਤ ਹਾਂ। ਇਹ ਮੈਨੂੰ ਕਈ ਵਾਰ ਇਕੱਲਾਪਨ ਮਹਿਸੂਸ ਕਰਾ ਸਕਦੀ ਹੈ, ਕਿਉਂਕਿ ਜਿੱਥੇ ਵੀ ਤੁਸੀਂ ਜਾਂਦੇ ਹੋ ਹਮੇਸ਼ਾ ਇਹ ਗੱਲ ਤੁਹਾਡੇ ਦਿਮਾਗ ਵਿੱਚ ਹੁੰਦੀ ਹੈ। ਤੁਹਾਨੂੰ ਲੋਕਾਂ ਨੂੰ ਦੱਸਣਾ ਪਏਗਾ ਤੇ ਆਪਣੇ ਆਲੇ ਦੁਆਲੇ ਦੀ ਚੀਜ਼ਾਂ ਬਾਰੇ ਜਾਣੂ ਹੋਣਾ ਪਏਗਾ ਅਤੇ ਇਹ ਤੁਹਾਨੂੰ ਕਾਫੀ ਵੱਖਰਾ ਮਹਿਸੂਸ ਕਰਾ ਸਕਦਾ ਹੈ, ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਇਸ ਬਾਰੇ ਸੋਚਣ ਦੀ ਜ਼ਰੂਰਤ ਨਹੀਂ, ਪਰ ਤੁਸੀਂ ਕਰਦੇ ਹੋ। ਮੈਂ ਜਾਣਦੀ ਹਾਂ ਸਾਡੀ ਦੂਜੀ ਭੈਣ ਲੂਸੀ, ਅਸੀਂ ਪਿਛਲੇ ਸਮੇਂ ਵਿੱਚ ਇਸ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ। ਜਦੋਂ ਵੀ ਅਸੀਂ ਆਪਣੀ ਮੰਮੀ ਤੋਂ ਕੁਝ ਮੈਸੇਜ ਜਾਂ ਕਾਲ ਪ੍ਰਾਪਤ ਕਰਦੇ ਹਾਂ, ਸਾਡਾ ਤੁਰੰਤ ਜਵਾਬ ਹੁੰਦਾ ਹੈ ਇਹ ਕਲੋਏ ਹੋਏਗੀ। ਅਤੇ ਤੁਸੀਂ ਜਾਣਦੇ ਹੋ, ਅਸੀਂ ਉਸ ਦਿਨ ਤੋਂ ਡਰਦੇ ਹਾਂ ਜਦੋਂ ਸਾਨੂੰ ਫੋਨ ਆਇਆ ਤੇ ਅਸੀਂ ਹੁਣ ਦਿਨ ਨਹੀਂ ਰਹੇ, ਹੁਣ ਸਿਰਫ 2 ਹੀ ਹਨ। ਤੁਸੀਂ ਜਾਣਦੇ ਹੋ, ਖਤਰਾ ਹਮੇਸ਼ਾ ਹੀ ਹੈ ਅਤੇ ਇਹ ਮੈਨੂੰ ਡਰ ਨਾਲ ਭਰ ਦਿੰਦਾ ਹੈ, ਕਿਉਂਕਿ ਮੈਂ ਉਸ ਨੂੰ ਬਹੁਤ ਪਿਆਰ ਕਰਦੀ ਹਾਂ। ਕਾਨੂੰਨ ਵਿੱਚ ਮੰਨਿਆ ਜਾਂਦਾ ਹੈ ਕਿ ਇੱਥੇ 14 ਫੂਡ ਐਲਰਜਨਸ ਹਨ। ਇਹ ਹਨ ਸੈਲਰੀ, ਗਲੂਟਨ ਵਾਲਾ ਸੀਰੀਅਲ, क्रस्टेशियंस, अंडे, मच्छी, ल्यूपिन, दूध, मॉलस्क, राई, नट्स, मूंगफली, तिल के बीज, सोया ਅਤੇ ਸਲਫਰ ਡਾਈਆਕਸਾਈਡ, ਜੋ ਕਈ ਵਾਰ ਸਲਫਾਈਡਸ ਵਜੋਂ ਜਾਣਿਆ ਜਾਂਦਾ ਹੈ। ਦੂਸਰੇ ਭੋਜਨ ਵੀ ਹਨ ਜੋ ਐਲਰਜੀ ਦੀਆਂ ਪ੍ਰਤੀਕਿਰਿਆਵਾਂ ਦਾ ਕਾਰਨ ਬਣਦੇ ਹਨ, ਜਿਵੇਂ ਕਿ ਸਟ੍ਰਾਬੇਰੀ, ਕੀਵੀ, ਮਸ਼ਰੂਮਸ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ। ਕੁਝ ਐਲਰਜੀਨਸ ਛੁਪੇ ਵੀ ਹੋ ਸਕਦੇ ਹਨ, ਜਿਵੇਂ ਕਿ ਸਟ੍ਰਾਬੇਰੀ ਫਲਾਂ ਦੇ ਰਸ ਵਰਗੀ ਤੱਤਾਂ ਵਿੱਚ ਛੁਪੀ ਹੋ ਸਕਦੀ ਹੈ ਜਾਂ ਫਲਾਂ ਦੀ ਸ਼ੱਕਰ। ਖਾਣੇ ਦੇ ਲੇਬਲ ਨੂੰ ਚੈੱਕ ਕਰੋ। ਮਾਨਤਾ ਪ੍ਰਾਪਤ ਐਲਰਜੀਨਸ ਉਜਾਗਰ ਕੀਤੇ ਜਾਣਗੇ, ਵਿੱਚ ਹੋ ਸਕਦਾ ਹੈ ਚੇਤਾਵਨੀ ਵੀ ਵੇਖੋ। ਐਲਰਜੀ ਪ੍ਰਤੀਕਿਰਿਆ ਹਲਕੇ, ਦਰਮਿਆਨੀ ਜਾਂ ਗੰਭੀਰ ਹੋ ਸਕਦੇ ਹਨ। ਕੁਝ ਮਾਮਲਿਆਂ ਵਿੱਚ ਇਹ ਜਾਨਲੇਵਾ ਵੀ ਹੋ ਸਕਦੇ ਹਨ। ਇਸੇ ਨੂੰ ਐਨਾਫਿਲੈਕਸਿਸ ਕਿਹਾ ਜਾਂਦਾ ਹੈ। ਹਰ ਸਾਲ 20,000 ਤੋਂ ਵੱਧ ਲੋਕ ਐਲਰਜੀ ਨਾਲ ਹਸਪਤਾਲ ਵਿੱਚ ਦਾਖਲ ਹੁੰਦੇ ਨੇ। 6 ਤੋਂ 8% ਬੱਚਿਆਂ ਨੂੰ ਭੋਜਨ ਤੋਂ ਐਲਰਜੀ ਹੁੰਦੀ ਹੈ। ਸਭ ਤੋਂ ਆਮ ਐਲਰਜੀ ਬੂਰ ਹਨ। ਦੁੱਧ, ਕਣਕ, ਗਲੂਟਨ, ਨਟਸ, ਫਲ ਅਤੇ ਅੰਡੇ। ਐਲਰਜੀ ਵਾਲੇ ਲੋਕ ਕੁਝ ਹੀ ਮਿੰਟਾਂ ਵਿੱਚ ਆਪਣੀ ਪ੍ਰਤੀਕਿਰਿਆ ਦੇ ਸੰਕੇਤ ਦਿਖਾਉਂਦੇ ਹਨ, ਜਦਕਿ ਕੁਝ 2 ਘੰਟੇ ਬਾਅਦ। ਕੁਝ ਲੋਕਾਂ ਵਿੱਚ ਐਲਰਜੀ ਹੋਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ, ਕਿਉਂਕਿ ਉਹਨਾਂ ਦੇ ਪਰਿਵਾਰ ਵਿੱਚ ਚੱਲਦੀ ਹੈ। ਮੁੰਡਿਆਂ ਵਿੱਚ ਇਹ ਕੁੜੀਆਂ ਨਾਲੋਂ ਜ਼ਿਆਦਾ ਐਲਰਜੀ ਹੋਣ ਦੀ ਸੰਭਾਵਨਾ ਹੁੰਦੀ ਹੈ। ਮਾਂ ਹੋਣ ਦੇ ਨਾਤੇ ਜਦੋਂ ਤੁਹਾਡਾ ਬੱਚਾ ਤੁਹਾਡੀ ਬਾਹਾਂ ਵਿੱਚ ਹੁੰਦਾ ਹੈ, ਤੁਸੀਂ ਚਿੰਤਾ ਕਰਦੇ ਹੋ। ਹਰ ਮਾਂ-ਪਿਓ ਕਰਦੇ ਹਨ। ਮੈਨੂੰ ਪਤਾ ਹੈ, ਜਾਨਲੇਵਾ ਸਥਿਤੀ ਵਾਲੇ ਬੱਚੇ ਦੀ ਦੇਖਭਾਲ ਕਰਨਾ ਮੁਸ਼ਕਿਲ ਹੋ ਸਕਦਾ ਹੈ। ਕੁਝ ਦਿਨ ਦੂਜਿਆਂ ਨਾਲੋਂ ਆਸਾਨ ਹੁੰਦੇ ਹਨ, ਕੁਝ ਦਿਨ ਇੰਨੇ ਆਸਾਨ ਨਹੀਂ ਹੁੰਦੇ।
ਚਿੰਤਾ ਉਹ ਚੀਜ਼ ਹੈ ਜਿਸ ਨਾਲ ਮੈਂ ਰਹਿਣਾ ਸਿੱਖਿਆ ਹੈ। ਮੈਂ ਹਰ ਪ੍ਰਤੀਕਰਮ ਨਾਲ ਨਜਿੱਠਣ ਦੀ ਕੋਸ਼ਿਸ਼ ਕਰਦੀ ਹਾਂ। ਮੈਂ ਸੋਚਣ ਦੀ ਕੋਸ਼ਿਸ਼ ਨਹੀਂ ਕਰਦੀ ਕਿ ਅੱਗੇ ਕੀ ਹੈ। ਹਰ ਮਾਂ-ਪਿਓ ਦਾ ਸਭ ਤੋਂ ਬੁਰਾ ਸੁਪਨਾ ਉਹ ਹੁੰਦਾ ਹੈ ਕਿ ਉਹ ਆਪਣੇ ਬੱਚੇ ਨੂੰ ਗਵਾ ਸਕਦੇ ਹਨ। ਮੇਰਾ ਕੰਮ ਕਲੋਈ ਨੂੰ ਸੁਰੱਖਿਅਤ ਰੱਖਣਾ ਹੈ। ਮੈਂ ਸਿਰਫ ਇੱਕ ਹੀ ਜਗ੍ਹਾ ਦੀ 100% ਗਾਰੰਟੀ ਲੈ ਸਕਦੀ ਹਾਂ ਕਿ ਕਲੋਈ ਸੁਰੱਖਿਅਤ ਹੈ, ਉਹ ਹੈ ਸਾਡਾ ਘਰ। ਹਰ ਵਾਰ ਜਦੋਂ ਕਲੋਈ ਘਰ ਤੋਂ ਬਾਹਰ ਜਾਂਦੀ ਹੈ, ਮੈਂ ਉਸਨੂੰ ਇੱਕ ਜਾਨੂ ਚੋਣ ਕਰਦੀ ਹਾਂ ਜੋ ਉਸਨੂੰ ਸੰਭਵ ਤੌਰ ਤੇ ਆਮ ਜ਼ਿੰਦਗੀ ਜੀ ਸਕੇ। ਕਲੋਈ ਲਈ ਮੇਰੀ ਉਮੀਦ ਇਹ ਹੈ ਕਿ ਉਹ ਅਜੇ ਵੀ ਆਪਣੀ ਐਨਾਫਿਲੈਕਸਿਸ ਨੂੰ ਵਧਾ ਸਕਦੀ ਹੈ। ਇਹ ਘੱਟ ਅਤੇ ਘੱਟ ਦਿਖਾਈ ਦੇ ਰਿਹਾ ਹੈ, ਪਰ ਮੈਨੂੰ ਅਜੇ ਵੀ ਉਮੀਦ ਹੈ। ਕਲੋਈ ਲਈ ਮੇਰਾ ਸੁਪਨਾ ਇਹ ਹੈ ਕਿ ਉਹ ਇੱਕ ਖੁਸ਼ਹਾਲ ਸੰਪੂਰਨ ਜ਼ਿੰਦਗੀ ਜੀਵੇ, ਕਿ ਉਸਦੇ ਸਾਰੇ ਸੁਪਨੇ ਪੂਰੇ ਹੋਣ। ਕਲੋਈ ਲਈ ਮੇਰੀ ਇੱਛਾ ਹੈ ਕਿ ਉਹ ਸੁਰੱਖਿਅਤ ਅਤੇ ਚੰਗੀ ਰਹੇ, ਜੋ ਲੋਕ ਸਮਝਦੇ ਰਹਿਣਗੇ ਅਤੇ ਸਾਰੀ ਉਮਰ ਉਸਦੀ ਸਥਿਤੀ ਦਾ ਸਮਰਥਨ ਕਰਨਗੇ। ਕਾਨੂੰਨ ਕੀ ਕਹਿੰਦਾ ਹੈ? ਤਾਂ ਫਿਰ ਕਾਨੂੰਨ ਕੀ ਕਹਿੰਦਾ ਹੈ? ਇਹ ਕਹਿੰਦਾ ਹੈ ਭੋਜਨ ਕਾਰੋਬਾਰਾਂ ਨੂੰ ਲਾਜ਼ਮੀ ਤੌਰ ਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜੋ ਉਹ ਤਿਆਰ ਕਰਦੇ ਹਨ ਜਾਂ ਤਿਆਰ ਕੀਤਾ ਹੋਇਆ ਸੁਰੱਖਿਅਤ ਹਨ। ਐਲਰਜੀਨ ਸੰਬੰਧੀ ਵੱਖੋ ਵੱਖਰੀਆਂ ਜ਼ਰੂਰਤਾਂ ਹਨ, ਇਸ ਗੱਲ ਤੇ ਨਿਰਭਰ ਕਰਦਿਆਂ ਕਿ ਖਪਤਕਾਰਾਂ ਨੂੰ ਭੋਜਨ ਕਿਵੇਂ ਪੇਸ਼ ਕੀਤਾ ਜਾਂਦਾ ਹੈ। ਬਾਅਦ ਵਿੱਚ ਇਹਨਾਂ ਬਾਰੇ ਵਧੇਰੇ ਵੇਰਵੇ ਪ੍ਰਦਾਨ ਕੀਤੇ ਜਾਣਗੇ। ਜੇ ਕਿਸੇ ਗ੍ਰਾਹਕ ਨੂੰ ਦੱਸਿਆ ਜਾਂਦਾ ਹੈ ਕਿ ਭੋਜਨ ਉਹਨਾਂ ਦੇ ਦੱਸੇ ਐਲਰਜੀਨ ਤੋਂ ਮੁਕਤ ਹੈ ਅਤੇ ਇਹ ਨਹੀਂ ਹੈ, ਤਾਂ ਉਹਨਾਂ ਨੂੰ ਗਲਤ ਢੰਗ ਨਾਲ ਲਿਖਿਆ ਅਤੇ ਅਸੁਰੱਖਿਅਤ ਭੋਜਨ ਸਪਲਾਈ ਕੀਤਾ ਗਿਆ ਹੈ। ਭੋਜਨ ਦਾ ਸਹੀ ਵੇਰਵਾ ਦੇਣਾ ਲਾਜ਼ਮੀ ਹੈ ਅਤੇ ਭੋਜਨ ਦੇ ਵੇਰਵੇ ਗਲਤ ਜਾਂ ਗੁੰਮਰਾਹਕੁਨ ਨਹੀਂ ਹੋਣੇ ਚਾਹੀਦੇ। ਖਪਤਕਾਰਾਂ ਵਿੱਚ ਐਲਰਜੀਨਿਕ ਤੱਤਾਂ ਦੀ ਮੌਜੂਦਗੀ ਬਾਰੇ ਉਹਨਾਂ ਨੂੰ ਦਿੱਤੀ ਗਈ ਭੋਜਨ ਵਿੱਚ ਐਲਰਜੀਨਿਕ ਤੱਤਾਂ ਦੀ ਮੌਜੂਦਗੀ ਬਾਰੇ ਉਹਨਾਂ ਨੂੰ ਦਿੱਤੀ ਗਈ ਕੋਈ ਵੀ ਜਾਣਕਾਰੀ ਸਹੀ ਹੋਣੀ ਚਾਹੀਦੀ ਹੈ। ਕਿਸੇ ਮਾਲਕ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਕਰਮਚਾਰੀਆਂ ਅਤੇ ਹੋਰ ਲੋਕਾਂ ਦੀ ਸਿਹਤ, ਸੁਰੱਖਿਆ ਅਤੇ ਭਲਾਈ ਦੀ ਰੱਖਿਆ ਕਰੇ ਜੋ ਉਹਨਾਂ ਦੇ ਕਾਰੋਬਾਰ ਤੋਂ ਪ੍ਰਭਾਵਿਤ ਹੋ ਸਕਦੇ ਹਨ। ਮਾਲਕਾਂ ਨੂੰ ਉਹ ਜ਼ਰੂਰ ਕਰਨਾ ਚਾਹੀਦਾ ਹੈ ਜੋ ਇਸ ਨੂੰ ਪ੍ਰਾਪਤ ਕਰਨ ਲਈ ਉਚਿਤ ਤੌਰ ਤੇ ਵਿਵਹਾਰਕ ਹੋਵੇ। ਕਿਸੇ ਮੌਤ ਦੀ ਸਥਿਤੀ ਵਿੱਚ ਪੁਲਿਸ ਲਈ ਇਹ ਵੀ ਸੰਭਵ ਹੈ ਕਿ ਉਹ ਘੋਰ ਅਣਗਹਿਲੀ ਨਾਲ ਕਤਲੇਆਮ ਦੇ ਦੋਸ਼ ਲਾਏ। ਘੋਰ ਅਣਗਹਿਲੀ ਨਾਲ ਕਤਲੇਆਮ ਵਾਪਰ ਸਕਦਾ ਹੈ ਜਦੋਂ ਕਿਸੇ ਦੀ ਅਤਿ ਲਾਪਰਵਾਹੀ ਨਾਲ ਕਿਸੇ ਨੂੰ ਮਾਰਿਆ ਜਾਂਦਾ ਹੈ, ਭਾਵੇਂ ਉਸ ਵਿਅਕਤੀ ਨੂੰ ਮਾਰਨ ਜਾਂ ਨੁਕਸਾਨ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਜਿਹੜਾ ਵਿਅਕਤੀ ਨੁਕਸਾਨ ਪਹੁੰਚਾਉਂਦਾ ਹੈ ਉਸ ਨੂੰ ਉਸ ਦੇ ਕੰਮਾਂ ਦੇ ਨਤੀਜੇ ਵਜੋਂ ਜਾਂ ਅਮਲ ਕਰਨ ਵਿੱਚ ਅਸਫਲ ਹੋਣ ਤੇ ਘੋਰ ਲਾਪਰਵਾਹੀ ਮੰਨਿਆ ਜਾ ਸਕਦਾ ਹੈ, ਜੋ ਕਿ ਉਸ ਨੂੰ ਹੋਣਾ ਚਾਹੀਦਾ ਹੈ। ਉਪਰੋਕਤ ਵਿੱਚੋਂ ਕਿਸੇ ਇੱਕ ਦੀ ਪਾਲਣਾ ਕਰਨ ਵਿੱਚ ਅਸਫਲਤਾ ਅਪਰਾਧਿਕ ਅਪਰਾਧ ਹਨ ਅਤੇ ਇਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਨਾ ਭੁੱਲੋ। ਇਹ ਨਾ ਭੁੱਲੋ ਕਿ ਜੇ ਤੁਸੀਂ ਕਿਸੇ ਗਾਹਕ ਨੂੰ ਕਹਿੰਦੇ ਹੋ ਕਿ ਭੋਜਨ ਉਹਨਾਂ ਦੇ ਦੱਸੇ ਐਲਰਜੀਨ ਤੋਂ ਮੁਕਤ ਹੈ ਅਤੇ ਇਹ ਨਹੀਂ ਹੈ, ਤਾਂ ਤੁਸੀਂ ਗਲਤ ਲਿਖਤ ਅਤੇ ਅਸੁਰੱਖਿਅਤ ਭੋਜਨ ਵੇਚ ਦਿੱਤਾ ਹੈ। ਇਹ ਲਾਗੂ ਹੁੰਦਾ ਹੈ ਕਿ ਕੀ ਐਲਰਜੀਨ 14 ਐਲਰਜੀਨਾਂ ਵਿੱਚੋਂ ਇੱਕ ਹੈ ਜੋ ਕਾਨੂੰਨ ਦੁਆਰਾ ਘੋਸ਼ਿਤ ਕੀਤੇ ਜਾਣ ਦੀ ਜ਼ਰੂਰਤ ਹੈ ਜਾਂ ਨਹੀਂ। ਐਲਰਜੀਨ ਵੱਡੇ 14 ਕਾਨੂੰਨ ਫੂਡ ਬਿਜ਼ਨਸ ਆਪਰੇਟਰਾਂ ਨੂੰ ਖਪਤਕਾਰਾਂ ਨੂੰ ਸੂਚਿਤ ਕਰਨ ਦੀ ਮੰਗ ਕਰਦਾ ਹੈ ਜੇ ਕਾਨੂੰਨ ਦੁਆਰਾ ਘੋਸ਼ਿਤ ਕੀਤੇ ਜਾਣ ਵਾਲੇ 14 ਐਲਰਜੀਨਾਂ ਵਿੱਚੋਂ ਕੋਈ ਵੀ ਜਾਂ ਇਸ ਦੇ ਉਤਪਾਦ ਉਹ ਖਾਣ ਪੀਣ ਵਾਲੇ ਪਦਾਰਥਾਂ ਵਿੱਚ ਮੌਜੂਦ ਹਨ ਜੋ ਕਿ ਉਹ ਵੇਚਦੇ ਹਨ। ਇਹ ਐਡੀਟਿਵਜ਼, ਪ੍ਰੋਸੈਸਿੰਗ ਏਡਸ ਅਤੇ ਕਿਸੇ ਹੋਰ ਪਦਾਰਥਾਂ ਤੇ ਵੀ ਲਾਗੂ ਹੁੰਦਾ ਹੈ ਜੋ ਅੰਤਮ ਉਤਪਾਦ ਵਿੱਚ ਮੌਜੂਦ ਹਨ। 14 ਐਲਰਜੀਨ ਹਨ:
ਗਲੂਟਨ ਵਾਲੇ ਸੀਰੀਅਲ ਜਿਵੇਂ ਕਿ ਜੌਂ ਅਤੇ ਜਵੀ, ਕ੍ਰਾਸਟੀਸੀਅਨ ਜਿਵੇਂ ਪ੍ਰਾਨ, ਕਰਾਬ ਅਤੇ ਲਾਬਸਟਰ, ਅੰਡੇ, ਅਜਵਾਇਨ, ਦੁੱਧ, ਮੱਛੀ, ਟਰੀ ਨਟਸ ਜਿਵੇਂ ਕਿ ਬਦਾਮ, ਹੇਜ਼ਲਨਟਸ, ਅਖਰੋਟ, ਬ੍ਰਾਜ਼ੀਲ ਗਿਰੀ, ਕਾਜੂ, ਪੈਕਨ, ਪਿਸਤਾ ਅਤੇ ਮਕਾਦਮੀਆ ਨਟਸ, ਸਲਫਰ ਡਾਈਆਕਸਾਈਡ, ਸਲਫਾਈਡਸ, ਸੋਇਆ, ਤਿਲ ਜਿਵੇਂ ਕਿ ਤਿਲ ਅਤੇ ਤਿਲ ਦਾ ਤੇਲ, ਮੂੰਗਫਲੀ, ਰਾਈ, ਲੂਪਿਨ ਅਤੇ ਮੋਲਕਸ ਜਿਵੇਂ ਕਿ ਮਾਸਪੇਸ਼ੀਆਂ ਅਤੇ ਸਿੱਪੀਆਂ। ਐਲਰਜੀਨ ਦੀ ਜਾਣਕਾਰੀ ਕਿਵੇਂ ਪ੍ਰਦਾਨ ਕੀਤੀ ਜਾ ਸਕਦੀ ਹੈ? ਇਸ ਤੇ ਨਿਰਭਰ ਕਰਦਾ ਹੈ ਕਿ ਭੋਜਨ ਹੈ ਪਹਿਲਾਂ ਹੀ ਪੈਕ ਕੀਤਾ ਹੋਇਆ ਪ੍ਰੀ ਪੈਕਡ, ਸਿੱਧੀ ਵਿਕਰੀ ਲਈ ਪ੍ਰੀ ਪੈਕਡ ਜਾਂ ਗੈਰ ਪ੍ਰੀ ਪੈਕਡ। ਫੂਡ ਲੇਬਲਿੰਗ ਪ੍ਰੀ ਪੈਕਡ ਭੋਜਨ। ਤਾਂ ਫਿਰ ਪ੍ਰੀ ਪੈਕਡ ਭੋਜਨ ਲਈ ਲੇਬਲਿੰਗ ਦੀਆਂ ਜ਼ਰੂਰਤਾਂ ਕੀ ਹਨ? ਪ੍ਰੀ ਪੈਕਡ ਖਾਣਿਆਂ ਦੀਆਂ ਉਦਾਹਰਣਾਂ ਵਿੱਚ ਸੂਪ ਦਾ ਇੱਕ ਟੀਨ, ਮੇਅਨੀਜ਼ ਦੀ ਸ਼ੀਸ਼ੀ, ਨੂਡਲਸ ਦਾ ਇੱਕ ਪੈਕੇਟ ਅਤੇ ਡੱਬਾਬੰਦ ਸੌਫਟ ਡਰਿੰਕ ਆਮ ਤੌਰ ਤੇ ਇੱਕ ਸੁਪਰਮਾਰਕੀਟ ਵਿੱਚ ਵੇਚੇ ਜਾਂਦੇ ਹਨ। ਪ੍ਰੀ ਪੈਕਡ ਉਤਪਾਦ ਵਿਕਰੀ ਤੋਂ ਪਹਿਲਾਂ ਪੈਕਿੰਗ ਵਿੱਚ ਪਏ ਕਿਸੇ ਵੀ ਭੋਜਨ ਦਾ ਹਵਾਲਾ ਦਿੰਦੇ ਹਨ। ਭੋਜਨ ਇਸ ਤੋਂ ਪਹਿਲਾਂ ਤਿਆਰ ਕੀਤਾ ਜਾਂਦਾ ਹੈ ਜਾਂ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ਤੇ ਪੈਕਿੰਗ ਨਾਲ ਜੁੜਿਆ ਹੋਇਆ ਹੈ। ਪੈਕੇਜਿੰਗ ਖੋਲ੍ਹਣ ਜਾਂ ਬਦਲੇ ਬਿਨਾਂ ਬਦਲਿਆ ਨਹੀਂ ਜਾ ਸਕਦਾ। ਵਿਕਰੀ ਲਈ ਤਿਆਰ ਹੈ। ਪ੍ਰੀ ਪੈਕਡ ਭੋਜਨ ਉੱਤੇ ਪੂਰੀ ਲੇਬਲਿੰਗ ਹੋਣੀ ਚਾਹੀਦੀ ਹੈ, ਭੋਜਨ ਦਾ ਨਾਮ ਅਤੇ ਇੱਕ ਸਮੱਗਰੀ ਦੀ ਸੂਚੀ ਸਮੇਤ। ਉਤਪਾਦ ਵਿੱਚ ਮੌਜੂਦ ਐਲਰਜੀਨਾਂ ਤੇ ਹਰ ਵਾਰ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਜਦੋਂ ਕਿ ਉਹ ਸਮੱਗਰੀ ਦੀ ਸੂਚੀ ਵਿੱਚ ਦਿਖਾਈ ਦਿੰਦੇ ਹਨ। ਉਦਾਹਰਣ ਲਈ ਬੋਲਡ, ਤਿਰਛੇ ਜਾਂ ਰੰਗੀਨ ਕਿਸਮ ਦੀ ਵਰਤੋਂ ਕਰਕੇ ਐਲਰਜੀਨ ਸਮੱਗਰੀ ਨੂੰ ਲੱਭਣਾ ਆਸਾਨ ਬਣਾਉਂਦੇ ਹਨ। ਪੈਕ ਕੀਤਾ ਹੋਇਆ ਭੋਜਨ ਵੇਚਣ ਵਾਲੇ ਕਾਰੋਬਾਰ ਜੋ ਕਿ ਦੁਨੀਆ ਦੀ ਵਿਕਰੀ ਦੁਆਰਾ ਵੇਚੇ ਜਾਂਦੇ ਹਨ। ਉਦਾਹਰਣ ਲਈ ਖਾਣਾ ਜੋ ਆਨਲਾਈਨ, ਮੇਲ ਦੁਆਰਾ ਜਾਂ ਟੈਲੀਫੋਨ ਦੁਆਰਾ ਮੰਗਿਆ ਜਾਂਦਾ ਹੈ ਅਤੇ ਫਿਰ ਉਪਭੋਗਤਾ ਨੂੰ ਸੌਂਪਿਆ ਜਾਂਦਾ ਹੈ। ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੁੰਦੀ ਹੈ ਕਿ ਉਤਪਾਦ ਖਰੀਦਣ ਤੋਂ ਪਹਿਲਾਂ ਐਲਰਜੀ ਸੰਬੰਧੀ ਜ਼ਰੂਰੀ ਜਾਣਕਾਰੀ ਖਪਤਕਾਰਾਂ ਨੂੰ ਉਪਲਬਧ ਹੋਵੇ। ਇਹ ਜਾਣਕਾਰੀ ਕਿਸੇ ਵੈਬਸਾਈਟ ਜਾਂ ਕੈਟਾਲੌਗ ਵਿੱਚ ਸ਼ਾਮਿਲ ਕੀਤੀ ਜਾ ਸਕਦੀ ਹੈ। ਡਾਇਰੈਕਟ ਸੇਲ ਫੂਡ ਲਈ ਕੀ ਪ੍ਰੀ ਪੈਕਡ ਕੀਤਾ ਜਾਂਦਾ ਹੈ? ਸਿੱਧੇ ਵਿਕਰੀ ਵਾਲੇ ਭੋਜਨ ਲਈ ਪ੍ਰੀ ਪੈਕਡ ਕੀਤਾ ਜਾਂਦਾ ਹੈ ਉਹ ਭੋਜਨ ਹੈ ਜੋ ਉਸੇ ਜਗ੍ਹਾ ਤੇ ਪੈਕ ਕੀਤਾ ਜਾਂਦਾ ਹੈ ਜੋ ਇਸ ਨੂੰ ਪੇਸ਼ ਕੀਤਾ ਜਾਂਦਾ ਹੈ ਜਾਂ ਖਪਤਕਾਰਾਂ ਨੂੰ ਵੇਚਿਆ ਜਾਂਦਾ ਹੈ ਅਤੇ ਇਸ ਪੈਕਿੰਗ ਵਿੱਚ ਇਸ ਦਾ ਆਰਡਰ ਜਾਂ ਚੋਣ ਹੋਣ ਤੋਂ ਪਹਿਲਾਂ ਹੈ। ਇਸ ਵਿੱਚ ਉਹ ਭੋਜਨ ਸ਼ਾਮਿਲ ਹੋ ਸਕਦਾ ਹੈ ਜੋ ਉਪਭੋਗਤਾ ਆਪਣੇ ਆਪ ਨੂੰ ਪ੍ਰਦਰਸ਼ਿਤ ਯੂਨਿਟ ਤੋਂ ਚੁਣਦੇ ਹਨ ਅਤੇ ਨਾਲ ਹੀ ਕਾਊਂਟਰ ਦੇ ਪਿੱਛੇ ਰੱਖੇ ਉਤਪਾਦਾਂ ਅਤੇ ਮੋਬਾਈਲ ਜਾਂ ਅਸਥਾਈ ਦੁਕਾਨਾਂ ਤੇ ਵੇਚੇ ਗਏ ਕੁਝ ਭੋਜਨ ਸਿੱਧੇ ਵਿਕਰੀ ਵਾਲੇ ਖਾਣਿਆਂ ਲਈ ਪ੍ਰੀ ਪੈਕਡ ਕੀਤੇ ਦੀਆਂ ਉਦਾਹਰਣਾਂ ਵਿੱਚ ਸ਼ਾਮਿਲ ਹਨ। ਸੈਂਡਵਿਚ ਅਤੇ ਬੇਕਰੀ ਉਤਪਾਦ ਜੋ ਉਪਭੋਗਤਾ ਦੀ ਚੋਣ ਤੋਂ ਪਹਿਲਾਂ ਜਾਂ ਆਦੇਸ਼ ਦੇਣ ਤੋਂ ਪਹਿਲਾਂ ਸਾਈਟ ਤੇ ਪੈਕ ਹੁੰਦੇ ਹਨ। ਉਹ ਉਤਪਾਦ ਜੋ ਵੇਚਣ ਲਈ ਤਿਆਰ ਸਾਈਟ ਤੇ ਪ੍ਰੀ ਪੈਕਡ ਹੁੰਦੇ ਹਨ ਜਿਵੇਂ ਕਿ ਪੀਜ਼ਾ, ਰੋਟੇਸਰੀ ਚਿਕਨ, ਸਲਾਦ ਅਤੇ ਪਾਸਤਾ ਬਰਤਨਾਂ। ਖੁਰਾਕ ਪੈਕ ਕੀਤੀ ਜਾਂਦੀ ਹੈ ਅਤੇ ਫਿਰ ਉਹੀ ਆਪਰੇਟਰ ਦੁਆਰਾ ਕਿਸੇ ਮਾਰਕੀਟ ਸਟਾਲ ਜਾਂ ਮੋਬਾਈਲ ਸਾਈਟ ਤੇ ਵਿਕ ਜਾਂਦੀ ਹੈ। ਡਾਇਰੈਕਟ ਸੇਲ ਫੂਡ ਲੇਬਲਿੰਗ ਨਿਯਮਾਂ ਲਈ ਪ੍ਰੀ ਪੈਕਡ ਕਿਉਂ? ਸਾਡੇ ਕੋਲ ਸਿੱਧੇ ਵਿਕਰੀ ਵਾਲੇ ਭੋਜਨ ਲਈ ਪ੍ਰੀ ਪੈਕਡ ਫੂਡ ਲੇਬਲਿੰਗ ਦੀ ਜ਼ਰੂਰਤ ਕਿਉਂ ਹੈ? ਜਿਵੇਂ ਕਿ ਤੁਸੀਂ ਸੁਣਿਆ ਹੈ, ਨਤਾਸ਼ਾ ਐਡਨਨ ਲੈਪਰਾਉਸ ਨੂੰ ਤਿਲ ਤੋਂ ਐਲਰਜੀ ਸੀ। ਉਸਨੇ ਇੱਕ ਬੈਗਵੇਟ ਖਰੀਦਣ ਅਤੇ ਖਾਣ ਤੋਂ ਬਾਅਦ ਇੱਕ ਘਾਤਕ ਐਲਰਜੀ ਵਾਲੀ ਪ੍ਰਤੀਕਿਰਿਆ ਦਾ ਸਾਹਮਣਾ ਕੀਤਾ ਜਿਸ ਵਿੱਚ ਤਿਲ ਦੀ ਮੌਜੂਦਗੀ ਦਾ ਸੰਕੇਤ ਦੇਣ ਵਾਲਾ ਲੇਬਲਿੰਗ ਨਹੀਂ ਸੀ। ਉਸ ਸਮੇਂ ਕਾਨੂੰਨ ਨੇ ਭੋਜਨ ਕਾਰੋਬਾਰਾਂ ਨੂੰ ਵਿਕਲਪ ਮੁਹੱਈਆ ਕਰਵਾਏ ਸਨ ਕਿ ਕਿਵੇਂ ਸਿੱਧੀ ਵਿਕਰੀ ਵਾਲੇ ਭੋਜਨ ਲਈ ਪ੍ਰੀ ਪੈਕਡ ਲਈ ਐਲਰਜੀਨ ਜਾਣਕਾਰੀ ਦਿੱਤੀ ਜਾਵੇ। ਉਦਾਹਰਣ ਦੇ ਤੌਰ ਤੇ ਭੋਜਨ ਕਾਰੋਬਾਰ ਇਸ ਜਾਣਕਾਰੀ ਨੂੰ
ਲੇਬਲ, ਭੋਜਨ ਸੂਚੀ, ਟਿਕਟ ਤੇ ਲਿਖਤੀ ਫਾਰਮੈਟ ਵਿੱਚ ਪ੍ਰਦਾਨ ਕਰਨ ਲਈ ਚੁਣ ਸਕਦੇ ਹਨ, ਜਾਂ ਉਹ ਇਹ ਜਾਣਕਾਰੀ ਖਪਤਕਾਰਾਂ ਨੂੰ ਜ਼ੁਬਾਨੀ ਮੁਹੱਈਆ ਕਰਵਾ ਸਕਦੇ ਹਨ। ਉਸ ਦੀ ਦੁਖਦਾਈ ਮੌਤ ਤੋਂ ਬਾਅਦ ਨਤਾਸ਼ਾ ਦੇ ਮਾਪਿਆਂ ਨੇ ਸਿੱਧੇ ਵਿਕਰੀ ਵਾਲੇ ਭੋਜਨ ਲਈ ਪਹਿਲਾਂ ਤੋਂ ਹੀ ਪੈਕ ਫੂਡ ਲਈ ਯੂਕੇ ਫੂਡ ਲੇਬਲਿੰਗ ਦੀਆਂ ਜ਼ਰੂਰਤਾਂ ਦੇ ਪ੍ਰਤੀ ਪਾਰਦਰਸ਼ਤਾ ਵਧਾਉਣ ਲਈ ਮੁਹਿੰਮ ਚਲਾਈ ਹੈ। ਨਿਰੰਤਰ ਮੌਤਾਂ ਦੇ ਨਤੀਜੇ ਵਜੋਂ ਯੂਕੇ ਭਰ ਦੀਆਂ ਸਰਕਾਰਾਂ ਇਸ ਗੱਲ ਤੇ ਸਹਿਮਤ ਹੋ ਗਈਆਂ ਕਿ ਇਸ ਤਰੀਕੇ ਨਾਲ ਵੇਚੇ ਗਏ ਭੋਜਨ ਲਈ ਐਲਰਜੀਨ ਜਾਣਕਾਰੀ ਲੋੜਾਂ ਸੰਬੰਧੀ ਕਾਨੂੰਨੀ ਢਾਂਚੇ ਦੀ ਸਮੀਖਿਆ ਕਰਨੀ ਜ਼ਰੂਰੀ ਸੀ। ਕਾਨੂੰਨ ਵਿੱਚ ਤਬਦੀਲੀ, ਜੋ ਕਿ 1 ਅਕਤੂਬਰ 2021 ਨੂੰ ਲਾਗੂ ਹੋ ਗਈ ਸੀ, ਨੇ ਸਿੱਧੀ ਵਿਕਰੀ ਵਾਲੇ ਭੋਜਨ ਲਈ ਪਹਿਲਾਂ ਤੋਂ ਹੀ ਪੈਕ ਫੂਡ ਲਈ ਫੂਡ ਲੇਬਲਿੰਗ ਦੀਆਂ ਜ਼ਰੂਰਤਾਂ ਵਿੱਚ ਵਾਧਾ ਕੀਤਾ। ਇਸ ਦਾ ਉਦੇਸ਼ ਖਾਣੇ ਦੀ ਐਲਰਜੀ ਨਾਲ ਰਹਿਣ ਵਾਲੇ ਖਪਤਕਾਰਾਂ ਦੀ ਰੱਖਿਆ ਕਰਨਾ ਹੈ ਅਤੇ ਉਹਨਾਂ ਨੂੰ ਖਰੀਦਣ ਵਾਲੇ ਭੋਜਨ ਵਿੱਚ ਵਿਸ਼ਵਾਸ ਦੇਣਾ ਹੈ। ਡਾਇਰੈਕਟ ਸੇਲ ਫੂਡ ਲੇਬਲਿੰਗ ਨਿਯਮਾਂ ਲਈ ਪ੍ਰੀ-ਪੈਕਡ ਵਿਆਖਿਆ। ਸਿੱਧੇ ਵਿਕਰੀ ਵਾਲੇ ਖਾਣੇ ਦੇ ਲੇਬਲਿੰਗ ਨਿਯਮਾਂ ਲਈ ਪ੍ਰੀ-ਪੈਕਡ, ਇਸ ਤਰ੍ਹਾਂ ਉਹਨਾਂ ਦਾ ਭੋਜਨ ਕਾਰੋਬਾਰਾਂ ਦਾ ਕੀ ਅਰਥ ਹੈ। ਖਾਣਾ ਵੇਚਿਆ ਜਾਂਦਾ ਹੈ ਜੋ ਸਿੱਧੇ ਵਿਕਰੀ ਲਈ ਤਿਆਰ ਕੀਤਾ ਜਾਂਦਾ ਹੈ। ਉਸ ਵਿੱਚ ਭੋਜਨ ਦਾ ਨਾਮ ਅਤੇ ਸਮੱਗਰੀ ਦੀ ਸੂਚੀ ਹੋਣੀ ਚਾਹੀਦੀ ਹੈ ਜੋ ਸਿੱਧੇ ਤੌਰ ਤੇ ਪੈਕੇਜ ਜਾਂ ਪੈਕੇਜ ਨਾਲ ਜੁੜੇ ਲੇਬਲ ਤੇ ਜੁੜੇ ਹੋਏ ਹਨ। ਜੋ ਭੋਜਨ ਵਿੱਚ ਕਾਨੂੰਨ ਦੇ ਦੁਆਰਾ ਸੂਚੀਬੱਧ ਹੋਣ ਲਈ ਲੋੜੀਂਦੇ 14 ਐਲਰਜੀਨਾਂ ਵਿੱਚੋਂ ਕੋਈ ਵੀ ਸ਼ਾਮਿਲ ਹੈ ਤਾਂ ਉਹਨਾਂ ਨੂੰ ਤੱਤਾਂ ਦੀ ਸੂਚੀ ਵਿੱਚ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਉਦਾਹਰਣ ਦੇ ਤੌਰ ਤੇ ਬੋਲਡ, ਵੱਡੇ ਅੱਖਰ, ਵਿਪਰੀਤ ਰੰਗ ਜਾਂ ਹਰ ਵਾਰ ਉਹ ਅੰਸ਼ਾਂ ਦੀ ਸੂਚੀ ਵਿੱਚ ਦਿਖਾਈ ਦਿੰਦੇ ਹਨ। ਫੂਡ ਸਟੈਂਡਰਡਸ ਏਜੰਸੀ ਦੇ ਸਮਰਪਿਤ ਵੈਬ ਪੇਜ ਤੇ ਵਧੇਰੇ ਜਾਣਕਾਰੀ ਸਿੱਧੀ ਵਿਕਰੀ ਲਈ ਪਹਿਲਾਂ ਤੋਂ ਹੀ ਪੈਕ ਫੂਡ ਲਈ ਐਲਰਜੀ ਲੇਬਲਿੰਗ ਤਬਦੀਲੀਆਂ ਲਈ ਉਪਲਬਧ ਹੈ। ਇੱਥੇ ਤੁਸੀਂ ਅਪਡੇਟ ਕੀਤੇ ਗਏ ਫੂਡ ਐਲਰਜੀਨ ਲੇਬਲਿੰਗ ਅਤੇ ਜਾਣਕਾਰੀ ਦੀਆਂ ਜ਼ਰੂਰਤਾਂ ਤਕਨੀਕੀ ਸੇਧ ਦਾ ਲਿੰਕ ਵੀ ਪਾਓਗੇ। ਸਿੱਧੇ ਵਿਕਰੀ ਲੇਬਲਿੰਗ ਲਈ ਕਿਹੜੇ ਪ੍ਰੀ-ਪੈਕਡ ਭੋਜਨ ਦੀ ਜ਼ਰੂਰਤ ਹੋਵੇਗੀ? ਜੇ ਉੱਤਰ ਹੇਠਾਂ ਦਿੱਤੇ ਸਾਰੇ ਤਿੰਨੋਂ ਪ੍ਰਸ਼ਨਾਂ ਦਾ ਜਵਾਬ ਹਾਂ ਹੈ ਤਾਂ ਸਿੱਧੇ ਵਿਕਰੀ ਲੇਬਲਿੰਗ ਲਈ ਭੋਜਨ ਦੀ ਪੂਰਤੀ ਕੀਤੀ ਜਾਂਦੀ ਹੈ। ਪ੍ਰਸ਼ਨ 1, ਕੀ ਖਾਣਾ ਪੈਕਿੰਗ ਵਿੱਚ ਖਪਤਕਾਰਾਂ ਨੂੰ ਦਿੱਤਾ ਜਾਂਦਾ ਹੈ? ਭੋਜਨ ਨੂੰ ਪੈਕ ਕੀਤੇ ਸਮਝਣ ਲਈ ਇਹ ਲਾਜ਼ਮੀ ਹੈ। ਪੈਕੇਜਿੰਗ ਦੁਆਰਾ ਪੂਰੀ ਜਾਂ ਅੰਸ਼ਕ ਤੌਰ ਤੇ ਜੁੜੀ ਹੋਈ ਹੋਵੇ ਅਤੇ ਕਿਸੇ ਤਰੀਕੇ ਨਾਲ ਪੈਕੇਜਿੰਗ ਖੋਲ੍ਹਣ ਜਾਂ ਬਦਲੇ ਬਿਨਾਂ ਬਦਲਿਆ ਨਹੀਂ ਜਾ ਸਕਦਾ ਅਤੇ ਖਪਤਕਾਰਾਂ ਨੂੰ ਵੇਚਣ ਲਈ ਤਿਆਰ ਰਹੋ। ਪ੍ਰਸ਼ਨ 2, ਕੀ ਇਹ ਇਸ ਤੋਂ ਪਹਿਲਾਂ ਪੈਕ ਕੀਤਾ ਗਿਆ ਹੈ ਕਿ ਉਪਭੋਗਤਾ ਇਸ ਨੂੰ ਚੁਣਦਾ ਹੈ ਜਾਂ ਆਰਡਰ ਕਰਦਾ ਹੈ? ਪ੍ਰਸ਼ਨ 3, ਕੀ ਇਹ ਉਸੇ ਜਗ੍ਹਾ ਤੇ ਪੈਕ ਕੀਤਾ ਗਿਆ ਹੈ ਜਿਸ ਨੂੰ ਵੇਚਿਆ ਜਾਂਦਾ ਹੈ? ਉਸੇ ਜਗ੍ਹਾ ਤੇ ਪੈਕ ਕੀਤੇ ਸ਼ਾਮਲ ਹਨ। ਉਸੇ ਖਾਣੇ ਦੇ ਕਾਰੋਬਾਰ ਦੁਆਰਾ ਖਾਣਾ ਪੈਕ ਕੀਤਾ ਜਾਂਦਾ ਹੈ ਅਤੇ ਅਸਥਾਈ ਜਾਂ ਮੋਬਾਈਲ ਸਾਈਟ ਤੇ ਵੇਚਿਆ ਜਾਂਦਾ ਹੈ, ਜਿਵੇਂ ਕਿ ਫੂਡ ਟਰੱਕ ਜਾਂ ਮਾਰਕੀਟ ਸਟਾਲ। ਇੱਕ ਬਿਲਡਿੰਗ ਕੰਪਲੈਕਸ ਜਿਵੇਂ ਕਿ 에ਅਰਪੋਰਟ ਜਾਂ ਸ਼ਾਪਿੰਗ ਸੈਂਟਰ ਵਿੱਚ ਇੱਕੋ ਕਾਰੋਬਾਰ ਦੇ ਦੁਆਰਾ ਵੱਖ-ਵੱਖ ਇਕਾਈਆਂ ਵਿੱਚ ਖਾਣਾ ਪੈਕ ਕੀਤਾ ਜਾਂਦਾ ਹੈ ਅਤੇ ਪੇਸ਼ ਕੀਤਾ ਜਾਂਦਾ ਹੈ। ਸਿੱਧੇ ਵਿਕਰੀ ਦੇ ਨਿਯਮਾਂ ਲਈ ਤਿਆਰ ਕੀਤੇ ਗਏ ਫੋਨ ਜਾਂ ਇੰਟਰਨੈਟ ਤੇ ਥੋੜੀ ਜਿਹੀ ਵਿਕਰੀ ਵਾਲੇ ਭੋਜਨ ਤੇ ਲਾਗੂ ਨਹੀਂ ਹੁੰਦੇ ਹਨ। ਇਸ ਤਰੀਕੇ ਨਾਲ ਭੋਜਨ ਵੇਚਣ ਵਾਲੇ ਕਾਰੋਬਾਰਾਂ ਨੂੰ ਇਹ ਨਿਸ਼ਚਿਤ ਕਰਨ ਦੀ ਜ਼ਰੂਰਤ ਹੁੰਦੀ ਹੈ ਕਿ ਖੁਰਾਕ ਖਰੀਦਣ ਤੋਂ ਪਹਿਲਾਂ ਅਤੇ ਸਪੁਰਦਗੀ ਸਮੇਂ ਵੀ ਜ਼ਰੂਰੀ ਐਲਰਜੀ ਜਾਣਕਾਰੀ ਖਪਤਕਾਰਾਂ ਨੂੰ ਉਪਲਬਧ ਹੋਵੇ। ਫੂਡ ਸਟੈਂਡਰਡਸ ਏਜੰਸੀ ਦੀ ਵੈਬਸਾਈਟ ਤੇ ਸਿੱਧੇ ਵਿਕਰੀ ਲੇਬਲਿੰਗ ਫੈਸਲੇ ਲਈ ਪਹਿਲਾਂ ਤੋਂ ਪੈਕ ਦੀ ਵਰਤੋਂ ਕਰਨਾ ਆਸਾਨ ਹੈ। ਸਿੱਧੀ ਵਿਕਰੀ ਲਈ ਪ੍ਰੀ-ਪੈਕਡ ਫੂਡ ਲੇਬਲਿੰਗ। ਅਗਲੇ ਕਦਮ, ਕਾਨੂੰਨੀ ਫੂਡ ਕਾਰੋਬਾਰਾਂ ਦੀ ਪਾਲਣਾ ਕਰਨ ਲਈ ਜੋ ਸਿੱਧੇ ਵਿਕਰੀ ਵਾਲੇ ਭੋਜਨ ਲਈ ਪਹਿਲਾਂ ਤੋਂ ਪੈਕ ਕੀਤੇ ਭੋਜਨ ਵੇਚਦੇ ਹਨ। ਕੇਸ ਦੇ ਆਧਾਰ ਤੇ ਭੋਜਨ ਉਤਪਾਦਾਂ ਦੀ ਸਮੀਖਿਆ ਕਰੋ ਅਤੇ ਮੁਲਾਂਕਣ ਕਰੋ, ਇਹ ਫੈਸਲਾ ਕਰਨ ਲਈ ਕਿ ਕੀ ਉਹਨਾਂ ਨੂੰ ਸਿੱਧੀ ਵਿਕਰੀ ਲਈ ਪ੍ਰੀ-ਪੈਕ ਕੀਤਾ ਗਿਆ ਹੈ। ਆਨਲਾਈਨ ਸਰੋਤਾਂ ਦੀ ਸਿੱਧੀ ਵਿਕਰੀ ਲਈ ਤਿਆਰ ਫੂਡ ਸਟੈਂਡਰਡਸ ਏਜੰਸੀ ਦਾ ਹਵਾਲਾ ਲਓ ਅਤੇ
ਉਹ ਤੁਹਾਡੀ ਮਦਦ ਕਰਨਗੇ। ਜੇ ਅਜੇ ਵੀ ਅਸਪਸ਼ਟ ਹੈ ਤਾਂ ਆਪਣੇ ਸਥਾਨਕ ਅਥਾਰਟੀ, ਟ੍ਰੇਡਿੰਗ ਸਟੈਂਡਰਡਸ ਜਾਂ ਵਾਤਾਵਰਣ ਸਿਹਤ ਵਿਭਾਗ ਤੋਂ ਸਲਾਹ ਲਓ। ਕ੍ਰਾਸ ਗੰਦਗੀ ਤੇ ਕਿਸੇ ਵੀ ਜੋਖਮ ਸਮੇਤ ਕਿਸੇ ਵੀ ਐਲਰਜੀਨ ਦੀ ਪਛਾਣ ਕਰੋ। ਪੈਕੇਜ ਤੇ ਸਿੱਧੇ ਵਿਕਰੀ ਵਾਲੇ ਖਾਣੇ ਲਈ ਸਭ ਤੋਂ ਪਹਿਲਾਂ ਤਿਆਰ ਕੀਤੇ ਲੇਬਲ ਜਾਂ ਖਾਣੇ ਦੇ ਨਾਮ ਦੇ ਨਾਲ ਪੈਕੇਜ ਨਾਲ ਜੁੜੇ ਲੇਬਲ ਅਤੇ ਕਿਸੇ ਵੀ ਐਲਰਜੀਨਿਕ ਤੱਤਾਂ ਨੂੰ ਜ਼ੋਰ ਦੇਣ ਵਾਲੀ ਇੱਕ ਸਮੱਗਰੀ ਦੀ ਸੂਚੀ ਹੈ। ਕਿਸੇ ਵੀ ਅੰਦਰੂਨੀ ਪ੍ਰਕਿਰਿਆਵਾਂ ਸਿਖਲਾਈ ਦੀਆਂ ਕਿਤਾਬਾਂ ਦੀ ਸਮੀਖਿਆ ਕਰੋ ਅਤੇ ਇਸ ਨੂੰ ਅਪਡੇਟ ਕਰੋ ਕਿ ਕਿਵੇਂ ਸਿੱਧੀ ਵਿਕਰੀ ਲਈ ਪ੍ਰੀ-ਪੈਕ ਲੇਬਲ ਦੇਣਾ ਹੈ ਅਤੇ ਐਲਰਜੀਨਿਕ ਭੋਜਨ ਤੋਂ ਸੰਭਾਵਿਤ ਜੋਖਮਾਂ ਦਾ ਪ੍ਰਬੰਧਨ ਕਰਨਾ ਹੈ। ਇਸ ਵਿੱਚ ਤੁਹਾਡੀ ਹੈਜ਼ਰਡ ਐਨਾਲਿਸਿਸ ਅਤੇ ਕ੍ਰਿਟੀਕਲ ਕੰਟਰੋਲ ਪੁਆਇੰਟ HACCP ਯੋਜਨਾ ਜਾਂ ਸੇਫਰ ਫੂਡ ਬੈਟਰ ਬਿਜ਼ਨਸ ਦੀ ਉਚਿਤ ਤੌਰ ਤੇ ਸਮੀਖਿਆ ਸ਼ਾਮਿਲ ਹੋ ਸਕਦੀ ਹੈ। ਨਵੇਂ ਐਲਰਜੀਨ ਜਾਣਕਾਰੀ ਦੇ ਨਿਯਮਾਂ ਤੇ ਸਟਾਫ ਨੂੰ ਸਿਖਲਾਈ ਦਿਓ। ਆਪਣੇ ਸਟਾਫ ਅਤੇ ਪ੍ਰਕਿਰਿਆਵਾਂ ਦੀ ਨਿਗਰਾਨੀ ਕਰੋ। ਜੇ ਜ਼ਰੂਰੀ ਹੋਵੇ ਤਾਂ ਸੁਧਾਰਾਤਮਕ ਕਾਰਵਾਈ ਕਰੋ। ਤੁਸੀਂ ਫੂਡ ਸਟੈਂਡਰਡਸ ਏਜੰਸੀ ਦੀ ਵੈਬਸਾਈਟ ਤੇ ਐਲਰਜੀਨ ਸਿਖਲਾਈ ਸਰੋਤ ਤੇ ਲੌਗਇਨ ਕਰਕੇ ਸਿੱਧੀ ਵਿਕਰੀ ਲਈ ਪੂਰਵ ਪੂਰਤੀ ਸਮੇਤ ਐਲਰਜੀਨ ਪ੍ਰਬੰਧਨ ਬਾਰੇ ਹੋਰ ਸਿਖਲਾਈ ਪ੍ਰਾਪਤ ਕਰ ਸਕਦੇ ਹੋ। ਐਲਰਜੀਨ ਪ੍ਰਬੰਧਨ। ਫੂਡ ਬਿਜ਼ਨਸ ਆਪਰੇਟਰ ਆਮ ਤੌਰ ਤੇ ਐਲਰਜੀਨ ਨਿਯੰਤਰਣ ਨਾ ਕਰਨ ਦਾ ਕਾਰਨ ਦਿੰਦੇ ਹਨ ਕਿ ਉਹਨਾਂ ਕੋਲ ਕਾਫੀ ਸਮਾਂ ਨਹੀਂ ਹੁੰਦਾ ਹੈ। ਐਲਰਜੀਨ ਪ੍ਰਬੰਧਨ ਮਹੱਤਵਪੂਰਨ ਹੈ ਅਤੇ ਹਰ ਕਿਸੇ ਦਾ ਕਾਰੋਬਾਰ ਹੈ। ਜੇ ਤੁਸੀਂ ਖਪਤਕਾਰਾਂ ਨੂੰ ਐਲਰਜੀਨ ਮੁਕਤ ਭੋਜਨ ਦੇਣਾ ਚਾਹੁੰਦੇ ਹੋ ਤਾਂ ਐਲਰਜੀਨਸ ਨੂੰ ਤੁਹਾਡੇ HACCP ਫੂਡ ਸੇਫਟੀ ਮੈਨੇਜਮੈਂਟ ਸਿਸਟਮ ਦਾ ਹਿੱਸਾ ਮੰਨਿਆ ਜਾਣਾ ਚਾਹੀਦਾ ਹੈ। ਉਹਨਾਂ ਲਈ ਜੋ ਸੁਰੱਖਿਅਤ ਭੋਜਨ ਬਿਹਤਰ ਕਾਰੋਬਾਰ ਦੀ ਵਰਤੋਂ ਕਰਦੇ ਹਨ, ਕਿਰਪਾ ਕਰਕੇ ਇਸ ਦਾ ਹਵਾਲਾ ਦਿਓ। ਫੂਡ ਐਲਰਜੀਨਾਂ ਦਾ ਪ੍ਰਬੰਧਨ ਸੁਰੱਖਿਅਤ ਤਰੀਕਿਆਂ ਦੀਆਂ ਸੀਟਾਂ ਅਤੇ ਸਟਾਫ ਦੀ ਸਿਖਲਾਈ ਨਾਲ ਸੰਬੰਧਿਤ ਸਾਰੇ ਭਾਗਾਂ ਨੂੰ ਸੰਪੂਰਨ ਕਰੋ ਅਤੇ ਜਾਂ ਸਮੀਖਿਆ ਕਰੋ। ਸੇਫਰ ਫੂਡ ਬੈਟਰ ਬਿਜ਼ਨਸ ਸਰੋਤ ਫੂਡ ਸਟੈਂਡਰਡਸ ਏਜੰਸੀ ਦੀ ਵੈਬਸਾਈਟ ਤੋਂ ਡਾਊਨਲੋਡ ਕਰਨ ਲਈ ਉਪਲਬਧ ਹਨ। ਸੇਫਰ ਫੂਡ ਬੈਟਰ ਬਿਜ਼ਨਸ ਦੁਆਰਾ ਕੰਮ ਕਰਨਾ ਤੁਹਾਨੂੰ ਤੁਹਾਡੇ ਐਲਰਜੀਨ ਜੋਖਮਾਂ ਦੀ ਪਛਾਣ ਕਰਨ ਅਤੇ ਮੁਲਾਂਕਣ ਕਰਨ ਵਿੱਚ ਸਹਾਇਤਾ ਕਰੇਗਾ। ਅਜਿਹਾ ਕਰਨ ਨਾਲ ਇਹ ਤੁਹਾਨੂੰ ਕਾਨੂੰਨ ਦੀ ਪਾਲਣਾ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ ਅਤੇ ਇਹ ਸੁਨਿਸ਼ਚਿਤ ਕਰ ਸਕਦਾ ਹੈ ਕਿ ਜੋ ਖਾਣ ਪੀਣ ਜੋ ਤੁਸੀਂ ਸਪਲਾਈ ਕਰਦੇ ਹੋ ਉਹ ਸੁਰੱਖਿਅਤ ਹੈ। ਜਦੋਂ ਕਾਰੋਬਾਰੀ ਪ੍ਰਕਿਰਿਆਵਾਂ ਦੇ ਵਿਚਾਰ ਕਰਦੇ ਹੋ ਤਾਂ ਇਹ ਫੈਸਲਾ ਕਰੋ ਕਿ ਐਲਰਜੀ ਪ੍ਰਬੰਧਨ ਦੀ ਸਮੁੱਚੀ ਜ਼ਿੰਮੇਵਾਰੀ ਕਿਸ ਦੀ ਹੈ। ਉਦਾਹਰਣ ਲਈ, ਇਹ ਸ਼ਾਇਦ ਮੈਨੇਜਰ ਜਾਂ ਸ਼ੈਫ ਦੀ ਜ਼ਿੰਮੇਵਾਰੀ ਹੋਵੇਗੀ। ਐਲਰਜੀ ਵਾਲੇ ਗ੍ਰਾਹਕਾਂ ਤੋਂ ਬੇਨਤੀਆਂ ਦਾ ਪ੍ਰਬੰਧਨ ਕਰਨ ਲਈ ਹਰੇਕ ਸ਼ਿਫਟ ਤੇ ਸਟਾਫ ਦਾ ਇੱਕ ਜ਼ਿੰਮੇਵਾਰ ਮੈਂਬਰ ਉਪਲਬਧ ਹੋਣਾ ਚਾਹੀਦਾ ਹੈ। ਜੇ ਕੋਈ ਗਾਹਕ ਤੁਹਾਨੂੰ ਦੱਸਦਾ ਹੈ ਕਿ ਉਹਨਾਂ ਨੂੰ ਭੋਜਨ ਦੀ ਐਲਰਜੀ ਹੈ ਤਾਂ ਤੁਸੀਂ ਉਸ ਨੂੰ ਜ਼ਿੰਮੇਵਾਰ ਵਿਅਕਤੀ ਨਾਲ ਸਿੱਧੇ ਤੌਰ ਤੇ ਬੋਲਣ ਦੇਣ ਬਾਰੇ ਵਿਚਾਰ ਕਰਨਾ ਚਾਹ ਸਕਦੇ ਹੋ। ਸਟਾਫ ਦੀ ਐਲਰਜੀਨ ਸਿਖਲਾਈ ਬਹੁਤ ਮਹੱਤਵਪੂਰਨ ਹੈ। ਇਹ ਸੁਨਿਸ਼ਚਿਤ ਕਰੋ ਕਿ ਤੁਹਾਡੇ ਸਟਾਫ ਨੂੰ ਉਚਿਤ ਜਾਣਕਾਰੀ, ਨਿਰਦੇਸ਼ ਅਤੇ ਸਹੀ ਨਿਗਰਾਨੀ ਦਿੱਤੀ ਗਈ ਹੈ। ਸਟਾਫ ਦੀ ਸਿਖਲਾਈ ਦੀਆਂ ਜ਼ਰੂਰਤਾਂ ਤੁਹਾਡੇ ਕਾਰੋਬਾਰ ਲਈ ਵਿਲੱਖਣ ਹੋਣਗੀਆਂ ਅਤੇ ਭੋਜਨ ਸਿਖਲਾਈ ਪ੍ਰਬੰਧਨ ਪ੍ਰਣਾਲੀ ਦੇ ਸੰਬੰਧ ਵਿੱਚ ਕੋਈ ਸਿਖਲਾਈ ਜ਼ਰੂਰਤ ਨਿਰਧਾਰਤ ਕੀਤੀ ਜਾਣੀ ਚਾਹੀਦੀ ਹੈ। ਇਹ ਫੈਸਲਾ ਕਰੋ ਕਿ ਤੁਹਾਡਾ ਕਾਰੋਬਾਰ ਖਾਣੇ ਦੇ ਖਾਣੇ ਵਿੱਚ ਹੋਣ ਵਾਲੇ ਐਲਰਜੀਨਾਂ ਬਾਰੇ ਸਪਸ਼ਟ ਸਹੀ ਜਾਣਕਾਰੀ ਮੁਹੱਈਆ ਕਰਾਉਣ ਲਈ ਖੁਰਾਕ ਲੇਬਲਿੰਗ ਅਤੇ ਭੋਜਨ ਸੰਬੰਧੀ ਕਾਨੂੰਨੀ ਜ਼ਰੂਰਤਾਂ ਦੀ ਪਾਲਣਾ ਕਰੇਗਾ ਤਾਂ ਜੋ ਉਹ ਜਾਣੂ ਫੈਸਲਾ ਲੈ ਸਕਣ। ਐਮਰਜੈਂਸੀ ਐਕਸ਼ਨ ਪਲਾਨ ਲਗਾਓ ਅਤੇ ਇਹ ਸੁਨਿਸ਼ਚਿਤ ਕਰੋ ਕਿ ਸਟਾਫ ਨੂੰ ਪਤਾ ਹੈ ਕਿ ਮੰਦਭਾਗੀ ਸਥਿਤੀ ਵਿੱਚ ਕੀ ਕਰਨਾ ਚਾਹੀਦਾ ਹੈ ਜਿਸ ਨਾਲ ਗਾਹਕ ਨੂੰ ਐਲਰਜੀ ਹੁੰਦੀ ਹੈ। ਸਾਰੇ ਪਕਵਾਨਾਂ ਅਤੇ ਪੀਣ ਵਾਲੇ ਪਦਾਰਥਾਂ ਵਿੱਚ ਐਲਰਜੀਨ ਨਿਰਧਾਰਤ ਕਰੋ। ਸਾਰੇ ਭੋਜਨ, ਪਕਵਾਨਾਂ ਅਤੇ ਪੀਣ ਵਾਲੇ ਪਦਾਰਥਾਂ ਵਿੱਚ ਮੌਜੂਦ ਐਲਰਜੀਨਾਂ, ਐਲਰਜੀ ਕਰਨ ਵਾਲੇ ਤੱਤ ਦਾ ਪਤਾ ਲਗਾਓ। ਤੁਸੀਂ ਸਮੱਗਰੀ ਲੇਬਲਿੰਗ ਜਾਣਕਾਰੀ ਦੀ ਜਾਂਚ ਕਰਕੇ ਇਹ ਕਰ ਸਕਦੇ ਹੋ। ਪ੍ਰੀ-ਪੈਕਡ ਭੋਜਨ ਲੇਬਲ ਤੇ ਤੁਸੀਂ ਹਰ ਸਮੇਂ ਐਲਰਜੀਨ ਤੇ ਜ਼ੋਰ ਪਾਓਗੇ ਜਦੋਂ ਉਹ ਸਮੱਗਰੀ ਦੀ ਸੂਚੀ ਵਿੱਚ ਆਉਣਗੇ। ਬਿਨਾਂ ਪ੍ਰੀ-ਪੈਕਡ ਭੋਜਨ ਲਈ ਉਦਾਹਰਣ ਵਜੋਂ ਬਿਨਾਂ ਪੈਕ ਕੀਤੀ ਬ੍ਰੈਡ, ਕੇਕ, ਪਾਈਜ਼ ਅਤੇ ਤੁਹਾਡੇ ਸਪਲਾਇਰਾਂ ਤੋਂ
ਐਲਰਜੀਨ ਸਮੱਗਰੀ ਦੀ ਲਿਖਤ ਜਾਣਕਾਰੀ ਪ੍ਰਾਪਤ ਕਰਦੇ ਹਨ। ਜੇ ਇੱਕ ਸਪਲਾਇਰ ਇਕਰਾਰਨਾਮਾ ਲਾਗੂ ਹੁੰਦਾ ਹੈ ਤਾਂ ਇੱਕ ਧਾਰਾ ਸ਼ਾਮਿਲ ਕੀਤੀ ਜਾਂਦੀ ਹੈ ਤਾਂ ਜੋ ਉਤਪਾਦ ਦੇ ਕਿਸੇ ਹਿੱਸੇ ਦੇ ਪਰਿਵਰਤਨ ਜਾਂ ਬਦਲਣ ਦੀ ਪੂਰਤੀ ਕੀਤੀ ਜਾ ਸਕੇ। ਕਿਸੇ ਵੀ ਸਪਲਾਇਰ ਦੇ ਸੰਪਰਕ ਦਾ ਰਿਕਾਰਡ ਰੱਖੋ। ਤੁਹਾਡੇ ਸਮੱਗਰੀ ਦੇ ਲੇਬਲਿੰਗ ਸੰਬੰਧੀ ਕਿਸੇ ਐਲਰਜੀਨ ਸੰਬੰਧੀ ਸਲਾਹ ਸੰਬੰਧੀ ਚੇਤਾਵਨੀਆਂ ਤੇ ਵਿਚਾਰ ਕਰਨਾ ਵੀ ਮਹੱਤਵਪੂਰਨ ਹੈ। ਉਦਾਹਰਣ ਦੇ ਤੌਰ ਤੇ ਕੁਝ ਖਾਣੇ ਵਿੱਚ ਐਲਰਜੀ ਕਰਨ ਵਾਲੇ ਤੱਤ ਸ਼ਾਮਲ ਹੋ ਸਕਦੇ ਹਨ ਜੋ ਭੋਜਨ ਐਲਰਜੀ ਵਾਲੇ ਲੋਕਾਂ ਲਈ ਉਚਿਤ ਨਹੀਂ ਹਨ। ਜੇ ਅਜਿਹਾ ਹੈ ਤਾਂ ਗਾਹਕ ਨੂੰ ਇਹ ਜਾਣਕਾਰੀ ਜਾਣਨ ਦੀ ਜ਼ਰੂਰਤ ਹੋਵੇਗੀ ਇਹ ਫੈਸਲਾ ਕਰਨ ਲਈ ਕਿ ਖਾਣਾ ਉਹਨਾਂ ਲਈ ਸੁਰੱਖਿਅਤ ਹੈ। ਹੋਰ ਪਕਵਾਨਾਂ ਉਹਨਾਂ ਦੇ ਨਾਲ ਕਿਸੇ ਵੀ ਰੋਜ਼ਾਨਾ ਜਾਂ ਹਫ਼ਤਾਵਾਰੀ ਸਪੈਸ਼ਲ ਦੇ ਨਾਲ ਗਾਰਨਿਸ਼, ਗਲੇਜ਼, ਚਟਨੀ, ਸਟਾਕ, ਮਸਾਲੇ, ਖਾਣਾ ਪਕਾਉਣ ਅਤੇ ਤੇਲਾਂ ਵਿਚਲੇ ਤੱਤਾਂ ਬਾਰੇ ਵਿਚਾਰ ਕਰਨਾ ਨਾ ਭੁੱਲੋ। ਕਈ ਵਾਰ ਕਿਸੇ ਖਾਣੇ ਦੇ ਉਤਪਾਦ ਨਾਲ ਕੋਈ ਸਮੱਸਿਆ ਆਉਂਦੀ ਹੈ ਜਿਸ ਦਾ ਅਰਥ ਹੈ ਕਿ ਇਸ ਨੂੰ ਵੇਚਿਆ ਨਹੀਂ ਜਾਣਾ ਚਾਹੀਦਾ। ਹੋ ਸਕਦਾ ਹੈ ਕਿ ਇਹ ਵਾਪਸ ਲੈ ਲਿਆ ਜਾਵੇ, ਸਟਾਕ ਤੋਂ ਵਾਪਸ ਲੈ ਲਿਆ ਜਾਵੇ ਜਾਂ ਵਾਪਸ ਬੁਲਾਇਆ ਜਾਵੇ ਜਦੋਂ ਗਾਹਕਾਂ ਨੂੰ ਉਤਪਾਦ ਵਾਪਸ ਕਰਨ ਲਈ ਕਿਹਾ ਜਾਂਦਾ ਹੈ। ਇਹ ਉਦੋਂ ਹੋ ਸਕਦਾ ਹੈ ਜੇ ਖਪਤਕਾਰਾਂ ਲਈ ਕੋਈ ਜੋਖਮ ਹੁੰਦਾ ਹੈ ਕਿਉਂਕਿ ਐਲਰਜੀ ਦੀ ਜਾਣਕਾਰੀ ਜਾਂ ਲੇਬਲ ਗੁੰਮ ਜਾਂ ਗਲਤ ਹੈ। ਜਦੋਂ ਇਹ ਹੁੰਦਾ ਹੈ, ਫੂਡ ਸਟੈਂਡਰਡਜ਼ ਏਜੰਸੀ ਐਲਰਜੀ ਦੀ ਚੇਤਾਵਨੀ ਜਾਰੀ ਕਰੇਗੀ। ਤੁਸੀਂ ਉਹਨਾਂ ਦੀ ਵੈੱਬਸਾਈਟ ਤੇ ਮੁਫਤ ਗਾਹਕੀ ਲੈ ਕੇ ਭੋਜਨ ਅਤੇ ਐਲਰਜੀ ਸੰਬੰਧੀ ਚੇਤਾਵਨੀਆਂ ਦੇ ਨਾਲ ਨਵੀਨਤਮ ਰਹਿ ਸਕਦੇ ਹੋ। ਸਾਰੀਆਂ ਐਲਰਜੀਨਿਕ ਸਮੱਗਰੀਆਂ ਦਾ ਰਿਕਾਰਡ ਰੱਖੋ। ਆਪਣੇ ਪਕਵਾਨਾਂ ਅਤੇ ਪੀਣ ਵਾਲੇ ਪਦਾਰਥਾਂ ਵਿੱਚ ਐਲਰਜੀਨਿਕ ਤੱਤਾਂ ਦਾ ਲਿਖਤੀ ਰਿਕਾਰਡ ਰੱਖੋ। ਇਹ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਅਸਲੀ ਖਾਣ ਦੇ ਲੇਬਲ ਨੂੰ ਬਚਾ ਕੇ ਰੱਖੋ ਅਤੇ ਉਹਨਾਂ ਦੀ ਸਹੀ ਤਾਰੀਖ ਲਿਖੋ। ਫੂਡ ਸਟੈਂਡਰਡਜ਼ ਏਜੰਸੀ ਦੀ ਵੈੱਬਸਾਈਟ ਤੇ ਕੁਝ ਉਪਯੋਗੀ ਟੂਲ ਅਤੇ ਨਮੂਨੇ ਹਨ ਜੋ ਤੁਹਾਡੀ ਪਕਵਾਨਾਂ ਵਿੱਚ ਐਲਰਜੀਨਿਕ ਤੱਤਾਂ ਨੂੰ ਰਿਕਾਰਡ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ। ਪਕਵਾਨ ਅਤੇ ਉਹਨਾਂ ਦੀ ਐਲਰਜੀ ਸਮੱਗਰੀ ਮੀਨੂ ਚਾਰਟ ਦੀ ਵਰਤੋਂ ਐਲਰਜੀਨਾਂ ਨੂੰ ਰਿਕਾਰਡ ਕਰਨ ਲਈ ਕੀਤੀ ਜਾ ਸਕਦੀ ਹੈ। ਜੇ ਤੁਸੀਂ ਇਸ ਵਿਧੀ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਐਲਰਜੀ ਦੀ ਸਾਰੀ ਸੰਬੰਧਿਤ ਜਾਣਕਾਰੀ ਨੂੰ ਸਹੀ ਢੰਗ ਨਾਲ ਸੰਬੰਧਿਤ ਐਲਰਜੀਨ ਸਿਰਲੇਖ ਦੇ ਹੇਠਾਂ ਬਕਸੇ ਨੂੰ ਟਿਕ ਕਰਕੇ ਚਾਰਟ ਤੇ ਟ੍ਰਾਂਸਫਰ ਕਰ ਰਹੇ ਹੋ, ਕਿਉਂਕਿ ਐਲਰਜੀਨ ਦਾ ਛੋਟਾ ਜਿਹਾ ਟਰੇਸ ਵੀ ਘਾਤਕ ਪ੍ਰਤੀਕਿਰਿਆ ਦਾ ਕਾਰਨ ਬਣ ਸਕਦਾ ਹੈ। ਇਹ ਵੀ ਮਹੱਤਵਪੂਰਨ ਹੈ ਕਿ ਇਸ ਵਿੱਚ ਇੱਕ ਐਲਰਜੀ ਹੋ ਸਕਦੀ ਹੈ। ਸਟਾਫ ਇਸ ਚਾਰਟ ਦੀ ਵਰਤੋਂ ਖਪਤਕਾਰਾਂ ਨੂੰ ਐਲਰਜੀ ਸੰਬੰਧੀ ਜਾਣਕਾਰੀ ਪ੍ਰਦਾਨ ਕਰਨ ਲਈ ਕਰ ਸਕਦਾ ਹੈ। ਇੱਕ ਐਲਰਜੀਨ ਸ਼ੈਫ ਰੈਸਿਪੀ ਕਾਰਡ ਦੀ ਵਰਤੋਂ ਪਕਵਾਨਾਂ ਲਈ ਕੀਤੀ ਜਾ ਸਕਦੀ ਹੈ, ਜਿਵੇਂ ਕਿ ਸਪੈਸ਼ਲ, ਜਦੋਂ ਸਮੱਗਰੀ ਖਤਮ ਹੋਣ ਜਾਂ ਸ਼ਿਫਟਾਂ ਵਿੱਚ ਜਾਣਕਾਰੀ ਸਾਂਝੀ ਕਰਨ ਲਈ। ਜੇ ਤੁਸੀਂ ਟੈਕਨੋਲੋਜੀ ਦੀ ਵਰਤੋਂ ਵਿੱਚ ਆਰਾਮਦੇਹ ਹੋ ਤਾਂ ਮੈਨੂਕਾਲ ਇੱਕ ਮੁਫਤ ਟੂਲ ਹੈ ਜੋ ਫੂਡ ਸਟੈਂਡਰਡਜ਼ ਏਜੰਸੀ ਨਾਰਦਰਨ ਆਇਰਲੈਂਡ ਵੈੱਬਸਾਈਟ ਦੁਆਰਾ ਉਪਲਬਧ ਹੈ। ਇਹ ਕਾਰੋਬਾਰਾਂ ਨੂੰ ਮੇਨੂ ਵਿਕਸਿਤ ਕਰਨ, ਪਕਵਾਨਾਂ ਨੂੰ ਬਣਾਉਣ ਦੇ ਤਰੀਕੇ ਅਤੇ ਫਲੈਗ ਐਲਰਜੀਨ ਬਣਾਉਣ ਦੇ ਨਾਲ ਵਧੇਰੇ ਸਿਖਲਾਈ ਲੈਣ ਵਿੱਚ ਸਹਾਇਤਾ ਕਰਦਾ ਹੈ। ਨਿਯਮਿਤ ਤੌਰ ਤੇ ਆਪਣੇ ਐਲਰਜੀਨ ਰਿਕਾਰਡਾਂ ਦੀ ਸਮੀਖਿਆ ਕਰੋ, ਖਾਸ ਕਰ ਜੇ ਤੁਹਾਡੇ ਕੋਲ ਨਵੀਂ ਪਕਵਾਨ, ਨਵੀਂ ਸਮੱਗਰੀ, ਨਵੇਂ ਸਪਲਾਇਰ, ਉਤਪਾਦ ਵਿਕਲਪ, ਇੱਕ ਮੀਨੂ ਤਬਦੀਲੀ, ਨਵਾਂ ਉਪਕਰਣ, ਨਵੀਆਂ ਸਹੂਲਤਾਂ ਵਿੱਚ ਜਾਣ ਜਾਂ ਸਟਾਫ ਵਿੱਚ ਤਬਦੀਲੀਆਂ ਹਨ। ਉਹਨਾਂ ਨੂੰ ਸੰਸ਼ੋਧਿਤ ਕਰੋ ਅਤੇ ਉਹਨਾਂ ਨੂੰ ਅਪਡੇਟ ਕਰੋ। ਕ੍ਰਾਸ ਗੰਦਗੀ ਦੇ ਜੋਖਮ ਦਾ ਮੁਲਾਂਕਣ। ਖਾਣਾ ਖਾਣ ਵਾਲੇ ਵਿਅਕਤੀ ਦੀ ਸੰਵੇਦਨਸ਼ੀਲਤਾ ਤੇ ਨਿਰਭਰ ਕਰਦਿਆਂ ਇਹ ਘਾਤਕ ਐਲਰਜੀ ਪ੍ਰਤੀਕਿਰਿਆ ਪੈਦਾ ਕਰਨ ਲਈ ਸਿਰਫ ਇੱਕ ਐਲਰਜੀਨ ਦਾ ਟਰੇਸ ਲਿਆ ਜਾ ਸਕਦਾ ਹੈ। ਇਹ ਕੇਸ ਬਹੁਤ ਘੱਟ ਹੁੰਦੇ ਹਨ, ਪਰ ਇਹ ਹੁੰਦੇ ਹਨ। ਇਸ ਦਾ ਕਾਰਨ ਐਲਰਜੀਨ ਪ੍ਰਬੰਧਨ ਦੀ ਮਾੜੀ ਪ੍ਰਕਿਰਿਆਵਾਂ ਅਤੇ ਜਾਂ ਰਸੋਈ ਵਿੱਚ ਕ੍ਰਾਸ ਗੰਦਗੀ ਦੇ ਨਿਯੰਤਰਣ ਦੀ ਘਾਟ ਹੋ ਸਕਦਾ ਹੈ, ਜਿਸ ਦੇ ਨਤੀਜੇ ਵਜੋਂ ਐਲਰਜੀਨ ਨੂੰ ਅਚਾਨਕ ਇੱਕ ਕਟੋਰੇ ਵਿੱਚ ਪਾ ਕੇ ਪੇਸ਼ ਕੀਤਾ ਜਾਂਦਾ ਹੈ। ਕ੍ਰਾਸ ਗੰਦਗੀ ਦੀਆਂ ਘਟਨਾਵਾਂ ਦਾ ਪ੍ਰਬੰਧਨ ਸਖਤ ਨੀਤੀਆਂ ਅਤੇ ਪ੍ਰਕਿਰਿਆਵਾਂ ਨੂੰ ਲਾਗੂ ਕਰਕੇ ਅਤੇ ਇਹ ਸੁਨਿਸ਼ਚਿਤ ਕਰਕੇ ਕੀਤਾ ਜਾਂਦਾ ਹੈ ਕਿ ਹਰ ਕੋਈ ਉਹਨਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ। ਐਲਰਜੀਨ ਕ੍ਰਾਸ ਗੰਦਗੀ ਇਸ ਦੇ ਨਤੀਜੇ ਵਜੋਂ ਹੋ ਸਕਦੀ ਹੈ: ਭੋਜਨ ਤੋਂ ਲੈ ਕੇ ਉਪਕਰਣ ਦੇ ਸੰਪਰਕ। ਉਦਾਹਰਣ ਲਈ,
ਐਲਰਜੀਨ ਦੇ ਨਿਸ਼ਾਨ ਭਾਂਡੇ, ਬਰਤਨ, ਕੰਮ ਦੀਆਂ ਸਤ੍ਹਾ ਤੇ ਰਹਿ ਸਕਦੇ ਹਨ ਜੋ ਖਾਣਾ ਤਿਆਰ ਕਰਨ ਤੋਂ ਪਹਿਲਾਂ ਸਹੀ ਤਰ੍ਹਾਂ ਸਾਫ਼ ਨਹੀਂ ਕੀਤੇ ਜਾਂਦੇ। ਭੋਜਨ ਤੋਂ ਭੋਜਨ ਦੇ ਸੰਪਰਕ। ਉਦਾਹਰਣ ਦੇ ਤੌਰ ਤੇ ਤੇਲ ਜੋ ਪਹਿਲਾਂ ਭੋਜਨ ਪਕਾਉਣ ਲਈ ਵਰਤਿਆ ਜਾਂਦਾ ਹੈ, ਉਹ ਤੇਲ ਵਿੱਚ ਪਕਾਏ ਗਏ ਖਾਣੇ ਦੇ ਅਗਲੇ ਸਮੂਹ ਵਿੱਚ ਐਲਰਜੀਨਸ ਦਾ ਸੰਚਾਰ ਕਰ ਸਕਦਾ ਹੈ। ਖਾਣੇ ਤੋਂ ਹੱਥ ਦੇ ਸੰਪਰਕ। ਉਦਾਹਰਣ ਵਜੋਂ ਐਲਰਜੀਨ ਦੇ ਨਿਸ਼ਾਨ ਭੋਜਨ ਦੀ ਤਿਆਰੀ ਦੌਰਾਨ ਸਟਾਫ ਤੋਂ ਤਬਦੀਲ ਕੀਤੇ ਜਾ ਸਕਦੇ ਹਨ ਜੇ ਹੱਥ ਸਹੀ ਤਰੀਕੇ ਨਾਲ ਨਹੀਂ ਧੋਤੇ ਜਾਂਦੇ। ਜੋਖਮ ਦਾ ਮੁਲਾਂਕਣ ਕਰਨ ਵੇਲੇ ਤੁਹਾਨੂੰ ਆਪਣੀ ਰਸੋਈ ਦੇ ਆਕਾਰ, ਬਣਤਰ, ਭੋਜਨ ਭੰਡਾਰਨ ਪ੍ਰਬੰਧ, ਭੋਜਨ ਪ੍ਰਬੰਧਨ, ਕਾਰਵਾਈ ਅਤੇ ਉਤਪਾਦਨ ਤੇ ਵਿਚਾਰ ਕਰਨ ਦੀ ਜ਼ਰੂਰਤ ਹੋਏਗੀ। ਖਪਤਕਾਰਾਂ ਨੂੰ ਸੁਰੱਖਿਅਤ ਅਤੇ ਜਾਣੂ ਵਿਕਲਪ ਬਣਾਉਣ ਵਿੱਚ ਸਹਾਇਤਾ ਲਈ ਫੂਡ ਬਿਜ਼ਨਸ ਆਪਰੇਟਰ ਸਵੈ-ਇੱਛਿਤ ਤੌਰ ਤੇ ਐਲਰਜੀਨ ਦੀ ਅਣਜਾਣ ਮੌਜੂਦਗੀ ਬਾਰੇ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ। ਐਲਰਜੀਨ ਕਾਰਨ ਕਿਸੇ ਭੋਜਨ ਉਤਪਾਦ ਵਿੱਚ ਐਲਰਜੀਨ ਜਿਵੇਂ ਕਿ ਦੁੱਧ, ਅੰਡਾ, ਮੂੰਗਫਲੀ, ਬਦਾਮ ਦੀ ਅਣਜਾਣਪੁਣੇ ਦੀ ਮੌਜੂਦਗੀ ਦੇ ਜੋਖਮ ਨੂੰ ਸੰਚਾਰਿਤ ਕਰਨ ਲਈ ਸਵੈ-ਇੱਛਿਤ ਲੇਬਲਿੰਗ ਦੀ ਵਰਤੋਂ ਕਰਕੇ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਜਿਵੇਂ ਕਿ ਹੋ ਸਕਦਾ ਹੈ ਜਾਂ ਉਚਿਤ ਨਹੀਂ। ਕ੍ਰਾਸ ਗੰਦਗੀ ਦੁਆਰਾ ਉਤਪਾਦ ਨੂੰ ਦਾਖਲ ਕਰਨਾ। ਇਹ ਬਿਆਨ ਸਿਰਫ ਇੱਕ ਸਾਰਥਕ ਜੋਖਮ ਮੁਲਾਂਕਣ ਕੀਤੇ ਜਾਣ ਤੋਂ ਬਾਅਦ ਹੀ ਵਰਤੇ ਜਾਣੇ ਚਾਹੀਦੇ ਹਨ ਅਤੇ ਖਾਣੇ ਦੀ ਐਲਰਜੀ ਅਤੇ ਅਸਹਿਣਸ਼ੀਲਤਾ ਵਾਲੇ ਖਪਤਕਾਰਾਂ ਲਈ ਅਸਲ ਜੋਖਮ ਮੰਨਿਆ ਜਾਂਦਾ ਹੈ ਅਤੇ ਚੰਗੀ ਸਟਾਫ ਅਤੇ ਸੁਰੱਖਿਆ ਅਭਿਆਸਾਂ ਦੇ ਬਦਲ ਵਜੋਂ ਨਹੀਂ ਵਰਤੇ ਜਾਣੇ ਚਾਹੀਦੇ। ਸਾਵਧਾਨੀ ਵਾਲੀ ਐਲਰਜੀਨ ਲੇਬਲਿੰਗ ਦੀ ਵਰਤੋਂ ਜਦੋਂ ਕੋਈ ਅਸਲ ਜੋਖਮ ਨਹੀਂ ਹੁੰਦਾ ਤਾਂ ਭੋਜਨ ਦੀ ਜਾਣਕਾਰੀ ਨੂੰ ਗੁੰਮਰਾਹ ਕਰਨ ਵਾਲੇ ਮੰਨਿਆ ਜਾ ਸਕਦਾ ਹੈ। ਜੇ ਕੋਈ ਜੋਖਮ ਮੁਲਾਂਕਣ ਕਰਨ ਤੋਂ ਬਾਅਦ ਇਸ ਗੱਲ ਦੀ ਗਾਰੰਟੀ ਦੇਣਾ ਸੰਭਵ ਨਹੀਂ ਹੁੰਦਾ ਕਿ ਇੱਥੇ ਕੋਈ ਐਲਰਜੀਨ ਕ੍ਰਾਸ ਗੰਦਗੀ ਨਹੀਂ ਹੋਵੇਗੀ ਤਾਂ ਤੁਸੀਂ ਕੋਈ ਨੋਟਿਸ ਪ੍ਰਦਰਸ਼ਿਤ ਕਰ ਸਕਦੇ ਹੋ ਜਿਵੇਂ ਕਿ ਇੱਕ ਡਿਸ਼ ਵਿੱਚ ਇੱਕ ਖਾਸ ਐਲਰਜੀਨ ਸ਼ਾਮਿਲ ਨਹੀਂ ਹੋ ਸਕਦਾ। ਸਾਡੀ ਰਸੋਈ ਵਿੱਚ ਵਰਤੀਆਂ ਜਾਂਦੀਆਂ ਸਮੱਗਰੀਆਂ ਦੀ ਵਿਸ਼ਾਲ ਸ਼੍ਰੇਣੀ ਦੇ ਕਾਰਨ ਖਾਣ ਪੀਣ ਵਾਲੇ ਤੱਤਾਂ ਨੂੰ ਕ੍ਰਾਸ ਸਮੱਗਰੀ ਦੁਆਰਾ ਕ੍ਰਾਸ ਗੰਦਗੀ ਦਾ ਖਤਰਾ ਹੋ ਸਕਦਾ ਹੈ। ਕਿਰਪਾ ਕਰਕੇ ਸਟਾਫ ਨੂੰ ਹੋਰ ਜਾਣਕਾਰੀ ਲਈ ਪੁੱਛੋ। ਅਜਿਹਾ ਨੋਟਿਸ ਹਰ ਜਗ੍ਹਾ ਤੇ ਪ੍ਰਦਰਸ਼ਿਤ ਕੀਤਾ ਜਾਣਾ ਚਾਹੀਦਾ ਹੈ ਜਿਸ ਤਹਿਤ ਉਪਭੋਗਤਾ ਆਪਣਾ ਆਰਡਰ ਦੇ ਸਕੇ। ਤੁਹਾਨੂੰ ਸਾਵਧਾਨੀ ਘੋਸ਼ਣਾ ਦੀ ਵਰਤੋਂ ਦੁਆਰਾ ਕਾਨੂੰਨਾਂ ਦੁਆਰਾ ਸੂਚਿਤ ਕੀਤੇ ਜਾਣ ਵਾਲੇ 14 ਐਲਰਜੀਨਾਂ ਦੀ ਮੌਜੂਦਗੀ ਦੀ ਰਿਪੋਰਟ ਕਰਨ ਦੀ ਜ਼ਿੰਮੇਵਾਰੀ ਬਾਰੇ ਹੁਣ ਪਤਾ ਨਹੀਂ ਹੋਵੇਗਾ। ਜੇ ਤੁਸੀਂ ਸੁਰੱਖਿਅਤ ਢੰਗ ਨਾਲ ਨਹੀਂ ਕਰ ਸਕਦੇ ਤਾਂ ਭੋਜਨ ਦੀ ਐਲਰਜੀ ਜਾਂ ਅਸਹਿਣਸ਼ੀਲਤਾ ਵਾਲੇ ਗ੍ਰਾਹਕਾਂ ਨੂੰ ਕੇਟਰ ਨਾ ਕਰੋ। ਰਸੋਈ ਦੀ ਵਿਧੀ ਸਮੱਗਰੀ ਭੰਡਾਰਨ। ਐਲਰਜੀਨ ਨੂੰ ਆਸਾਨੀ ਨਾਲ ਇੱਕ ਭੋਜਨ ਤੋਂ ਦੂਜੇ ਭੋਜਨ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਭਾਵ ਐਲਰਜੀ ਰਹਿਤ ਭੋਜਨ ਦੂਸ਼ਿਤ ਹੋ ਸਕਦੇ ਹਨ ਅਤੇ ਐਲਰਜੀਨ ਰਹਿਤ ਨਹੀਂ ਰਹਿੰਦੇ। ਜਿਸ ਗ੍ਰਾਹਕ ਨੂੰ ਐਲਰਜੀ ਹੈ ਉਸ ਨੂੰ ਇਹ ਖਾਣਾ ਖਤਰਨਾਕ ਹੈ। ਇਹ ਸੁਨਿਸ਼ਚਿਤ ਕਰਨਾ ਮਹੱਤਵਪੂਰਨ ਹੈ ਕਿ ਸਾਰੇ ਖਾਣੇ ਅਤੇ ਬਣੇ ਖਾਣੇ ਐਲਰਜੀਨ ਸਮੇਤ ਸਮੱਗਰੀ ਦੀ ਸੂਚੀ ਨੂੰ ਸਪਸ਼ਟ ਤੌਰ ਤੇ ਲੇਬਲ ਲਗਾਉਂਦੇ ਹਨ। ਭੋਜਨ ਨੂੰ ਪੂਰੀ ਤਰ੍ਹਾਂ ਕਵਰ ਰੱਖੋ, ਮੋਹਰ ਬੰਦ ਕਰੋ ਜਾਂ ਸਮਰਪਿਤ ਸੀਲਬੰਦ ਡੱਬਿਆਂ ਵਿੱਚ ਰੱਖੋ ਜੇ ਜ਼ਰੂਰੀ ਹੈ ਅਤੇ ਭੰਡਾਰਨ ਵਾਲੇ ਖੇਤਰਾਂ ਉਪਕਰਣਾਂ ਵਿੱਚ ਖਾਣੇ ਦੀਆਂ ਗਿੱਲੀਆਂ ਚੀਜ਼ਾਂ ਨੂੰ ਤੁਰੰਤ ਸਾਫ਼ ਕਰ ਦਿੱਤਾ ਜਾਂਦਾ ਹੈ। ਐਲਰਜੀਨ ਰਹਿਤ ਚੀਜ਼ਾਂ ਨੂੰ ਅਲੱਗ ਅਤੇ ਤਰਜੀਹੀ ਤੌਰ ਤੇ ਐਲਰਜੀਨਿਕ ਤੱਤਾਂ ਵਾਲੀ ਥਾਂ ਤੇ ਉੱਚੇ ਪੱਧਰ ਤੇ ਸਟੋਰ ਕਰੋ। ਏਅਰਬੋਰਨਸ ਐਲਰਜੀਨਸ ਨੂੰ ਸੰਭਾਲਣ ਵੇਲੇ ਧਿਆਨ ਰੱਖੋ। ਜੁਰਮਾਨਾ ਜਾਂ ਸੰਚਾਲਿਤ ਐਲਰਜੀਨਾਂ ਦਾ ਭੋਜਨ ਪੱਕਾ ਕਰਨਾ, ਉਦਾਹਰਣ ਵਜੋਂ ਕਣਕ, ਗਲੂਟਨ ਵਾਲੇ ਆਟੇ ਦੀਆਂ ਥੈਲੀਆਂ ਨੂੰ ਸੰਭਾਲ ਕੇ ਸੰਭਾਲਿਆ ਜਾਂਦਾ ਹੈ ਤਾਂ ਜੋ ਪਾਰ ਤੋਂ ਦੂਸ਼ਿਤ ਹੋਣ ਤੋਂ ਬਚਾਅ ਕੀਤਾ ਜਾ ਸਕੇ ਅਤੇ ਧੂੜ ਨੂੰ ਇੱਕ ਭੋਜਨ ਤੋਂ ਦੂਜੇ ਭੋਜਨ ਵਿੱਚ ਤਬਦੀਲ ਨਾ ਕੀਤਾ ਜਾ ਸਕੇ। ਧੂੜ ਤੋਂ ਕ੍ਰਾਸ ਗੰਦਗੀ ਨੂੰ ਘਟਾਉਣ ਲਈ ਪੂਰੇ ਬੈਗ ਨੂੰ ਕੰਟੇਨਰ ਵਿੱਚ ਰੱਖਣਾ ਬਿਹਤਰ ਹੈ ਬਜਾਏ ਇਸ ਸਮੱਗਰੀ ਨੂੰ ਡੱਬੇ ਵਿੱਚ ਸੁੱਟਣ ਦੇ। ਰਸੋਈ ਵਿਧੀ ਭੋਜਨ ਦੀ ਤਿਆਰੀ। ਜੇ ਤੁਸੀਂ ਕਿਸੇ ਭੋਜਨ ਐਲਰਜੀ ਵਾਲੇ ਗ੍ਰਾਹਕ ਲਈ ਭੋਜਨ ਤਿਆਰ ਕਰਨ ਲਈ ਸਹਿਮਤ ਹੋ ਤਾਂ ਤੁਹਾਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਭੋਜਨ ਐਲਰਜੀਨਿਕ ਤੱਤਾਂ ਤੋਂ ਮੁਕਤ ਹੈ ਅਤੇ ਇਹ ਸੁਨਿਸ਼ਚਿਤ ਕਰੋ ਕਿ ਭੋਜਨ ਐਲਰਜੀਨ ਨਾਲ ਪ੍ਰਦੂਸ਼ਿਤ ਨਹੀਂ ਹੈ। ਇਹ ਪੱਕਾ ਕਰਨ ਲਈ ਕਿ ਜਦ ਖਾਣਾ ਤਿਆਰ ਕੀਤਾ ਜਾਂਦਾ ਹੈ ਤਾਂ ਅਜਿਹਾ ਨਹੀਂ ਹੁੰਦਾ। ਇਸ ਲਈ ਆਪਣੀ ਭੋਜਨ ਐਲਰਜੀ ਪ੍ਰਬੰਧਨ ਪ੍ਰਕਿਰਿਆਵਾਂ ਦੀ ਪਾਲਣਾ ਕਰੋ। ਜੇ ਤੁਹਾਨੂੰ ਕਿਸੇ ਕਰਕੇ
ਕਿਸੇ ਅੰਸ਼ ਨੂੰ ਬਦਲਣ ਦੀ ਜ਼ਰੂਰਤ ਹੈ ਤਾਂ ਇਹ ਸੁਨਿਸ਼ਚਿਤ ਕਰੋ ਕਿ ਐਲਰਜੀਨ ਦੀ ਜਾਣਕਾਰੀ ਉਪਭੋਗਤਾ ਨੂੰ ਦਿੱਤੀ ਜਾਵੇ। ਇਹ ਸੁਨਿਸ਼ਚਿਤ ਕਰਨ ਲਈ ਜਾਂਚ ਕਰੋ ਕਿ ਡਿਸ਼ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਕਿਸੇ ਵੀ ਸਮੱਗਰੀ ਵਿੱਚ ਐਲਰਜੀਨ ਨਾ ਹੋਵੇ ਜਿਸ ਨਾਲ ਗਾਹਕ ਨੂੰ ਐਲਰਜੀ ਹੁੰਦੀ ਹੈ। ਜੇ ਤੁਸੀਂ ਉਸ ਡਿਸ਼ ਨੂੰ ਤਿਆਰ ਕਰਨ ਲਈ ਕਿਸੇ ਸਮੱਗਰੀ ਦੀ ਵਰਤੋਂ ਕਰ ਰਹੇ ਹੋ ਜਿਸ ਤੇ ਲਿਖਿਆ ਹੋਵੇ ਇਸ ਵਿੱਚ ਐਲਰਜੀਨ ਹੋ ਸਕਦੇ ਹਨ, ਹਰ ਗਾਹਕ ਨੂੰ ਦੱਸੋ ਅਤੇ ਉਹਨਾਂ ਨੂੰ ਪੁੱਛੋ ਕਿ ਉਹ ਅਜੇ ਵੀ ਆਰਡਰ ਕਰਨਾ ਚਾਹੁੰਦੇ ਹਨ। ਜਿਨ੍ਹਾਂ ਗ੍ਰਾਹਕਾਂ ਨੂੰ ਭੋਜਨ ਐਲਰਜੀ ਹੈ ਉਹਨਾਂ ਲਈ ਭੋਜਨ ਪਹਿਲੇ ਤਿਆਰ ਕਰ ਲਓ ਜਾਂ ਅਲੱਗ ਸਮੇਂ ਤੇ ਕਰੋ ਜਦੋਂ ਤੁਸੀਂ ਸਾਰੇ ਖਾਣਾ ਬਣਾਉਣ ਵਾਲੇ ਸੰਦ ਅਤੇ ਭਾਂਡੇ ਚੰਗੀ ਤਰ੍ਹਾਂ ਸਾਫ਼ ਕੀਤੇ ਹੋਣ। ਜਦੋਂ ਤੁਹਾਨੂੰ ਡਿਸ਼ ਤਿਆਰ ਕਰਨ ਲਈ ਕਿਹਾ ਜਾਂਦਾ ਹੈ ਜਿਸ ਵਿੱਚ ਕੋਈ ਖਾਸ ਤੱਤ ਨਹੀਂ ਹੁੰਦਾ ਤਾਂ ਇਹ ਸੁਨਿਸ਼ਚਿਤ ਕਰੋ ਕਿ ਕੰਮ ਦੀਆਂ ਸਤਹਾਂ ਤੇ ਉਪਕਰਣ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕੀਤੇ ਗਏ ਹਨ। ਧਿਆਨ ਰੱਖੋ, ਕੁਝ ਉਪਕਰਣਾਂ ਨੂੰ ਅੰਦਰੂਨੀ ਤੌਰ ਤੇ ਸਹੀ ਤਰ੍ਹਾਂ ਸਾਫ਼ ਕਰਨਾ ਮੁਸ਼ਕਲ ਹੈ। ਉਦਾਹਰਣ ਲਈ ਬੱਤੀਆਂ, ਗ੍ਰਿਲਡ, ਤੰਦੂਰ, ਮਾਈਕ੍ਰੋਵੇਵ, ਪੀਜ਼ਾ ਓਵਨ, ਵੈਕਿਊਮ ਪੈਕਰ, ਬਲੈਂਡਰ ਅਤੇ ਮਿਕਸਰ। ਇਹ ਯਕੀਨੀ ਬਣਾਓ ਕਿ ਡਿਸ਼ ਤਿਆਰ ਕਰਨ ਤੋਂ ਪਹਿਲਾਂ ਸਟਾਫ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੇ। ਜੇ ਤੁਸੀਂ ਇੱਕ ਭੋਜਨ ਐਲਰਜੀ ਵਾਲੇ ਗਾਹਕ ਲਈ ਡਿਸ਼ ਤਿਆਰ ਕਰਦੇ ਸਮੇਂ ਕੋਈ ਗਲਤੀ ਕਰਦੇ ਹੋ ਤਾਂ ਸਿਰਫ ਡਿਸ਼ ਵਿੱਚੋਂ ਐਲਰਜੀਨ ਰੱਖਣ ਵਾਲੇ ਤੱਤ ਨੂੰ ਨਾ ਹਟਾਓ ਅਤੇ ਖਾਣੇ ਦੀ ਸ਼ੁਰੂਆਤ ਨੂੰ ਤਾਜ਼ੀ ਸਮੱਗਰੀ ਨਾਲ ਸ਼ੁਰੂ ਤੋਂ ਪਰੋਸੋ। ਇੱਕ ਸਾਫ਼ ਪਲੇਟ ਅਤੇ ਸਾਫ਼ ਬਰਤਨ ਨਾਲ ਸ਼ੁਰੂ ਕਰੋ। ਯਾਦ ਰੱਖੋ, ਬੈਕਟੀਰੀਆ ਦੇ ਉਲਟ ਐਲਰਜੀਨ ਹਮੇਸ਼ਾ ਖਾਣੇ ਵਿੱਚ ਮੌਜੂਦ ਹੁੰਦੇ ਹਨ ਅਤੇ ਖਾਣਾ ਪਕਾਉਣ ਨਾਲ ਨਹੀਂ ਹਟਾਇਆ ਜਾ ਸਕਦਾ। ਘਰ ਅੱਗੇ ਕਾਰਜ ਪ੍ਰਣਾਲੀਆਂ। ਸਾਨੂੰ ਦੱਸੋ ਜੇ ਤੁਹਾਨੂੰ ਐਲਰਜੀਨ ਹੈ। ਪੋਸਟਰ ਜੋ ਤੁਸੀਂ ਪਰਦੇ ਤੇ ਦੇਖਦੇ ਹੋ ਕੈਰਫਲੀ ਕਾਉਂਟੀ ਬੋਰੋ ਕੌਂਸਲ ਦੁਆਰਾ ਇੱਕ ਸੰਚਾਰ ਟੂਲ ਦੇ ਰੂਪ ਵਿੱਚ ਡਿਜ਼ਾਈਨ ਕੀਤਾ ਗਿਆ ਸੀ ਤਾਂ ਜੋ ਗਾਹਕਾਂ ਨੂੰ ਉਹਨਾਂ ਦੇ ਐਲਰਜੀ ਜਾਂ ਅਸਹਿਣਸ਼ੀਲਤਾ ਬਾਰੇ ਭੋਜਨ ਦੇ ਕਾਰੋਬਾਰ ਨੂੰ ਸੂਚਿਤ ਕਰਨ ਵਿੱਚ ਸਹਾਇਤਾ ਕਰਦਾ ਹੈ। ਪੋਸਟਰ ਬਹੁਭਾਸ਼ਾਈ ਹਨ ਅਤੇ 9 ਭਾਸ਼ਾਵਾਂ ਅੰਗਰੇਜ਼ੀ, ਵੈਲਸ਼, ਪੰਜਾਬੀ, ਉਰਦੂ, ਤੁਰਕੀ, ਬੰਗਾਲੀ, ਮੈਂਡਰਿਨ, ਕੈਂਟੋਨੀਜ਼ ਅਤੇ ਕੁਰਦਿਸ਼ ਵਿੱਚ ਉਪਲਬਧ ਹਨ। ਇਹਨਾਂ ਨੂੰ ਕਿਵੇਂ ਡਾਊਨਲੋਡ ਕਰਨਾ ਹੈ ਬਾਰੇ ਜਾਣਕਾਰੀ ਕੈਰਫਲੀ ਕਾਉਂਟੀ ਬੋਰੋ ਕੌਂਸਲ ਦੀ ਵੈਬਸਾਈਟ www.carefully.gov.uk/trading-standards ਤੇ ਉਪਲਬਧ ਹੈ। ਇਹ ਕੋਈ ਕਾਨੂੰਨ ਨੋਟਿਸ ਨਹੀਂ ਹੈ ਪਰ ਅਸੀਂ ਕਾਰੋਬਾਰਾਂ ਨੂੰ ਉਤਸ਼ਾਹ ਦੇਵਾਂਗੇ ਕਿ ਉਹ ਇਸ ਨੂੰ ਘਰ ਦੇ ਸਾਹਮਣੇ ਪ੍ਰਮੁਖਤਾ ਨਾਲ ਪ੍ਰਦਰਸ਼ਿਤ ਕਰਨ ਅਤੇ ਵਿਚਾਰ ਕਰਨ ਜਿੱਥੇ ਇਹ ਆਸਾਨੀ ਨਾਲ ਵੇਖਿਆ ਜਾ ਸਕਦਾ ਹੈ। ਜਦਕਿ ਗ੍ਰਾਹਕ ਤੇ ਕੋਈ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਤੁਹਾਨੂੰ ਖਾਣੇ ਦੀ ਕਿਸੇ ਐਲਰਜੀ ਜਾਂ ਅਸਹਿਣਸ਼ੀਲਤਾ ਬਾਰੇ ਸੂਚਿਤ ਕਰੇ। ਜਦੋਂ ਤੁਸੀਂ ਟੈਲੀਫੋਨ ਤੇ ਆਰਡਰ ਲੈਂਦੇ ਸਮੇਂ ਜਾਂ ਮਹਿਮਾਨਾਂ ਨੂੰ ਬਿਠਾਉਂਦੇ ਸਮੇਂ ਹਰ ਗਾਹਕ ਨੂੰ ਪੁੱਛੋ ਕਿ ਉਹ ਜਾਂ ਜੋ ਪਾਰਟੀ ਖਾਣਾ ਖਾ ਰਹੀ ਹੈ ਕੋਈ ਐਲਰਜੀ ਜਾਂ ਅਸਹਿਣਸ਼ੀਲਤਾ ਜਿਸ ਬਾਰੇ ਤੁਹਾਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ। ਧਿਆਨ ਰੱਖੋ ਕਿ ਕੁਝ ਲੋਕਾਂ ਲਈ ਖਾਸ ਕਰਕੇ ਹਾਣੀਆਂ ਦੇ ਸਾਹਮਣੇ ਜਨਤਕ ਤੌਰ ਤੇ ਵਿਚਾਰ ਵਟਾਂਦਰੇ ਲਈ ਇਹ ਸੌਖੀ ਗੱਲ ਨਹੀਂ ਹੈ ਅਤੇ ਸੰਵੇਦਨਸ਼ੀਲ ਪ੍ਰਬੰਧਨ ਦੀ ਜ਼ਰੂਰਤ ਹੋ ਸਕਦੀ ਹੈ। ਸਟਾਫ ਨੂੰ ਲਾਜ਼ਮੀ ਪਤਾ ਹੋਣਾ ਚਾਹੀਦਾ ਹੈ ਕਿ ਹਰ ਤਰ੍ਹਾਂ ਦੀ ਐਲਰਜੀ ਦੀ ਜਾਣਕਾਰੀ ਕਿੱਥੋਂ ਮਿਲ ਸਕਦੀ ਹੈ। ਇਹ ਤੁਹਾਡੀ ਸਹਾਇਤਾ ਕਰੇਗਾ ਜੇ ਤੁਹਾਡੇ ਕੋਲ ਇੱਕ ਸਮਰਪਿਤ ਸਥਾਨ ਸੀ ਜਿੱਥੇ ਇਹ ਜਾਣਕਾਰੀ ਰੱਖੀ ਗਈ ਹੈ। ਜਿਵੇਂ ਪਹਿਲਾਂ ਦੱਸਿਆ ਗਿਆ ਹੈ, ਤੁਸੀਂ ਮੌਜੂਦਾ ਟੇਬਲ, ਖਾਣਾ ਬਣਾਉਣ ਦੀਆਂ ਵਿਧੀਆਂ, ਐਲਰਜੀ ਚਾਰਟ ਆਦਿ ਵਰਤ ਸਕਦੇ ਹੋ ਜਾਂ ਤੁਸੀਂ ਸਟਾਫ ਨੂੰ ਇੱਕ ਚੈੱਕਲਿਸਟ ਜਾਂ ਮਾਰਗਦਰਸ਼ਨ ਪ੍ਰਦਾਨ ਕਰਨ ਬਾਰੇ ਵਿਚਾਰ ਕਰ ਸਕਦੇ ਹੋ ਕਿ ਉਹ ਆਦੇਸ਼ ਲੈਣ ਵੇਲੇ ਹਵਾਲੇ ਦੇ ਸਕਦੇ ਹਨ ਜੋ ਉਜਾਗਰ ਕਰਦਾ ਹੈ ਕਿ ਕਿਹੜੇ ਪਕਵਾਨਾਂ ਵਿੱਚ ਕਿਸ ਕਿਸਮ ਦੇ ਐਲਰਜੀਨਿਕ ਤੱਤ ਹੁੰਦੇ ਹਨ। ਤੁਹਾਡੇ ਵਿੱਚੋਂ ਕੁਝ ਲੋਕਾਂ ਕੋਲ ਇਲੈਕਟ੍ਰੋਨਿਕ ਡਿਵਾਈਸਿਸ ਤੇ ਇਹ ਜਾਣਕਾਰੀ ਉਪਲਬਧ ਹੋਵੇਗੀ। ਹਾਲਾਂਕਿ ਤੁਸੀਂ ਇਹ ਕਰਨ ਦੀ ਚੋਣ ਕਰਦੇ ਹੋ, ਸਟਾਫ ਕੋਲ ਸਹੀ ਐਲਰਜੀ ਜਾਣਕਾਰੀ ਦੀ ਸਹੀ ਪਹੁੰਚ ਹੋਣੀ ਚਾਹੀਦੀ ਹੈ ਅਤੇ ਇਸ ਨੂੰ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈ। ਸਟਾਫ ਨੂੰ ਹਮੇਸ਼ਾ ਐਲਰਜੀਨ ਜਾਣਕਾਰੀ ਦੀ ਜਾਂਚ ਕਰਨ ਲਈ ਸਿਖਲਾਈ ਦਿਓ। ਘਰ ਅੱਗੇ ਕਾਰਜ ਪ੍ਰਣਾਲੀਆਂ। 2. ਇੱਕ ਵਾਰ ਜਦੋਂ ਕੋਈ ਗਾਹਕ ਤੁਹਾਨੂੰ ਭੋਜਨ ਐਲਰਜੀ ਬਾਰੇ ਸੂਚਿਤ ਕਰਦਾ ਹੈ ਜਾਂ ਅਸਹਿਣਸ਼ੀਲਤਾ ਲਈ ਕੁਝ ਵੀ ਮੌਕਾ ਨਹੀਂ ਛੱਡਦਾ, ਉਹਨਾਂ ਨੂੰ ਦਿਖਾਓ ਤੁਸੀਂ ਸ਼ੁਰੂ ਤੋਂ ਹੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋ। ਬੁਕਿੰਗ ਕਰਨ ਵੇਲੇ ਕਿਸੇ ਗਾਹਕ ਦੀਆਂ ਖੁਰਾਕ ਸੰਬੰਧੀ ਜ਼ਰੂਰਤਾਂ ਨੂੰ ਜਾਣਨਾ ਤੁਹਾਨੂੰ ਪਕਵਾਨਾਂ ਦੀ ਪਹਿਚਾਣ ਕਰਨ ਵਿੱਚ ਸਹਾਇਤਾ ਦੇਵੇਗਾ ਜੋ ਗਾਹਕ ਦੇ ਖਾਣ ਲਈ ਉਚਿਤ ਨਹੀਂ ਹੈ
ਅਤੇ ਨਾਲ ਹੀ ਗਾਹਕ ਨੂੰ ਉਹਨਾਂ ਪਕਵਾਨਾਂ ਲਈ ਨਿਰਦੇਸ਼ਿਤ ਕਰਨ ਵਿੱਚ ਸਹਾਇਤਾ ਕਰਦੇ ਹਨ ਜੋ ਉਹਨਾਂ ਲਈ ਸੁਰੱਖਿਅਤ ਹਨ। ਇਹ ਰਸੋਈ ਵਿੱਚ ਯੋਜਨਾ ਬਣਾਉਣ ਵਿੱਚ ਸਹਾਇਤਾ ਕਰੇਗਾ। ਉਹ ਗ੍ਰਾਹਕ ਜਿਨ੍ਹਾਂ ਕੋਲ ਸਕਾਰਾਤਮਕ ਤਜਰਬਾ ਹੁੰਦਾ ਹੈ, ਤੁਹਾਡੇ ਕਾਰੋਬਾਰ ਪ੍ਰਤੀ ਵਫਾਦਾਰ ਬਣਨ ਦੀ ਸੰਭਾਵਨਾ ਵਧੇਰੇ ਹੁੰਦੇ ਹਨ। ਇਹ ਸੁਨਿਸ਼ਚਿਤ ਕਰੋ ਕਿ ਤੁਹਾਡੇ ਸਟਾਫ ਨੂੰ ਪਤਾ ਹੈ ਕਿ ਖਾਸ ਗਾਹਕ ਦੀਆਂ ਜ਼ਰੂਰਤਾਂ ਨਾਲ ਕਿਵੇਂ ਨਜਿੱਠਣਾ ਹੈ। ਉਦਾਹਰਣ ਦੇ ਲਈ, ਸਟਾਫ ਨੂੰ ਇਸ ਬਾਰੇ ਵਿਚਾਰ ਵਟਾਂਦਰੇ ਦੀ ਜ਼ਰੂਰਤ ਹੋ ਸਕਦੀ ਹੈ ਕਿ ਕਿਹੜਾ ਐਲਰਜੈਨਿਕ ਖਤਰਨਾਕ ਗੰਦਗੀ ਕਾਰਨ ਐਲਰਜੀਨ ਦੀ ਅਣਜਾਣਪੁਣਾ ਮੌਜੂਦਗੀ ਜਾਂ ਸ਼ਾਮਲ ਹੋ ਸਕਦੀ ਹੈ ਦੀ ਚੇਤਾਵਨੀ ਦੇਣ ਵਾਲੇ ਤੱਤਾਂ ਦੀ ਵਰਤੋਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੀ ਜ਼ਰੂਰਤ ਹੋ ਸਕਦੀ ਹੈ। ਇਹ ਬਹੁਤ ਮਹੱਤਵਪੂਰਨ ਹੈ ਕਿ ਕਿਸੇ ਵੀ ਗ੍ਰਾਹਕ ਦੀ ਐਲਰਜੀ ਅਸਹਿਣਸ਼ੀਲਤਾ ਸਹੀ ਢੰਗ ਨਾਲ ਰਿਕਾਰਡ ਕੀਤੀ ਜਾਣੀ ਚਾਹੀਦੀ ਹੈ ਜਦੋਂ ਆਰਡਰ ਦਿੱਤਾ ਜਾਂਦਾ ਹੈ ਅਤੇ ਸਟਾਫ ਰਸੋਈ ਨੂੰ ਸੁਚੇਤ ਕਰਦਾ ਹੈ ਕਿ ਉਹ ਜਿਸ ਭੋਜਨ ਨੂੰ ਤਿਆਰ ਕਰਨ ਜਾ ਰਹੇ ਹਨ ਉਹ ਕਿਸੇ ਭੋਜਨ ਐਲਰਜੀ ਜਾਂ ਅਸਹਿਣਸ਼ੀਲਤਾ ਵਾਲੇ ਵਿਅਕਤੀ ਲਈ ਹੈ। ਵਿਚਾਰ ਕਰੋ ਅਤੇ ਸਮੀਖਿਆ ਕਰੋ ਕਿ ਇਹ ਆਰਡਰ ਕਿਵੇਂ ਉਜਾਗਰ ਕੀਤੇ ਜਾਂਦੇ ਹਨ। ਉਦਾਹਰਣ ਦੇ ਤੌਰ ਤੇ, ਕੀ ਇਹ ਆਰਡਰ ਤੇ ਲਿਖਤ ਵਿੱਚ ਹੈ ਕਿ ਇਹ ਨਕਦ ਰਜਿਸਟਰ ਸਾਫਟਵੇਅਰ ਤੇ ਫਲੈਗ ਕੀਤਾ ਜਾਂਦਾ ਹੈ ਅਤੇ ਕੀ ਸ਼ੈਫ ਨੂੰ ਸਿੱਧਾ ਦੱਸਿਆ ਜਾਂਦਾ ਹੈ। ਘਰ ਦੇ ਅਗਲੇ ਅਤੇ ਪਿਛਲੇ ਵਿਚਕਾਰ ਸੰਚਾਰਨ ਕੁੰਜੀ ਹੈ। ਸਟਾਫ ਨੂੰ ਲਾਜ਼ਮੀ ਪਤਾ ਹੋਣਾ ਚਾਹੀਦਾ ਹੈ ਕਿ ਆਰਡਰ ਕਿਵੇਂ ਸੁਲਝਾਏ ਜਾਂਦੇ ਹਨ ਅਤੇ ਸਟਾਫ ਨੂੰ ਕਿਵੇਂ ਸੰਚਾਰਿਤ ਕੀਤਾ ਜਾਂਦਾ ਹੈ ਜੋ ਗਾਹਕਾਂ ਦੇ ਖਾਣੇ ਦੀ ਚੋਣ, ਤਿਆਰ ਅਤੇ ਸੇਵਾ ਕਰਦੇ ਹਨ। ਇਹ ਖਾਸ ਤੌਰ ਤੇ ਮਹੱਤਵਪੂਰਨ ਹੈ ਜਿੱਥੇ ਕੋਈ ਖਾਸ ਐਲਰਜੀਨ ਜ਼ਰੂਰਤਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਗਾਹਕ ਬਿਨਾਂ ਕਿਸੇ ਐਲਰਜੈਨਿਕ ਤੱਤ ਦੇ ਸਟੈਂਡਰਡ ਡਿਸ਼ ਦਾ ਆਰਡਰ ਦਿੰਦਾ ਹੈ। ਇਹ ਸੁਨਿਸ਼ਚਿਤ ਕਰੋ ਕਿ ਹਰ ਐਲਰਜੀਨਿਕ ਰਹਿਤ ਭੋਜਨ ਦੀ ਸੁਰੱਖਿਅਤ ਤਿਆਰੀ ਅਤੇ ਸਹੀ ਗਾਹਕਾਂ ਨੂੰ ਇਸ ਦੀ ਸੰਪੁਰਦਗੀ ਨੂੰ ਯਕੀਨੀ ਬਣਾਉਣ ਲਈ ਇੱਕ ਪ੍ਰਕਿਰਿਆ ਹੈ। ਐਲਰਜੀ ਦੀਆਂ ਕੋਈ ਸ਼ਿਕਾਇਤਾਂ ਜਾਂ ਘਟਨਾਵਾਂ ਦੀ ਇੱਕ ਜ਼ਰੂਰੀ ਵਜੋਂ ਜਾਂਚ ਕਰੋ। ਪਤਾ ਲਗਾਓ ਕਿ ਕੀ ਗਲਤ ਹੋਇਆ ਹੈ। ਮੁਲਾਂਕਣ ਕਰੋ ਕਿ ਕੋਈ ਜੋਖਮ ਹੈ ਅਤੇ ਇਸ ਜੋਖਮ ਨੂੰ ਦੂਰ ਕਰਨ ਲਈ ਸਹੀ ਕਾਰਵਾਈ ਕਰੋ। ਤੁਸੀਂ ਵਾਤਾਵਰਣ, ਸਿਹਤ ਜਾਂ ਵਪਾਰਕ ਮਿਆਰਾਂ ਦੇ ਵਿਭਾਗਾਂ ਤੋਂ ਸਲਾਹ ਮੰਗ ਸਕਦੇ ਹੋ। ਆਪਣੇ ਐਲਰਜੀਨ ਜੋਖਮ ਮੁਲਾਂਕਣ ਨੀਤੀਆਂ ਅਤੇ ਪ੍ਰਕਿਰਿਆਵਾਂ ਦੀ ਸਮੀਖਿਆ ਅਪਡੇਟ ਕਰੋ। ਐਲਰਜੀਨ ਪ੍ਰਬੰਧਨ ਵਿੱਚ ਕਰਮਚਾਰੀਆਂ ਨੂੰ ਉਚਿਤ ਤੌਰ ਤੇ ਸਿਖਲਾਈ ਦਿਓ ਅਤੇ ਆਪਣੀਆਂ ਖੋਜਾਂ ਨੂੰ ਰਿਕਾਰਡ ਕਰੋ। ਸਟਾਫ ਦੀ ਸਿਖਲਾਈ। ਸਾਰੇ ਸਟਾਫ ਨੂੰ ਨਿਯੁਕਤ ਕਰਨ ਤੇ ਸਿਖਲਾਈ ਦਿਓ, ਚਾਹੇ ਉਹਨਾਂ ਕੋਲ ਖਾਣ ਅਤੇ ਪੀਣ ਦੇ ਖੇਤਰ ਵਿੱਚ ਕੰਮ ਕਰਨ ਦੀ ਪਿਛਲੀ ਸਿਖਲਾਈ ਹੈ ਜਾਂ ਤਜਰਬਾ ਹੈ। ਆਪਣੇ ਕਾਰੋਬਾਰ ਦੀਆਂ ਐਲਰਜੀਨ ਪ੍ਰਬੰਧਨ ਪ੍ਰਕਿਰਿਆਵਾਂ ਤੇ ਧਿਆਨ ਕੇਂਦਰਿਤ ਕਰੋ। ਸਾਰੇ ਸਟਾਫ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੀ ਕਰਨਾ ਹੈ ਜਦੋਂ ਕੋਈ ਗਾਹਕ ਤੁਹਾਡੇ ਪਕਵਾਨਾਂ ਅਤੇ ਪੀਣ ਵਾਲੇ ਪਦਾਰਥਾਂ ਵਿੱਚ ਐਲਰਜੀਨ ਦੀ ਮੌਜੂਦਗੀ ਬਾਰੇ ਪੁੱਛਦਾ ਹੈ। ਉਹਨਾਂ ਨੂੰ ਇਹ ਜਾਣਨ ਦੀ ਜ਼ਰੂਰਤ ਹੋਵੇਗੀ ਕਿ ਬੇਨਤੀ ਨਾਲ ਕਿਵੇਂ ਨਜਿੱਠਣਾ ਹੈ ਅਤੇ ਉਹਨਾਂ ਨੂੰ ਸਟਾਫ ਦੇ ਕਿਸੇ ਹੋਰ ਮੈਂਬਰ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਜਿਸ ਨੇ ਐਲਰਜੀਨਜ਼ ਨਾਲ ਨਜਿੱਠਣ ਲਈ ਜ਼ਿੰਮੇਵਾਰੀ ਨਿਰਧਾਰਤ ਕੀਤੀ ਹੈ। ਉਦਾਹਰਣ ਵਜੋਂ, ਇੱਕ ਮੈਨੇਜਰ ਜਾਂ ਸ਼ੈਫ। ਸਟਾਫ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਾਨੂੰਨੀ ਤੌਰ ਤੇ ਕਿਸੇ ਗ੍ਰਾਹਕ ਨੂੰ ਕਿਹੜੀ ਜਾਣਕਾਰੀ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ ਜੋ ਕਾਨੂੰਨ ਦੁਆਰਾ ਘੋਸ਼ਿਤ ਕੀਤੇ ਜਾਣ ਵਾਲੇ 14 ਐਲਰਜੀਨਾਂ ਬਾਰੇ ਪੁੱਛਗਿੱਛ ਕਰਦਾ ਹੈ। ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜੇ ਗਾਹਕ ਨੂੰ ਕਿਸੇ ਸਮੱਗਰੀ ਤੋਂ ਐਲਰਜੀ ਅਸਹਿਣਸ਼ੀਲਤਾ ਹੈ ਜੋ 14 ਵਿੱਚੋਂ ਇੱਕ ਨਹੀਂ ਹੈ। ਸਟਾਫ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਐਲਰਜੀ ਸੰਬੰਧੀ ਜਾਣਕਾਰੀ ਨੂੰ ਕਿੱਥੇ ਪ੍ਰਾਪਤ ਕਰ ਸਕਦੇ ਹਨ ਅਤੇ ਪਹੁੰਚ ਕਰ ਸਕਦੇ ਹਨ। ਉਦਾਹਰਣ ਲਈ, ਖਾਣੇ ਦੇ ਲੇਬਲ, ਵਿਅੰਜਨ ਸ਼ੀਟ, ਐਲਰਜੀ ਚਾਰਟ ਜਾਂ ਐਲਰਜੀਨ ਜਾਣਕਾਰੀ ਫਾਈਲਾਂ। ਜੇ ਤੁਸੀਂ ਆਪਣਾ ਮੇਨੂ ਬਦਲਦੇ ਹੋ, ਪਕਵਾਨਾਂ ਨੂੰ ਬਣਾਉਣ ਦਾ ਤਰੀਕਾ ਬਦਲਦੇ ਹੋ ਜਾਂ ਇੱਕ ਨਵਾਂ ਸਪਲਾਇਰ ਵਰਤਦੇ ਹੋ, ਤਾਂ ਇਹ ਸੁਨਿਸ਼ਚਿਤ ਕਰੋ ਕਿ ਤੁਹਾਡੀ ਐਲਰਜੀ ਸਮੱਗਰੀ ਦੀ ਸਾਰੀ ਜਾਣਕਾਰੀ ਆਨਲਾਈਨ ਸ਼ਾਮਿਲ ਹੋਵੇ ਅਤੇ ਅਪਡੇਟ ਕੀਤੀ ਗਈ ਹੈ ਅਤੇ ਸਟਾਫ ਨੂੰ ਤਬਦੀਲੀ ਬਾਰੇ ਦੱਸੋ। ਇਹ ਲਾਗੂ ਹੁੰਦਾ ਹੈ ਜੇ ਤੁਹਾਡਾ ਸਪਲਾਇਰ ਉਸ ਨੂੰ ਵੱਖਰਾ ਉਤਪਾਦ ਭੇਜਦਾ ਹੈ ਜਿਸ ਦਾ ਤੁਸੀਂ ਆਰਡਰ ਕੀਤਾ ਹੈ। ਕਰਮਚਾਰੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਐਲਰਜੀਨ ਨੂੰ ਨਿਯੰਤਰਣ ਕਰਨ ਲਈ ਭੋਜਨ ਨੂੰ
ਜਾਣ-ਬੁੱਝ ਕੇ ਅਤੇ ਅਣਜਾਣੇ ਵਿੱਚ ਕਿਵੇਂ ਸੰਭਾਲਿਆ ਜਾਣਾ ਚਾਹੀਦਾ ਹੈ। ਉਹਨਾਂ ਨੂੰ ਨਿੱਜੀ ਸਫਾਈ ਦੀ ਮਹੱਤਤਾ ਅਤੇ ਉਹਨਾਂ ਨੂੰ ਕਿਹੜੇ ਨਿੱਜੀ ਸੁਰੱਖਿਆ ਵਾਲੇ ਕੱਪੜੇ ਪਹਿਨਣ ਦੀ ਜ਼ਰੂਰਤ ਹੁੰਦੀ ਹੈ ਬਾਰੇ ਵੀ ਜਾਣਨਾ ਚਾਹੀਦਾ ਹੈ। ਇਹ ਸੁਨਿਸ਼ਚਿਤ ਕਰੋ ਕਿ ਸਟਾਫ ਐਲਰਜੀਨ ਮੁਕਤ ਖਾਣੇ ਦੀ ਸੇਵਾ ਕਰਨ ਵਿੱਚ ਯਕੀਨ ਰੱਖਦਾ ਹੋਵੇ ਅਤੇ ਉਹ ਐਲਰਜੀਨ ਮੁਕਤ ਭੋਜਨ ਰਾਹੀਂ ਗਾਹਕਾਂ ਤੱਕ ਪਹੁੰਚਾਉਣ ਦੀ ਮਹੱਤਤਾ ਨੂੰ ਸਮਝਦੇ ਹਨ। ਗਲਤ ਜਾਣਕਾਰੀ ਮੁਹੱਈਆ ਕਰਾਉਣ ਤੇ ਇਸ ਨੂੰ ਗਲਤ ਕਰਨ ਦੇ ਨਤੀਜਿਆਂ ਪ੍ਰਤੀ ਸਟਾਫ ਨੂੰ ਚੇਤੰਨ ਹੋਣਾ ਚਾਹੀਦਾ ਹੈ। ਸਾਰੇ ਕਰਮਚਾਰੀਆਂ ਨੂੰ ਤੁਹਾਡੀਆਂ ਐਮਰਜੈਂਸੀ ਪ੍ਰਕਿਰਿਆਵਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਅਤੇ ਮੁੱਢਲੀ ਡਾਕਟਰੀ ਸਹਾਇਤਾ ਵਿੱਚ ਸਿਖਲਾਈ ਪ੍ਰਾਪਤ ਸਟਾਫ ਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਜੇ ਕੋਈ ਵਿਅਕਤੀ ਐਨਾਫਾਈਲੈਕਸਿਸ ਤੋਂ ਪੀੜਿਤ ਹੈ ਤਾਂ ਕੀ ਕਰਨਾ ਹੈ। ਕਰਮਚਾਰੀਆਂ ਦੀ ਨਿਗਰਾਨੀ ਕਰੋ। ਇਹ ਸੁਨਿਸ਼ਚਿਤ ਕਰੋ ਕਿ ਉਹ ਨੀਤੀਆਂ ਅਤੇ ਅਮਲਾਂ ਨੂੰ ਜਾਣਦੇ ਹਨ ਅਤੇ ਉਹਨਾਂ ਦੀ ਕਦਰ ਕਰਦੇ ਹਨ। ਇਹ ਸੁਨਿਸ਼ਚਿਤ ਕਰੋ ਕਿ ਉਹਨਾਂ ਦੀ ਨਿਯਮਤ ਤੌਰ ਤੇ ਜਾਂਚ ਕੀਤੀ ਜਾਂਦੀ ਹੈ। ਸਟਾਫ ਨੂੰ ਬਕਾਇਦਾ ਰਿਫਰੈਸ਼ਰ ਸਿਖਲਾਈ ਲੈਣੀ ਚਾਹੀਦੀ ਹੈ। ਇੱਕ ਅਪਡੇਟ ਜਾਂ ਵਾਧੂ ਰਿਫਰੈਸ਼ਰ ਸਿਖਲਾਈ ਪ੍ਰਦਾਨ ਕਰੋ ਜੇ ਨਿਯਮਾਂ ਜਾਂ ਨੀਤੀਆਂ ਬਦਲਦੀਆਂ ਹੋਈਆਂ ਹਨ, ਤੁਸੀਂ ਸ਼ਿਕਾਇਤਾਂ ਤੋਂ ਜਾਣੂ ਹੋ, ਨੇੜੇ ਕੁਝ ਵਾਪਰਿਆ ਹੈ। ਕਿਸੇ ਵੀ ਕੋਰਸ ਦੇ ਸਰਟੀਫਿਕੇਟ ਸਮੇਤ ਆਪਣੇ ਸਟਾਫ ਦੀ ਸਿਖਲਾਈ ਦੇ ਰਿਕਾਰਡ ਰੱਖੋ। ਆਪਣੀ ਹਫ਼ਤਾਵਾਰੀ ਡਾਇਰੀ ਵਿੱਚ ਐਲਰਜੀਨ ਬਾਰੇ ਸਟਾਫ ਨੂੰ ਕੋਈ ਤਬਦੀਲੀ, ਐਲਰਜੀਨ ਜਾਂ ਸਟਾਫ ਦੀ ਸਿਖਲਾਈ ਬਾਰੇ ਵਿਚਾਰ ਵਟਾਂਦਰੇ ਨੂੰ ਰਿਕਾਰਡ ਕਰੋ। ਜੇ ਤੁਸੀਂ ਸੁਰੱਖਿਅਤ ਭੋਜਨ ਬਿਹਤਰ ਵਪਾਰ ਦੀ ਵਰਤੋਂ ਕਰਦੇ ਹੋ ਤਾਂ ਇਸ ਨੂੰ ਵਾਧੂ ਚੈੱਕਅਪ ਭਾਗ ਵਿੱਚ ਸ਼ਾਮਲ ਕਰੋ। ਫੂਡ ਸਟੈਂਡਰਡਸ ਏਜੰਸੀ ਨਾ ਭੁੱਲੋ ਕਿ ਮੁਫਤ ਆਨਲਾਈਨ ਐਲਰਜੀ ਸਿਖਲਾਈ ਅਤੇ ਡਾਊਨਲੋਡ ਕਰਨ ਯੋਗ ਸਰੋਤਾਂ ਦੀ ਪੇਸ਼ਕਸ਼ ਕਰਦਾ ਹੈ ਜੋ ਤੁਹਾਨੂੰ ਲਾਭਦਾਇਕ ਲੱਗ ਸਕਦਾ ਹੈ। ਗੈਰ ਪ੍ਰੀ-ਪੈਕਡ ਕੀਤੇ ਭੋਜਨ ਲਈ ਐਲਰਜੀਨ ਜਾਣਕਾਰੀ। ਗੈਰ ਪ੍ਰੀ-ਪੈਕਡ ਭੋਜਨ ਅੰਤਮ ਖਪਤਕਾਰਾਂ ਨੂੰ ਪੇਸ਼ ਕੀਤਾ ਜਾਂਦਾ ਕੋਈ ਭੋਜਨ ਹੁੰਦਾ ਹੈ ਜੋ ਪ੍ਰੀ-ਪੈਕਡ ਭੋਜਨ ਦੀ ਪਰਿਭਾਸ਼ਾ ਦੇ ਅੰਦਰ ਨਹੀਂ ਆਉਂਦਾ। ਗੈਰ ਪੱਕੇ ਭੋਜਨ ਵਿੱਚ ਸ਼ਾਮਲ ਹਨ ਖੁੱਲ੍ਹਾ ਵਿਕਿਆ ਭੋਜਨ, ਖਾਣਾ ਇੱਕ ਰੈਸਟੋਰੈਂਟ ਵਿੱਚ ਪਰੋਇਆ ਅਤੇ ਟੇਕਅਵੇ ਵਿੱਚ ਵੇਚਿਆ, ਖਾਣ ਦੀਆਂ ਵਸਤੂਆਂ ਜੋ ਖਪਤਕਾਰਾਂ ਦੇ ਕਹਿਣ ਤੇ ਉਸੇ ਥਾਂ ਪੈਕ ਕੀਤੀਆਂ ਜਾਂਦੀਆਂ ਹਨ, ਜਿਵੇਂ ਕਿ ਖਪਤਕਾਰਾਂ ਦੇ ਸਾਹਮਣੇ ਤਿਆਰ ਸਲਾਦ। ਉਹ ਕਾਰੋਬਾਰ ਜੋ ਗੈਰ ਪ੍ਰੀ-ਪੈਕਡ ਭੋਜਨ ਸਪਲਾਈ ਕਰਦੇ ਹਨ, ਉਦਾਹਰਣ ਵਜੋਂ ਰੈਸਟੋਰੈਂਟ, ਟੇਕਅਵੇ, ਕੇਟਰਰ, ਗ੍ਰਾਹਕਾਂ ਨੂੰ ਬੇਨਤੀ ਕਰਨ ਤੇ ਸਪਲਾਈ ਕਰਨਾ ਲਾਜ਼ਮੀ ਹੈ। ਕਾਨੂੰਨ ਵਿੱਚ ਸੂਚੀਬੱਧ 14 ਐਲਰਜੀਨਾਂ ਦੀ ਮੌਜੂਦਗੀ ਬਾਰੇ ਜਾਣਕਾਰੀ ਦੇ ਨਾਲ ਐਲਰਜੀਨ ਸੰਬੰਧੀ ਜਾਣਕਾਰੀ ਵੱਖ-ਵੱਖ ਤਰੀਕਿਆਂ ਨਾਲ ਗੈਰ ਪ੍ਰੀ-ਪੈਕਡ ਕੀਤੇ ਭੋਜਨ ਲਈ ਪ੍ਰਦਾਨ ਕੀਤੀ ਜਾ ਸਕਦੀ ਹੈ। ਲਿਖਤੀ ਵਿੱਚ ਉਦਾਹਰਣ ਦੇ ਲਈ ਮੇਨੂ, ਚੈਕਬੋਰਡਸ, ਭੋਜਨ ਵਿੱਚ ਮੌਜੂਦ ਐਲਰਜੀਨਾਂ ਦੀ ਸੂਚੀ ਬਣਾ ਕੇ ਇੱਕ ਨੋਟਿਸ ਜਾਂ ਟਿਕਟ। ਵਿਕਲਪਿਕ ਤੌਰ ਤੇ ਹਰ ਇੱਕ ਡਿਸ਼ ਵਿੱਚ ਮੌਜੂਦ ਐਲਰਜੀਨਾਂ ਨੂੰ ਦਰਸਾਉਂਦੀ ਇੱਕ ਸਿੰਗਲ ਐਲਰਜੀਨ ਨੋਟਿਸ ਦੀ ਆਗਿਆ ਹੈ, ਬਸ਼ਰਤੇ ਗਾਹਕ ਆਰਡਰ ਕਰਨ ਤੋਂ ਪਹਿਲਾਂ ਇਸ ਨੂੰ ਵੇਖ ਸਕਣ। ਜੇ ਗਾਹਕ ਆਪਣਾ ਆਰਡਰ ਇੱਕ ਬਿੰਦੂ ਤੇ ਦਿੰਦੇ ਹਨ, ਉਦਾਹਰਣ ਵਜੋਂ ਕਾਊਂਟਰ ਤੇ ਕਤਾਰ ਲਗਾ ਕੇ, ਜਾਣਕਾਰੀ ਸਿਰਫ ਉਸ ਬਿੰਦੂ ਤੋਂ ਦਿਖਾਈ ਦੇਣੀ ਚਾਹੀਦੀ ਹੈ। ਐਲਰਜੀਨ ਜਾਣਕਾਰੀ ਪ੍ਰਦਾਨ ਕਰਨ ਦਾ ਸਭ ਤੋਂ ਭਰੋਸੇਮੰਦ ਤਰੀਕਾ ਹੈ ਲਿਖਤੀ ਰੂਪ ਵਿੱਚ। ਇਸ ਨੂੰ ਉੱਤਮ ਅਭਿਆਸ ਮੰਨਿਆ ਜਾਣਾ ਚਾਹੀਦਾ ਹੈ। ਹਾਲਾਂਕਿ ਜੇ ਗਾਹਕ ਮਲਟੀਪਲ ਪੁਆਇੰਟਾਂ ਤੋਂ ਮੰਗਵਾ ਸਕਦੇ ਹਨ, ਬਾਰ ਤੋਂ, ਉਹਨਾਂ ਦੇ ਟੇਬਲ ਤੋਂ ਆਦਿ, ਤਾਂ ਜਾਣਕਾਰੀ ਹਰੇਕ ਬਿੰਦੂ ਤੇ ਪੇਸ਼ ਕੀਤੀ ਜਾਣੀ ਚਾਹੀਦੀ ਹੈ। ਉਦਾਹਰਣ ਲਈ ਮੇਨੂ ਤੇ। ਐਲਰਜੀਨ ਜਾਣਕਾਰੀ ਪ੍ਰਦਾਨ ਕਰਨ ਦਾ ਸਭ ਤੋਂ ਭਰੋਸੇਮੰਦ ਤਰੀਕਾ ਹੈ ਲਿਖਤੀ ਰੂਪ ਵਿੱਚ। ਇਸ ਨੂੰ ਉੱਤਮ ਅਭਿਆਸ ਮੰਨਿਆ ਜਾਣਾ ਚਾਹੀਦਾ ਹੈ। ਐਲਰਜੀਨ ਸੰਬੰਧੀ ਜਾਣਕਾਰੀ ਜ਼ਬਾਨੀ ਤੌਰ ਤੇ ਗੈਰ ਪ੍ਰੀ-ਪੈਕਡ ਭੋਜਨ ਲਈ ਦਿੱਤੀ ਜਾ ਸਕਦੀ ਹੈ। ਜੇ ਤੁਸੀਂ ਇਹ ਵਿਧੀ ਚੁਣਦੇ ਹੋ ਤਾਂ ਤੁਹਾਨੂੰ ਇੱਕ ਨੋਟਿਸ ਪ੍ਰਦਰਸ਼ਿਤ ਕਰਕੇ ਸਪਸ਼ਟ ਤੌਰ ਤੇ ਗਾਹਕਾਂ ਨੂੰ ਸਾਈਨ ਕਰਨਾ ਚਾਹੀਦਾ ਹੈ, ਜਿੱਥੇ ਉਹ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਹ ਕਾਨੂੰਨੀ ਜ਼ਰੂਰਤ ਹੈ। ਸਾਈਨ ਪੋਸਟ ਹਦਾਇਤਾਂ ਦੀਆਂ ਨੋਟੀਫਿਕੇਸ਼ਨਾਂ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਉਹ ਗਾਹਕਾਂ ਨੂੰ ਵੇਖਣ ਯੋਗ ਹੋਣ ਜਿੱਥੇ ਉਹ ਆਪਣਾ ਆਰਡਰ ਦਿੰਦੇ ਹਨ। ਉਦਾਹਰਣ ਦੇ ਤੌਰ ਤੇ ਇੱਕ ਬਿੰਦੂ ਤੇ ਅਤੇ ਦੁਬਾਰਾ ਜੇ ਉਹ ਕਈ ਥਾਵਾਂ ਤੇ ਆਪਣਾ ਆਰਡਰ ਦੇ ਸਕਦੇ ਹਨ ਤਾਂ ਹਰੇਕ ਉੱਤੇ ਸਾਈਨ ਪੋਸਟਿੰਗ ਪ੍ਰਦਰਸ਼ਿਤ ਕੀਤੀ ਜਾਣੀ ਚਾਹੀਦੀ ਹੈ। ਇੱਕ ਨਮੂਨਾ
ਨੋਟਿਸ ਦਾ ਟੈਂਪਲੇਟ ਜੋ ਕਹਿੰਦਾ ਹੈ ਫੂਡ ਐਲਰਜੀ ਅਤੇ ਅਸਹਿਣਸ਼ੀਲਤਾ ਫੂਡ ਸਟੈਂਡਰਡਸ ਏਜੰਸੀ ਦੀ ਵੈਬਸਾਈਟ ਤੋਂ ਡਾਊਨਲੋਡ ਕਰਨ ਲਈ ਜੇ ਤੁਹਾਨੂੰ ਸਾਡੀ ਸਮੱਗਰੀ ਬਾਰੇ ਜਾਣਕਾਰੀ ਦੀ ਲੋੜ ਹੈ ਤਾਂ ਕਿਰਪਾ ਕਰਕੇ ਸਟਾਫ ਦੇ ਇੱਕ ਮੈਂਬਰ ਨਾਲ ਗੱਲ ਕਰੋ। ਯਾਦ ਰੱਖੋ ਕਿ ਸਿੱਧੇ ਵਿਕਰੀ ਵਾਲੇ ਉਤਪਾਦਾਂ ਲਈ ਪਹਿਲਾਂ ਤੋਂ ਤਿਆਰ ਪਦਾਰਥਾਂ ਲਈ ਖਾਣੇ ਦਾ ਨਾਮ ਅਤੇ ਐਲਰਜੀਨ ਵਾਲੀ ਪੂਰੀ ਸਮੱਗਰੀ ਦੀ ਸੂਚੀ ਦੀ ਜ਼ਰੂਰਤ ਹੁੰਦੀ ਹੈ ਜੋ ਸੂਚੀ ਵਿੱਚ ਸਿੱਧਾ ਜ਼ੋਰ ਦਿੱਤਾ ਜਾਂਦਾ ਹੈ, ਸਿੱਧੇ ਤੌਰ ਤੇ ਪੈਕੇਜ ਤੇ ਜਾਂ ਪੈਕੇਜ ਨਾਲ ਜੁੜੇ ਲੇਬਲ ਤੇ। ਟੇਕ ਅਵੇ ਭੋਜਨ ਅਤੇ ਡਿਲੀਵਰੀ। ਜੇ ਫੋਨ ਤੇ ਆਰਡਰ ਲੈ ਰਹੇ ਹੋ ਜਾਂ ਵੈਬਸਾਈਟ ਤੇ ਮਸ਼ਹੂਰੀ ਕਰਨ ਅਤੇ ਜਾਂ ਆਰਡਰਸ ਲੈਣ ਲਈ ਤੁਸੀਂ ਆਪਣੇ ਗਾਹਕ ਨੂੰ ਇਹ ਦੱਸਣ ਦੇ ਯੋਗ ਹੋਵੋਗੇ ਕਿ ਆਰਡਰ ਦੇ ਦਿੱਤੇ ਜਾਣ ਤੋਂ ਪਹਿਲਾਂ ਅਤੇ ਗਾਹਕ ਨੂੰ ਪਹੁੰਚਾਉਣ ਦੇ ਸਮੇਂ ਤੁਹਾਡੇ ਦੁਆਰਾ ਦਿੱਤੇ ਭੋਜਨ ਵਿੱਚ ਐਲਰਜੀਨ ਕੀ ਹਨ। ਤੁਸੀਂ ਆਪਣੀ ਵੈਬਸਾਈਟ, ਛਾਪੇ ਮੇਨੂ ਅਤੇ ਗਾਹਕਾਂ ਨੂੰ ਇਹ ਦੱਸਣ ਲਈ ਤੇ ਵੇਖਣ ਲਈ ਇੱਕ ਸਪਸ਼ਟ ਅਤੇ ਸੌਖਾ ਵੇਰਵਾ ਦੇ ਸਕਦੇ ਹੋ ਕਿ ਉਹ ਐਲਰਜੀਨ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਆਪਣੀ ਵੈਬਸਾਈਟ, ਤੀਜੀ ਧਿਰ ਦੀ ਵੈਬਸਾਈਟ, ਫਲਾਇਰ ਅਤੇ ਮੇਨੂ ਨੂੰ ਆਪਣੇ ਗਾਹਕਾਂ ਨੂੰ ਸਲਾਹ ਦਿੰਦੇ ਹੋਏ ਨੋਟਿਸ ਦਿਓ ਜਿੱਥੇ ਉਹ ਆਪਣੇ ਆਰਡਰਸ ਦੇਣ ਤੋਂ ਪਹਿਲਾਂ ਐਲਰਜੀਨ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਤੁਹਾਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੇ ਮੇਨੂ ਉੱਤੇ ਐਲਰਜੀਨ ਪੂਰਵ ਸਾਵਧਾਨ ਬਿਆਨ ਸ਼ਾਮਲ ਕਰੋ, ਪਰ ਸਿਰਫ ਜਿੱਥੇ ਤੁਸੀਂ ਮੁਲਾਂਕਣ ਕੀਤਾ ਹੈ ਉੱਥੇ ਐਲਰਜੀਨ ਕ੍ਰਾਸ ਗੰਦਗੀ ਦਾ ਅਸਲ ਜੋਖਮ ਹੈ। ਇਹ ਨਿਸ਼ਚਿਤ ਕਰਨਾ ਮਹੱਤਵਪੂਰਨ ਹੈ ਕਿ ਇਸ ਜਾਣਕਾਰੀ ਦੀ ਨਿਯਮਿਤ ਤੌਰ ਤੇ ਜਾਂਚ ਕੀਤੀ ਜਾਂਦੀ ਹੈ ਅਤੇ ਅਪ ਟੂ ਡੇਟ ਰੱਖੀ ਜਾਂਦੀ ਹੈ। ਤੁਹਾਨੂੰ ਲਾਜ਼ਮੀ ਤੌਰ ਤੇ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਭੋਜਨ ਸੰਬੰਧੀ ਐਲਰਜੀ ਵਾਲੇ ਗਾਹਕਾਂ ਲਈ ਟੇਕ ਅਵੇ ਆਰਡਰ ਦੀ ਸਪਸ਼ਟ ਤੌਰ ਤੇ ਪਛਾਣ ਕੀਤੀ ਜਾਂਦੀ ਹੈ। ਲਿਖਤੀ ਭੋਜਨ ਐਲਰਜੀਨ ਜਾਣਕਾਰੀ ਨੂੰ ਕੁਝ ਤਰੀਕਿਆਂ ਨਾਲ ਪ੍ਰਦਾਨ ਕੀਤਾ ਜਾ ਸਕਦਾ ਹੈ। ਉਦਾਹਰਣ ਵਜੋਂ ਤੁਸੀਂ ਹਰੇਕ ਖਾਣੇ ਦੇ ਕੰਟੇਨਰ ਨੂੰ ਇੱਕ ਸਟicker ਦੇ ਨਾਲ ਲੇਬਲ ਦੇ ਸਕਦੇ ਹੋ ਜੋ ਭੋਜਨ ਅਤੇ ਇਸ ਦੇ ਐਲਰਜੀਨਿਕ ਤੱਤਾਂ ਦੀ ਸਪਸ਼ਟ ਤੌਰ ਤੇ ਪਛਾਣ ਕਰਦਾ ਹੈ। ਉਦਾਹਰਣ ਵਜੋਂ ਚਿਕਨ ਸੱਟੇ, ਇਸ ਵਿੱਚ ਕਣਕ, ਸੋਇਆ, ਮੱਛੀ, ਮੂੰਗਫਲੀ। ਇੰਟਰਨੈਟ ਤੇ ਐਲਰਜੀਨ ਲੇਬਲ ਜਾਂ ਸਟickਰਾਂ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ। ਜੇ ਤੁਸੀਂ ਆਪਣੇ ਭੋਜਨ ਤੇ ਐਲਰਜੀਨ ਜਾਣਕਾਰੀ ਨੂੰ ਲਿਖਣਾ ਚਾਹੁੰਦੇ ਹੋ ਤਾਂ ਇਹ ਲਾਜ਼ਮੀ ਹੈ ਕਿ ਤੁਹਾਨੂੰ ਸੰਖੇਪ ਰੂਪਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜਿਸ ਨਾਲ ਉਲਝਣ ਹੋ ਸਕਦਾ ਹੈ। ਇਹ ਸੁਨਿਸ਼ਚਿਤ ਕਰੋ ਕਿ ਇੱਕ ਐਲਰਜੀਨ ਰਹਿਤ ਭੋਜਨ ਉਸੇ ਤਰ੍ਹਾਂ ਦੇ ਖਾਣੇ ਨਾਲ ਉਲਝਣ ਵਿੱਚ ਨਾ ਪਵੇ ਜਿਸ ਵਿੱਚ ਐਲਰਜੀਨ ਹੋਵੇ। ਤੁਹਾਨੂੰ ਬਿਨਾਂ ਦੇਰੀ ਦੇ ਖਾਣੇ ਦਾ ਲੇਬਲ ਦੇਣਾ ਚਾਹੀਦਾ ਹੈ। ਲਿਖਤੀ ਐਲਰਜੀਨ ਜਾਣਕਾਰੀ ਭੋਜਨ ਵੰਡਣ ਵਾਲੇ ਵਿਅਕਤੀ ਦੁਆਰਾ ਗਾਹਕ ਨੂੰ ਪੇਸ਼ ਕੀਤੀ ਜਾ ਸਕਦੀ ਹੈ। ਜੇ ਤੁਸੀਂ ਆਪਣੀ ਮੇਨੂ ਤੇ ਐਲਰਜੀਨ ਜਾਣਕਾਰੀ ਪ੍ਰਦਾਨ ਕਰਦੇ ਹੋ ਤਾਂ ਇਹ ਆਰਡਰ ਦੇ ਨਾਲ ਸਪਲਾਈ ਕਰਨਾ ਚੰਗਾ ਅਭਿਆਸ ਹੋਵੇਗਾ। ਜੇ ਤੁਹਾਡੇ ਗ੍ਰਾਹਕ ਤੀਜੀ ਧਿਰ ਦੇ ਆਨਲਾਈਨ ਆਰਡਰਿੰਗ ਸਾਈਟ ਦੁਆਰਾ ਤੁਹਾਡੇ ਦੁਆਰਾ ਟੇਕ ਅਵੇ ਆਰਡਰ ਦੇ ਸਕਦੇ ਹਨ ਜਿਸ ਦਾ ਤੁਸੀਂ ਇਕਰਾਰਨਾਮਾ ਕਰਦੇ ਹੋ, ਉਦਾਹਰਣ ਲਈ ਜਸਟ ਈਟ, ਡਿਲੀਵਰੂ। ਆਪਣੇ ਐਲਰਜੀਨ ਮਾਪਦੰਡਾਂ, ਨੀਤੀਆਂ ਅਤੇ ਪ੍ਰਤੀਕਿਰਿਆਵਾਂ ਤੋਂ ਆਪਣੇ ਆਪ ਨੂੰ ਜਾਣੂ ਕਰਾਓ। ਕੀ ਤੁਸੀਂ ਉਹਨਾਂ ਦੀ ਪਾਲਣਾ ਕਰ ਸਕਦੇ ਹੋ? ਐਲਰਜੀਨ ਸਾਈਨ ਪੋਸਟਿੰਗ ਦੀ ਜਾਂਚ ਪ੍ਰਮੁੱਖ ਹੈ ਅਤੇ ਗਾਹਕਾਂ ਨੂੰ ਜਾਣਕਾਰੀ ਲਈ ਤੁਹਾਡੇ ਕਾਰੋਬਾਰ ਵੱਲ ਲੈ ਜਾਂਦੀ ਹੈ। ਕੋਈ ਖਾਸ ਜੋਖਮ ਮੁਲਾਂਕਣ, ਸਾਵਧਾਨੀ ਵਾਲੇ ਐਲਰਜੀਨ ਬਿਆਨ, ਤਿਆਰ ਕੀਤੀ ਜਾਣਕਾਰੀ ਜਾਂ ਤੁਹਾਡੀ ਕਾਰੋਬਾਰੀ ਵੈਬਸਾਈਟ ਤੇ ਲਿੰਕ ਸ਼ਾਮਲ ਕਰੋ ਜਿੱਥੇ ਉਚਿਤ ਹੋਵੇ। ਨਿਯਮਿਤ ਤੌਰ ਤੇ ਜਾਂਚ ਕਰੋ ਅਤੇ ਜ਼ਰੂਰਤ ਅਨੁਸਾਰ ਅਪਡੇਟ ਕਰੋ। ਟੇਕ ਅਵੇ ਭੋਜਨ ਅਤੇ ਡਿਲੀਵਰੀ 2। ਸਟਾਫ ਨੂੰ ਲਾਜ਼ਮੀ ਤੌਰ ਤੇ ਪਤਾ ਹੋਣਾ ਚਾਹੀਦਾ ਹੈ ਕਿ ਐਲਰਜੀਨ ਬੇਨਤੀਆਂ ਨਾਲ ਕਿਵੇਂ ਨਜਿੱਠਣਾ ਹੈ ਅਤੇ ਤੁਹਾਡੇ ਕਾਰੋਬਾਰ ਦੁਆਰਾ ਪ੍ਰਾਪਤ ਹੋਈਆਂ ਵੱਖ-ਵੱਖ ਕਿਸਮਾਂ ਦੇ ਆਰਡਰ ਨੂੰ ਕਿਵੇਂ ਪ੍ਰਕਿਰਿਆ ਕਰਨਾ ਹੈ। ਇਹ ਇੰਟਰਨੈਟ ਦੇ ਆਰਡਰ ਜਾਂ ਟੈਲੀਫੋਨ ਦੁਆਰਾ ਲਏ ਗਏ ਆਰਡਰ ਹੋ ਸਕਦੇ ਹਨ। ਉਹਨਾਂ ਨੂੰ ਘਰ ਦੇ ਪਿਛਲੇ ਅਤੇ ਪਿਛਲੇ ਵਿਚਕਾਰ ਸੰਚਾਰ ਦੀ ਲਾਈਨ ਅਤੇ ਰਸੋਈ ਨੂੰ ਐਲਰਜੀਨ ਦੇ ਆਰਡਰਾਂ ਨੂੰ ਉਜਾਗਰ ਕਰਨ ਅਤੇ ਕਾਰੋਬਾਰ ਵਿਚਲੇ ਕਿਸੇ ਵਿਅਕਤੀ ਨੂੰ ਗਾਹਕਾਂ ਦੇ ਸਵਾਲਾਂ ਤੇ ਸਪਸ਼ਟ ਕਰਨ ਦੀ ਜ਼ਰੂਰਤ ਹੈ ਜੋ ਐਲਰਜੀ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ। ਐਲਰਜੀਨਾਂ ਤੇ ਘਰ ਪਹੁੰਚਾਉਣ ਵਾਲੇ ਡਰਾਈਵਰਾਂ ਨੂੰ ਸਿਖਲਾਈ ਨਾ ਭੁੱਲੋ। ਜੇ ਉਹ ਗਾਹਕਾਂ ਨੂੰ ਐਲਰਜੀਨ ਜਾਣਕਾਰੀ ਪ੍ਰਦਾਨ ਕਰਦੇ ਹਨ ਤਾਂ ਉਹਨਾਂ ਨੂੰ
ਹਰੇਕ ਪਕਵਾਨਾਂ ਤੇ ਸਹੀ ਐਲਰਜੀਨ ਜਾਣਕਾਰੀ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ। ਕਿਸੇ ਵੀ ਗਲਤਫਹਿਮੀ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਡਰਾਈਵਰ ਰਸੋਈ ਤੋਂ ਕੁਝ ਖਾਸ ਹਦਾਇਤਾਂ ਅਤੇ ਜਾਣਕਾਰੀ ਪ੍ਰਾਪਤ ਕਰਨ। ਸਾਰਾ ਖਾਣਾ ਖਪਤਕਾਰਾਂ ਨੂੰ ਇਸ ਤਰੀਕੇ ਨਾਲ ਦੇਣਾ ਚਾਹੀਦਾ ਹੈ ਜੋ ਇਹ ਸੁਨਿਸ਼ਚਿਤ ਕਰਦਾ ਹੈ ਕਿ ਇਹ ਅਸੁਰੱਖਿਅਤ ਜਾਂ ਖਾਣਯੋਗ ਨਹੀਂ ਹੈ। ਜੇ ਸੰਭਵ ਹੋਵੇ ਤਾਂ ਗਰਮ ਜਾਂ ਠੰਡਾ ਭੋਜਨ ਇੱਕ ਨੱਥੀ ਬੈਗ ਵਿੱਚ ਜ਼ਰੂਰ ਰੱਖਿਆ ਜਾਣਾ ਚਾਹੀਦਾ ਹੈ। ਜੇ ਭੋਜਨ ਨੂੰ ਜਮਾਉਣ ਦੀ ਜ਼ਰੂਰਤ ਹੈ ਤਾਂ ਭੋਜਨ ਦੇ ਨਾਲ ਬੈਗਾਂ ਵਿੱਚ ਬਰਫ਼ ਦੇ ਪੈਕ ਰੱਖੋ। ਫੂਡ ਕੰਪਨੀਆਂ ਨੂੰ ਵੰਡ ਪ੍ਰਕਿਰਿਆ ਦੇ ਦੌਰਾਨ ਸੰਭਾਵੀ ਕ੍ਰਾਸ ਗੰਦਗੀ ਦੇ ਖਤਰੇ ਨੂੰ ਪਛਾਣਨਾ ਅਤੇ ਖਤਮ ਕਰਨਾ ਚਾਹੀਦਾ ਹੈ। ਇਹ ਸਪਲੇਜ ਕਾਰਨ ਕ੍ਰਾਸ ਗੰਦਗੀ ਨੂੰ ਰੋਕਣ ਲਈ ਖਾਣੇ ਨੂੰ ਸੁਰੱਖਿਅਤ ਢੰਗ ਨਾਲ ਲਪੇਟ ਕੇ ਅਤੇ ਅਲਰਜੀ ਰਹਿਤ ਭੋਜਨ ਨੂੰ ਆਵਾਜਾਈ ਵਿੱਚ ਇਕੱਲੇ ਤੌਰ ਤੇ ਸੰਭਾਲ ਕੇ ਪੂਰਾ ਕੀਤਾ ਜਾ ਸਕਦਾ ਹੈ। ਅਜਿਹੇ ਆਰਡਰਾਂ ਲਈ ਅਲੱਗ-ਅਲੱਗ ਬੈਗ ਪ੍ਰਾਪਤ ਕਰਨ ਤੇ ਵਿਚਾਰ ਕਰੋ। ਡਿਲੀਵਰੀ ਏਜੰਟਾਂ ਨੂੰ ਦੁਬਾਰਾ ਜਾਂਚ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ ਕਿ ਕੀ ਗਾਹਕ ਨੂੰ ਸਹੀ ਆਰਡਰ ਪ੍ਰਾਪਤ ਹੋ ਗਿਆ ਹੈ। ਬਫੇ ਪਲੇਟਰ ਅਤੇ ਇਵੈਂਟ ਕੇਟਰਿੰਗ। ਜੇ ਤੁਹਾਡਾ ਕਾਰੋਬਾਰ ਇੱਕ ਇਵੈਂਟ ਕੇਟਰਿੰਗ, ਬਫੇ ਜਾਂ ਪਲੇਟਰ ਸੇਵਾ ਪੇਸ਼ ਕਰਦਾ ਹੈ ਤਾਂ ਤੁਹਾਨੂੰ ਕਿਸੇ ਭੋਜਨ ਸੰਬੰਧੀ ਐਲਰਜੀ ਜਾਂ ਅਸਹਿਣਸ਼ੀਲਤਾ ਬਾਰੇ ਸੂਚਿਤ ਕੀਤੇ ਜਾਣ ਬਾਰੇ ਸਹੀ ਤਰੀਕੇ ਨਾਲ ਰਿਕਾਰਡ ਕਰਨ ਲਈ ਤੁਹਾਨੂੰ ਇੱਕ ਜਗ੍ਹਾ ਦੀ ਜ਼ਰੂਰਤ ਹੋਵੇਗੀ। ਆਰਡਰਸ 'ਤੇ ਕਾਰਵਾਈ ਕਰਨ ਵਾਲੇ ਸਟਾਫ ਨੂੰ ਕਿਸੇ ਵਿਸ਼ੇਸ਼ ਖੁਰਾਕ, ਐਲਰਜੀਨ, ਅਸਹਿਣਸ਼ੀਲਤਾ ਦੀਆਂ ਜ਼ਰੂਰਤਾਂ ਤੋਂ ਜਾਣੂ ਹੋਣਾ ਚਾਹੀਦਾ ਹੈ। ਜੇ ਇੱਥੇ ਕੋਈ ਵਿਸ਼ੇਸ਼ ਸੇਵਾ ਕਰਨ ਜਾਂ ਨਿਰਦੇਸ਼ ਸਥਾਪਿਤ ਕਰਨ ਵਾਲੇ ਹਨ ਤਾਂ ਇਹ ਸੁਨਿਸ਼ਚਿਤ ਕਰੋ ਕਿ ਸਟਾਫ ਨੂੰ ਘਟਨਾ ਤੋਂ ਪਹਿਲਾਂ ਉਹਨਾਂ ਬਾਰੇ ਪਤਾ ਹੈ ਅਤੇ ਉਸ ਦਿਨ 'ਤੇ ਜਾਂਚ ਕਰੋ ਕਿ ਉਹਨਾਂ ਨੂੰ ਪੂਰਾ ਕੀਤਾ ਗਿਆ ਹੈ। ਜਿੱਥੇ ਇੱਕ ਗਾਹਕ ਖਾਸ ਤੌਰ 'ਤੇ ਐਲਰਜੀਨ ਰਹਿਤ ਭੋਜਨ ਦਾ ਆਰਡਰ ਦਿੰਦਾ ਹੈ, ਇਸ ਨੂੰ ਇੱਕ ਵੱਖਰੇ ਲਿਡਡ ਪਲੇਟ ਜਾਂ ਥਾਲੀ 'ਤੇ ਪ੍ਰਦਾਨ ਕਰਨ 'ਤੇ ਵਿਚਾਰ ਕਰੋ ਜਿਸ 'ਤੇ ਸਾਫ਼ ਤੌਰ 'ਤੇ ਲੇਬਲ ਲਗਾਇਆ ਗਿਆ ਹੈ। ਇਹ ਸੁਨਿਸ਼ਚਿਤ ਕਰੋ ਕਿ ਇਹ ਸਹੀ ਗ੍ਰਾਹਕ ਨੂੰ ਪ੍ਰਦਾਨ ਕੀਤੀ ਗਈ ਹੈ। ਐਲਰਜੀਨ ਸੰਬੰਧੀ ਜਾਣਕਾਰੀ ਹਰੇਕ ਭੋਜਨ ਪਦਾਰਥ ਲਈ ਵੱਖਰੇ ਤੌਰ 'ਤੇ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਤੁਹਾਨੂੰ ਇਸ ਨੂੰ ਸਮੁੱਚੇ ਤੌਰ 'ਤੇ ਬਫੇ ਲਈ ਨਹੀਂ ਦੇਣਾ ਚਾਹੀਦਾ। ਤੁਸੀਂ ਇਹ ਜਾਣਕਾਰੀ ਵਿਅਕਤੀਗਤ ਪਕਵਾਨਾਂ ਵਿੱਚ ਸ਼ਾਮਿਲ ਐਲਰਜੀਨਾਂ ਨੂੰ ਲੇਬਲ ਦੇ ਕੇ ਜਾਂ ਗਾਹਕਾਂ ਨੂੰ ਐਲਰਜੀ ਸੰਬੰਧੀ ਜਾਣਕਾਰੀ ਲਈ ਸਟਾਫ ਨੂੰ ਪੁੱਛਣ ਲਈ ਨਿਰਦੇਸ਼ ਦਿੰਦੇ ਹੋਏ ਪ੍ਰਦਰਸ਼ਿਤ ਕਰ ਸਕਦੇ ਹੋ। ਇਹ ਜਾਣਕਾਰੀ ਲਾਜ਼ਮੀ, ਸਪਸ਼ਟ ਤੌਰ 'ਤੇ ਵਿਵਸਥਾਯੋਗ ਅਤੇ ਗ੍ਰਾਹਕ ਤੱਕ ਆਸਾਨੀ ਨਾਲ ਪਹੁੰਚਯੋਗ ਹੋਣੀ ਚਾਹੀਦੀ ਹੈ। ਜੇ ਤੁਸੀਂ ਲੇਬਲ, ਚਿੰਨ੍ਹ, ਐਲਰਜੀ ਦੇ ਝੰਡੇ ਦੀ ਵਰਤੋਂ ਕਰਦੇ ਹੋ ਤਾਂ ਉਹ ਲਾਜ਼ਮੀ ਤੌਰ 'ਤੇ ਪੂਰੇ ਭੋਜਨ ਦੌਰਾਨ ਭੋਜਨ ਦੇ ਨਾਲ ਰਹਿਣਗੇ ਜਦੋਂ ਗਾਹਕ ਆਪਣੀ ਸੇਵਾ ਕਰ ਰਹੇ ਹਨ। ਕ੍ਰਾਸ ਗੰਦਗੀ ਨੂੰ ਰੋਕਣ ਵਿੱਚ ਸਹਾਇਤਾ ਲਈ ਵਿਚਾਰ ਕਰੋ ਕਿ ਤੁਸੀਂ ਭੋਜਨ ਨੂੰ ਕਿਵੇਂ ਤਿਆਰ ਕਰਦੇ ਹੋ। ਵੱਖਰੇ, ਕਾਫੀ ਅਤੇ ਆਸਾਨੀ ਨਾਲ ਵੱਖਰੇ ਸੇਵਾ ਕਰਨ ਵਾਲੇ ਭਾਂਡੇ ਪ੍ਰਦਾਨ ਕਰਦੇ ਹੋ। ਖਪਤਕਾਰਾਂ ਨੂੰ ਭੋਜਨ ਦੀ ਜਾਣਕਾਰੀ। ਕਾਨੂੰਨ ਕਹਿੰਦਾ ਹੈ ਕਿ ਖਾਣਿਆਂ ਦਾ ਵੇਰਵਾ ਗਲਤ ਜਾਂ ਗੁੰਮਰਾਹਕੁਨ ਨਹੀਂ ਹੋਣਾ ਚਾਹੀਦਾ। ਇਹ ਮਹੱਤਵਪੂਰਨ ਹੈ ਕਿਉਂਕਿ ਇਹ ਉਹ ਜਾਣਕਾਰੀ ਹੁੰਦੀ ਹੈ ਜਦੋਂ ਗਾਹਕ ਭੋਜਨ ਬਾਰੇ ਵਿਕਲਪ ਚੁਣਨ ਵੇਲੇ ਭਰੋਸਾ ਕਰਦੇ ਹਨ ਜੋ ਉਹਨਾਂ ਲਈ ਖਾਣਾ ਸੁਰੱਖਿਅਤ ਹੈ। ਬਹੁਤ ਸਾਰੇ ਤਰੀਕੇ ਹਨ ਜੋ ਤੁਹਾਡਾ ਕਾਰੋਬਾਰ ਗਾਹਕਾਂ ਨੂੰ ਐਲਰਜੀਨ ਦੀ ਮੌਜੂਦਗੀ ਬਾਰੇ ਸੂਚਿਤ ਕਰ ਸਕਦੇ ਹਨ। ਕੁਝ ਉਦਾਹਰਨਾਂ ਜਿਨ੍ਹਾਂ ਬਾਰੇ ਤੁਸੀਂ ਵਿਚਾਰ ਕਰਨਾ ਚਾਹੋਗੇ। ਜੇ ਤੁਸੀਂ ਟੇਬਲ ਸੇਵਾ ਦੀ ਪੇਸ਼ਕਸ਼ ਕਰਦੇ ਹੋ ਤਾਂ ਤੁਸੀਂ ਟੇਬਲ 'ਤੇ ਇੱਕ ਫਲਾਇਰ ਜਾਂ ਸਟicker ਰੱਖ ਸਕਦੇ ਹੋ ਤਾਂ ਜੋ ਗਾਹਕਾਂ ਨੂੰ ਉਹਨਾਂ ਦੀ ਐਲਰਜੀ ਬਾਰੇ ਸੂਚਿਤ ਕੀਤਾ ਜਾ ਸਕੇ। ਤੁਸੀਂ ਗਾਹਕਾਂ ਨੂੰ ਸੂਚਿਤ ਕਰਨ ਲਈ ਐਲਰਜੀ ਬਿਆਨ ਨੂੰ ਸ਼ਾਮਿਲ ਕਰ ਸਕਦੇ ਹੋ ਕਿ ਤੁਸੀਂ ਐਲਰਜੀਨ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਂਦੇ ਹੋ ਅਤੇ ਜੇ ਉਹਨਾਂ ਨੂੰ ਐਲਰਜੀ ਹੈ ਤਾਂ ਉਹਨਾਂ ਨੂੰ ਤੁਹਾਨੂੰ ਦੱਸਣਾ ਚਾਹੀਦਾ ਹੈ ਅਤੇ ਸਟਾਫ ਦੇ ਮੈਂਬਰ ਤੋਂ ਸਲਾਹ ਦੀ ਬੇਨਤੀ ਕਰ ਸਕਦੇ ਹੋ। ਜੇ ਕਿਸੇ ਡਿਸ਼ ਵਿੱਚ ਐਲਰਜੀਨ ਹੁੰਦਾ ਹੈ ਤਾਂ ਕਿਉਂ ਨਾ ਇਸ ਨੂੰ ਖਾਣੇ ਦੇ ਨਾਮ ਅਤੇ ਵੇਰਵੇ ਨਾਲ ਸੰਚਾਰ ਕਰੋ। ਉਦਾਹਰਨ ਲਈ ਅਖਰੋਟ ਅਤੇ ਗਾਜਰ ਦਾ ਸਲਾਦ, ਤਿਲ ਤੇਲ ਡਰੈਸਿੰਗ। ਤੁਸੀਂ ਆਪਣੇ ਮੇਨੂ ਵਿੱਚ ਆਈਕਨਸ ਜਾਂ ਪ੍ਰਤੀਕ
ਜਾਂ ਝੰਡੀ ਦੀ ਵਰਤੋਂ ਅਲਰਜੀਨਾਂ ਤੋਂ ਮੁਕਤ ਉਜਾਗਰ ਕਰਨ ਲਈ ਕਰ ਸਕਦੇ ਹੋ। ਉਦਾਹਰਣ ਵਜੋਂ ਡੇਅਰੀ ਮੁਕਤ, ਗਲੂਟਨ ਮੁਕਤ ਤੇ ਨਾਲ-ਨਾਲ ਸ਼ਾਕਾਹਾਰੀ ਲੋਕਾਂ ਲਈ। ਭੋਜਨ ਦੀ ਐਲਰਜੀ ਅਤੇ ਜਾਣਕਾਰੀ ਫਾਈਲ ਪੇਸ਼ ਕਰਨ ਤੇ ਵਿਚਾਰ ਕਰੋ ਕਿ ਕਿਹੜੇ ਗ੍ਰਾਹਕ ਜਿਨ੍ਹਾਂ ਨੂੰ ਭੋਜਨ ਦੀ ਅਤਿ ਸੰਵੇਦਨਸ਼ੀਲਤਾ ਹੋ ਸਕਦੀ ਹੈ ਨੂੰ ਆਰਡਰ ਕਰਨ ਤੋਂ ਪਹਿਲਾਂ ਪ੍ਰਬੰਧਕ ਨਾਲ ਜਾਣ ਲਈ ਉਤਸ਼ਾਹਤ ਕੀਤਾ ਜਾਂਦਾ ਹੈ। ਤੁਸੀਂ ਆਪਣੇ ਮੇਨੂ ਦੇ ਅਗਲੇ ਪਾਸੇ ਆਪਣਾ ਭੋਜਨ ਅਲਰਜੀਨ ਚਾਰਟ ਪਾ ਸਕਦੇ ਹੋ। ਤੁਸੀਂ ਆਪਣੇ ਅਲਰਜੀਨ ਚਾਰਟਸ ਨੂੰ ਆਨਲਾਈਨ ਵੀ ਪੋਸਟ ਕਰ ਸਕਦੇ ਹੋ। ਇਹ ਗਾਹਕਾਂ ਨੂੰ ਪਹਿਲਾਂ ਤੁਹਾਡੇ ਮੇਨੂ ਨੂੰ ਜਾਂਚਣ ਦਾ ਮੌਕਾ ਦੇਵੇਗਾ। ਇਹ ਵੇਖ ਕੇ ਕਿ ਤੁਹਾਡੇ ਕੋਲ ਅਲਰਜੀਨ ਦੀ ਵਿਵਸਥਾਪੂਰਵਕ ਜਾਣਕਾਰੀ ਹੈ, ਉਹਨਾਂ ਲਈ ਭਾਰੀ ਤਸੱਲੀ ਵਾਲੀ ਅਤੇ ਵੇਚਣ ਵਾਲੀ ਸਥਿਤੀ ਹੋ ਸਕਦੀ ਹੈ। ਜੇ ਸੰਭਵ ਹੋਵੇ ਤਾਂ ਗਾਹਕ ਨੂੰ ਜ਼ਿੰਮੇਵਾਰ ਵਿਅਕਤੀ ਨਾਲ ਸਿੱਧੇ ਤੌਰ ਤੇ ਗੱਲ ਕਰਨ ਦੇਣਾ ਚਾਹੀਦਾ ਹੈ, ਉਦਾਹਰਣ ਲਈ ਸ਼ੈਫ ਜਾਂ ਮੈਨੇਜਰ। ਇੱਥੋਂ ਤੱਕ ਕਿ ਜੋ ਸਟਾਫ ਆਪਣੇ ਐਲਰਜੀਨ ਦੇ ਗਿਆਨ ਵਿੱਚ ਵਿਸ਼ਵਾਸ ਮਹਿਸੂਸ ਕਰਦੇ ਹਨ ਤਾਂ ਉਹਨਾਂ ਨੂੰ ਹਰ ਵਾਰ ਜਾਂਚ ਕਰਨੀ ਚਾਹੀਦੀ ਹੈ ਜਦੋਂ ਉਹਨਾਂ ਨੂੰ ਸਲਾਹ ਲਈ ਕਿਹਾ ਜਾਂਦਾ ਹੈ, ਕਿਉਂਕਿ ਉਹ ਆਸਾਨੀ ਨਾਲ ਗਲਤੀ ਕਰ ਸਕਦੇ ਹਨ ਜਾਂ ਵਿਅੰਜਨ ਬਦਲਿਆ ਜਾ ਸਕਦਾ ਹੈ ਅਤੇ ਜਾਣਕਾਰੀ ਨੂੰ ਅਪਡੇਟ ਕੀਤਾ ਜਾ ਸਕਦਾ ਹੈ ਜਦੋਂ ਤੋਂ ਉਹਨਾਂ ਨੇ ਆਖਰੀ ਵਾਰ ਜਾਂਚ ਕੀਤੀ। ਇੱਕ ਨਹੀਂ ਕੋਈ ਅਨੁਮਾਨ ਲਗਾਉਣ ਨੀਤੀ ਨੂੰ ਲਾਗੂ ਕਰੋ। ਜੇ ਇਸ ਵਿੱਚ ਕੋਈ ਸ਼ੱਕ ਹੈ ਕਿ ਇੱਕ ਡਿਸ਼ ਇੱਕ ਅਲਰਜੈਨਿਕ ਸਮੱਗਰੀ ਤੋਂ ਮੁਕਤ ਹੈ ਜਾਂ ਨਹੀਂ, ਇਸ ਨੂੰ ਮੰਨ ਲਓ ਅਤੇ ਗਾਹਕ ਨੂੰ ਭਰੋਸਾ ਦਿਵਾਓ ਕਿ ਤੁਸੀਂ ਜਾਂਚ ਕਰੋਗੇ ਅਤੇ ਪਤਾ ਲਗਾਓਗੇ। ਕਦੇ ਅਨੁਮਾਨ ਨਾ ਲਗਾਓ। ਜਦੋਂ ਇਹ ਗਲਤ ਹੋ ਜਾਂਦਾ ਹੈ, ਜਦੋਂ ਚੀਜ਼ਾਂ ਗਲਤ ਹੋ ਜਾਂਦੀਆਂ ਹਨ ਤਾਂ ਕੀ ਹੋ ਸਕਦਾ ਹੈ? ਐਲਰਜੀਨ ਜਾਣਕਾਰੀ ਦੀਆਂ ਜ਼ਰੂਰਤਾਂ ਦਾ ਪਾਲਣ ਕਰਨ ਵਿੱਚ ਅਸਫਲ ਹੋ ਕੇ ਤੁਸੀਂ ਇੱਕ ਗਾਹਕ ਨੂੰ ਗੰਭੀਰ ਰੂਪ ਵਿੱਚ ਬਿਮਾਰ ਜਾਂ ਬਦਤਰ ਬਣਾਉਣ ਦੇ ਜੋਖਮ ਨੂੰ ਚਲਾਉਂਦੇ ਹੋ, ਜਿਸ ਦੇ ਸਿੱਟੇ ਵਜੋਂ ਘਾਤਕ ਸਿੱਟਾ ਮੌਤ ਦੇ ਰੂਪ ਵਿੱਚ ਹੋ ਸਕਦਾ ਹੈ। ਤੁਸੀਂ ਆਪਣੇ ਭੋਜਨ ਕਾਰੋਬਾਰ ਨੂੰ ਵਿੱਤੀ ਅਤੇ ਨਾਮਵਰ ਨੁਕਸਾਨ ਦੀ ਸੰਭਾਵਨਾ ਦਾ ਸਾਹਮਣਾ ਵੀ ਕਰ ਸਕਦੇ ਹੋ। ਸਥਾਨਕ ਅਥਾਰਟੀ, ਵਪਾਰ ਮਿਆਰ ਅਤੇ ਵਾਤਾਵਰਣ ਸਿਹਤ ਵਿਭਾਗ ਅਲਰਜੀ ਜਾਣਕਾਰੀ ਦੇ ਨਿਯਮ ਲਾਗੂ ਕਰਦੇ ਹਨ। ਜੇ ਤੁਸੀਂ ਉਹਨਾਂ ਦੀ ਸਲਾਹ ਅਤੇ ਅਮਲ ਕਰਨ ਵਿੱਚ ਅਸਫਲ ਰਹਿੰਦੇ ਹੋ ਤਾਂ ਇੱਕ ਸੁਧਾਰ ਨੋਟਿਸ ਜਾਰੀ ਕੀਤਾ ਜਾ ਸਕਦਾ ਹੈ। ਜੇ ਤੁਸੀਂ ਨੋਟਿਸ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਦੇ ਤਾਂ ਲਾਗੂ ਕਰਨ ਦੀ ਕਾਰਵਾਈ ਕੀਤੀ ਜਾ ਸਕਦੀ ਹੈ। ਜਦੋਂ ਚੀਜ਼ਾਂ ਗਲਤ ਹੁੰਦੀਆਂ ਹਨ, ਹਾਲਾਤਾਂ ਦੇ ਆਧਾਰ ਤੇ ਕਾਰੋਬਾਰਾਂ, ਫੂਡ ਬਿਜ਼ਨਸ ਆਪਰੇਟਰਾਂ ਅਤੇ ਕਰਮਚਾਰੀਆਂ ਨੂੰ ਸਥਾਨਕ ਅਥਾਰਟੀ ਦੁਆਰਾ ਜਾਂਚ ਅਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ। ਤੁਹਾਡੀ ਪੁਲਿਸ ਦੁਆਰਾ ਜਾਂਚ ਵੀ ਕੀਤੀ ਜਾ ਸਕਦੀ ਹੈ। ਜੇ ਦੋਸ਼ੀ ਪਾਇਆ ਜਾਂਦਾ ਹੈ ਤਾਂ ਤੁਹਾਨੂੰ ਬੇਅੰਤ ਜੁਰਮਾਨੇ, ਮੁਆਵਜ਼ੇ ਦੇ ਦਾਅਵਿਆਂ ਅਤੇ ਕੇਸ ਦੀ ਗੰਭੀਰਤਾ ਅਤੇ ਤੱਥਾਂ, ਇੱਥੋਂ ਤੱਕ ਕਿ ਇੱਕ ਜੇਲ੍ਹ ਦੀ ਸਜ਼ਾ ਵੀ ਭੁਗਤਣੀ ਪੈ ਸਕਦੀ ਹੈ। 2018 ਵਿੱਚ ਕੈਰਫਿਲੀ ਕਾਉਂਟੀ ਬੋਰੋ ਕਾਉਂਸਲ ਨੇ ਇੱਕ ਕੇਸ ਦੀ ਪੜਤਾਲ ਕੀਤੀ ਜਿੱਥੇ ਇੱਕ ਫੈਕਟਰੀ ਵਿੱਚ ਐਲਰਜੀਨ ਪ੍ਰਕਿਰਿਆ ਗਲਤ ਹੋ ਗਈ। ਕੌਂਸਲ ਦੀ ਟ੍ਰੇਡਿੰਗ ਸਟੈਂਡਰਡ ਸਰਵਿਸ ਨੂੰ ਕੌਂਸਲ ਦੇ ਇੱਕ ਕਰਮਚਾਰੀ ਤੋਂ ਸ਼ਿਕਾਇਤ ਮਿਲੀ ਸੀ। ਸ਼ਿਕਾਇਤਕਰਤਾ, ਜਿਸ ਨੂੰ ਬਚਪਨ ਵਿੱਚ ਗਿਰੀਦਾਰ, ਨਟਸ ਅਤੇ ਆਂਡਿਆਂ ਤੋਂ ਐਲਰਜੀ ਹੋਣ ਦੀ ਪਛਾਣ ਕੀਤੀ ਗਈ ਸੀ, ਨੇ ਕੈਰਫਲੀ ਵਿੱਚ ਇੱਕ ਸੁਪਰਮਾਰਕੀਟ ਤੋਂ ਜ਼ੈਟਸਕੀ ਡਿਪ ਖਰੀਦੀ ਜੋ ਉਸਨੇ ਪਹਿਲਾਂ ਵੀ ਕਈ ਵਾਰ ਲਿੱਤੀ ਸੀ। ਉਸਨੇ ਖਾਣੇ ਦੇ ਲੇਬਲ ਤੇ ਸੂਚੀਬੱਧ ਸਮੱਗਰੀ ਦੀ ਜਾਂਚ ਕੀਤੀ ਜਿਵੇਂ ਉਸਨੇ ਹਮੇਸ਼ਾ ਕੀਤੀ ਹੁੰਦੀ ਸੀ ਅਤੇ ਇਹ ਗਿਰੀਦਾਰ ਜਾਂ ਆਂਡਿਆਂ ਦੀ ਮੌਜੂਦਗੀ ਦਾ ਐਲਾਨ ਨਹੀਂ ਕਰਦਾ ਸੀ। ਥੋੜੀ ਜਿਹੀ ਮਾਤਰਾ ਵਿੱਚ ਡਿਪ ਖਾਣ ਤੋਂ ਥੋੜੀ ਦੇਰ ਬਾਅਦ ਜਦੋਂ ਘਰ ਵਿੱਚ ਇਕੱਲੇ ਉਸਨੇ ਐਨਾਫਾਈਲੈਕਸਿਸ ਦੇ ਲੱਛਣਾਂ ਨੂੰ ਪ੍ਰਦਰਸ਼ਿਤ ਕਰਨਾ ਸ਼ੁਰੂ ਕੀਤਾ ਤਾਂ ਉਸਦੇ ਚਿਹਰੇ ਅਤੇ ਗਰਦਨ ਵਿੱਚ ਸੋਜਸ਼ ਨਾਲ ਉਸਦੇ 에ਅਰਵੇਜ਼ ਦੇ ਬੰਦ ਹੋਣ ਨਾਲ ਉਹ ਬਿਮਾਰ ਸੀ। ਉਸਨੇ ਆਪਣੇ ਆਪ ਨੂੰ ਆਪਣੇ ਐਡਰੇਲਿਨ ਆਟੋ ਇੰਜੈਕਟਰ ਨਾਲ ਟੀਕਾ ਲਗਾਇਆ ਅਤੇ ਬਹੁਤ ਡਰੇ ਹੋਏ ਆਪਣੀ ਮਾਂ ਦੀ ਮਦਦ ਲਈ। ਸ਼ੁਕਰ ਹੈ ਕਿ ਉਹ ਠੀਕ ਹੋ ਗਈ। ਇੱਕ ਟ੍ਰੇਡਿੰਗ ਸਟੈਂਡਰਡ ਅਫਸਰ ਸੁਪਰਮਾਰਕੀਟ ਵਿੱਚ ਗਿਆ ਅਤੇ ਉਸੇ ਬੈਂਚ ਤੇ ਆਖਰੀ ਬਚੀ ਤਟਸਡਿਕੀ ਡਿਪ ਖਰੀਦੀ। ਦੋਵੇਂ ਡਿੱਪਾਂ ਪਬਲਿਕ ਐਨਾਲਿਸਟ ਨੂੰ ਸੌਂਪੀਆਂ ਗਈਆਂ ਅਤੇ ਉਸਨੇ ਦੱਸਿਆ ਕਿ ਦੋਵਾਂ ਨਮੂਨਿਆਂ ਵਿੱਚ ਅੰਡਾ ਸੀ। ਮੇਰਥਰ ਟਾਈਡਫੀਲਡ ਕਰਾਊਨ ਕੋਰਟ ਵਿੱਚ ਨਿਮਰਤਾ ਦੇ ਮੈਨੇਜਿੰਗ ਡਾਇਰੈਕਟਰ ਨੇ ਮੰਨਿਆ ਕਿ ਤਟੈਜ਼ਿਕੀ ਡਿਪ ਤੋਂ ਪਹਿਲਾਂ ਇੱਕ ਡਿਪ ਜਿਸ ਵਿੱਚ ਅੰਡਾ ਹੁੰਦਾ ਸੀ, ਲਾਈਨ ਤੇ ਤਿਆਰ ਕੀਤਾ ਗਿਆ ਸੀ। ਉਸ ਉਤਪਾਦ ਦਾ ਅੰਡਾ ਕ੍ਰੋਸ ਗੰਦਗੀ ਦਾ ਸਰੋਤ ਸੀ।
ਅਕਤੂਬਰ 2019 ਵਿੱਚ ਕੰਪਨੀ ਨੂੰ 3 ਭੋਜਨ ਸੁਰੱਖਿਆ ਚਾਰਜਿਸ ਲਈ ਦੋਸ਼ੀ ਮੰਨਿਆ। ਜ਼ਿਲ੍ਹਾ ਜੱਜ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਸੀ ਅਤੇ ਜੁਰਮਾਨੇ ਦਾ ਫੈਸਲਾ ਲੈਣ ਵੇਲੇ ਉਸਨੇ ਸੰਭਾਵਿਤ ਨੁਕਸਾਨ, ਦੋਸ਼ੀ ਅਤੇ ਕੰਪਨੀ ਦੇ ਆਕਾਰ ਨੂੰ ਧਿਆਨ ਵਿੱਚ ਰੱਖਿਆ। ਕੰਪਨੀ ਨੂੰ $93,000 ਦਾ ਜੁਰਮਾਨਾ ਕੀਤਾ ਗਿਆ ਸੀ ਅਤੇ ਕੌਂਸਲ ਨੂੰ ਲਗਭਗ $15,000 ਦੇ ਖਰਚੇ ਨਾਲ ਸਨਮਾਨਿਤ ਕੀਤਾ ਗਿਆ ਸੀ। ਮੇਗਨ ਦੀ ਕਹਾਣੀ। 1 ਜਨਵਰੀ 2017 ਨੂੰ ਲੈਂਕਾਸ਼ਾਇਰ ਵਿੱਚ ਇੱਕ ਰਹਿਣ ਵਾਲੀ 15 ਸਾਲ ਮੇਗਨ ਲੀ ਦੀ ਖਾਣਾ ਖਾਣ ਦੀ ਐਲਰਜੀ ਪ੍ਰਤੀਕਿਰਿਆ ਦੇ ਨਤੀਜੇ ਵਜੋਂ ਮੌਤ ਹੋ ਗਈ। ਇਸ ਦੁਖਾਂਤ ਦੇ ਜਵਾਬ ਵਿੱਚ ਲੈਂਕਾਸ਼ਾਇਰ ਟ੍ਰੇਡਿੰਗ ਸਟੈਂਡਰਡ ਸਰਵਿਸ ਨੇ ਮੇਗਨ ਸਟੋਰੀ ਵਿਕਸਿਤ ਕੀਤੀ। ਇਸ ਵੀਡੀਓ ਵਿੱਚ ਮੇਗਨ ਦੇ ਮਾਪਿਆਂ ਐਡਮ ਅਤੇ ਗੇਮਾ ਲੀ ਦੀ ਵਿਸ਼ੇਸ਼ਤਾ ਹੈ ਅਤੇ ਇਸ ਵਿੱਚ ਵੱਡੀ ਹੋਣ ਤੇ ਮੇਗਨ ਦੀਆਂ ਫੋਟੋਆਂ ਅਤੇ ਵੀਡੀਓ ਹਨ। ਇਹ ਇੱਕ ਭੋਜਨ ਕਾਰੋਬਾਰ ਦੇ ਨਤੀਜੇ ਨੂੰ ਉਜਾਗਰ ਕਰਦਾ ਹੈ ਜੋ ਐਲਰਜੀਨਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ। ਉਹ ਆਪਣੇ ਤਜਰਬੇ ਨੂੰ ਸਾਂਝਾ ਕਰਨ ਵਿੱਚ ਉਮੀਦ ਕਰਦੇ ਹਨ ਕਿ ਇਹ ਐਲਰਜੀ ਪ੍ਰਤੀ ਜਾਗਰੂਕਤਾ ਵਧਾਏਗੀ ਅਤੇ ਉਹਨਾਂ ਦੀ ਦੁਖਦਾਈ ਸਥਿਤੀ ਨੂੰ ਸਕਾਰਾਤਮਕਤਾ ਵਿੱਚ ਬਦਲੇਗੀ। ਮੇਗਨ ਜਦੋਂ ਵੱਡੀ ਹੋ ਰਹੀ ਸੀ, ਅਸੀਂ ਹਮੇਸ਼ਾ ਉਸ ਨੂੰ ਆਪਣੀ ਰਾਜਕੁਮਾਰੀ ਦੱਸਿਆ ਹੈ। ਉਹ ਆਪਣੇ ਟੈਡੀ ਬੈਰਾ ਦੇ ਨਾਲ ਡਰੈਸ ਸਥਾਪਿਤ ਕਰਨ, ਡਰੈਸਿੰਗ ਤੇ ਰਚਨਾਤਮਕ ਖੇੜਾ ਪਸੰਦ ਕਰਦੀ ਸੀ। ਤੇ ਫਿਰ ਉਸ ਕੋਲ ਚਾਹ ਪੀਣ ਵਾਲਾ ਸਾਮਾਨ ਸੀ। ਉਹ ਸਾਨੂੰ ਚਾਹ ਦਾ ਪਿਆਲਾ ਬਣਾ ਕੇ ਸਾਡੇ ਕੋਲ ਲਿਆਉਂਦੀ ਸੀ। ਇਹ ਉਸ ਦਾ ਸੁਭਾਅ ਸੀ। ਉਹ ਦਿਆਲੂ, ਵਿਚਾਰਵਾਨ ਸੀ। ਜੇ ਉਹ ਕਿਸੇ ਨੂੰ ਵੇਖਦੀ, ਉਹ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੀ ਸੀ ਤੇ ਉਹਨਾਂ ਨਾਲ ਗੱਲਬਾਤ ਕਰਦੀ ਅਤੇ ਦੋਸਤਾਂ ਬਣਾਉਂਦੀ ਸੀ। ਉਸਨੂੰ ਸੰਗੀਤ, ਥੀਏਟਰ ਅਤੇ ਡਰਾਮਾ ਬੇਹੱਦ ਪਸੰਦ ਸੀ ਅਤੇ ਉਹ ਬਹੁਤ ਡਰਦੀ ਸੀ। ਐਨੀ ਚੁੱਪ ਸੀ ਤੇ ਫਿਰ ਤੁਸੀਂ ਉਸਨੂੰ ਸਟੇਜ ਤੇ ਭੇਜ ਦਿੰਦੇ ਤੇ ਹੈਰਾਨ ਹੁੰਦੇ, ਵਾਹ ਕੀ ਇਹ ਸਾਡੀ ਮੇਗਨ ਹੈ। ਉਸਨੇ ਆਪਣਾ ਪਹਿਲਾ ਪ੍ਰਦਰਸ਼ਨ ਇਕੱਲਾ ਕੀਤਾ ਤੇ ਇਹ ਹੈਰਾਨੀਜਨਕ ਸੀ ਅਤੇ ਇਹ ਵੇਖ ਕੇ ਹੈਰਾਨੀ ਹੋਈ ਕਿ ਹਰ ਕੋਈ ਉਸ ਤੋਂ ਪ੍ਰਭਾਵਿਤ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਸਭ ਉਸ ਦੀ ਪ੍ਰਸ਼ੰਸਾ ਕਰਨ ਲੱਗੇ ਤੇ ਤਾੜੀਆਂ ਮਾਰਨ ਲੱਗੇ। ਇਹ ਬਹੁਤ ਚੰਗਾ ਸੀ, ਨਹੀਂ ਸੀ? ਹਾਂਜੀ। ਉਹ ਆਪਣੇ ਛੋਟੇ ਭਰਾ ਨਾਲ ਸਮਾਂ ਬਿਤਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਚਾਹੁੰਦੀ ਸੀ। ਉਹ ਸੈਟੀ ਤੇ ਲੇਟੇ ਰਹਿੰਦੇ ਸਨ, ਟੈਲੀ ਵੇਖਦੇ ਸਨ। ਇੱਕ ਚੀਜ਼ ਜੋ ਹਮੇਸ਼ਾ ਰਹੇਗੀ, ਜੋ ਛੋਟੇ ਵੀਡੀਓਜ਼ ਉਹ ਬਣਾਉਂਦੇ ਸਨ। ਮੇਗਨ ਨੂੰ ਨਟਸ ਤੋਂ ਐਲਰਜੀ ਦੀ ਪ੍ਰਤੀਕਿਰਿਆ ਸੀ। ਸਾਨੂੰ ਪਤਾ ਲੱਗਾ ਜਦੋਂ ਉਹ 9 ਸਾਲ ਦੀ ਸੀ। ਉਹ ਪਫੀ ਅੱਖਾਂ, ਹਲਕੀ ਖੁਜਲੀ ਅਤੇ ਘਰਘਰਾਉ ਨਾਲ ਸ਼ੁਰੂ ਹੋਈ ਅਤੇ ਅਸੀਂ ਜੀਪੀ ਨੂੰ ਮਿਲਣ ਗਏ। ਜੀਪੀ ਨੇ ਉਸ ਸਮੇਂ ਪੈਰੀਟੋਨ ਨਿਰਧਾਰਿਤ ਕੀਤਾ ਤੇ ਫਿਰ ਸਾਨੂੰ ਉਸਦੇ ਹੋਰ ਟੈਸਟ ਕਰਵਾਉਣ ਲਈ ਭੇਜਿਆ ਗਿਆ। ਵੇਖਿਆ ਗਿਆ ਕਿ ਹੋਰ ਕਿਹੜੀਆਂ ਚੀਜ਼ਾਂ ਸਨ ਜਿਨ੍ਹਾਂ ਤੋਂ ਉਸਨੂੰ ਅਸਲ ਐਲਰਜੀ ਹੈ। ਇਸ ਦੀ ਪੁਸ਼ਟੀ ਹੋਈ ਕਿ ਉਸਨੂੰ ਨਟਸ ਤੋਂ ਐਲਰਜੀ ਸੀ। ਉਸ ਦਿਨ ਤੋਂ ਬਾਅਦ ਉਸਨੇ ਕਦੇ ਨਟਸ ਨਹੀਂ ਖਾਧਾ ਤੇ ਨਾ ਹੀ ਸੰਪਰਕ ਵਿੱਚ ਆਈ ਉਸ ਸਮੇਂ ਤੱਕ ਜਦ ਤੱਕ ਇਸ ਦੀ ਸਖਤ ਪ੍ਰਤੀਕਿਰਿਆ ਹੋਈ। ਇਹ ਕ੍ਰਿਸਮਸ ਤੋਂ ਠੀਕ ਬਾਅਦ ਸੀ। ਮੇਗਨ ਨੇ ਉਸ ਦਿਨ ਲਈ ਆਪਣੇ ਦੋਸਤਾਂ ਨਾਲ ਬਾਹਰ ਜਾਣ ਦਾ ਪ੍ਰਬੰਧ ਕੀਤਾ ਸੀ। ਗੇਮਾ ਨੇ ਮੈਨੂੰ ਉਸ ਪਬ ਤੇ ਛੱਡ ਦਿੱਤਾ ਸੀ ਜਿੱਥੇ ਮੈਂ ਆਪਣੇ ਦੋਸਤਾਂ ਨਾਲ ਕੁਝ ਪੀ ਰਿਹਾ ਸੀ। ਮੈਂ ਉੱਥੇ ਲਗਭਗ 1 ਘੰਟਾ ਰਿਹਾ ਤੇ ਅਚਾਨਕ ਮੇਰੇ ਪਿਤਾ ਜੀ ਦਰਵਾਜ਼ੇ ਤੋਂ ਆ ਗਏ ਤੇ ਕਹਿਣ ਲੱਗੇ, ਐਡਮ, ਤੁਹਾਨੂੰ ਮੇਰੇ ਨਾਲ ਆਉਣ ਦੀ ਜ਼ਰੂਰਤ ਹੈ। ਪਹਿਲੇ ਇਹ ਰਜਿਸਟਰ ਨਹੀਂ ਹੋਇਆ। ਉਹਨਾਂ ਨੇ ਫਿਰ ਤੋਂ ਆਪਣੇ ਆਪ ਨੂੰ ਕਿਹਾ। ਉਸਨੇ ਕਿਹਾ, ਤੁਹਾਨੂੰ ਹੁਣੇ ਮੇਰੇ ਨਾਲ ਆਉਣ ਦੀ ਜ਼ਰੂਰਤ ਹੈ। ਮੇਗਨ ਸਾਹ ਨਹੀਂ ਲੈ ਰਹੀ। ਅਤੇ ਉਸ ਤੋਂ ਬਾਅਦ ਘਰ ਤੱਕ ਦੀ ਯਾਤਰਾ ਧੁੰਦਲੀ ਸੀ। ਜਦ ਮੈਂ ਆਪਣੀ ਸੜਕਾਂ ਦੇ ਕਾਰਾਂ ਜਿਹਾ ਮੈਂ ਸਿਰਫ ਫਲੈਸ਼ ਲਾਈਟਾਂ, ਐਂਬੂਲੈਂਸਾਂ ਵੇਖਿਆ। ਜਿਵੇਂ ਹੀ ਮੈਂ ਦਰਵਾਜ਼ੇ ਤੋਂ ਲੱਗਿਆ, ਮੈਂ ਬਸ ਸਿੱਧਾ ਉੱਪਰ ਵੱਲ ਨੂੰ ਮੇਗਨ ਕੋਲ ਚਲਾ ਗਿਆ। ਉਹ ਮਨ ਦੇ ਨਕਸ਼ਿਆਂ ਤੇ ਸੋਧ ਕਰਦੀ ਸੀ ਕਿ ਨਹੀਂ, ਇਸ ਲਈ ਉਸਨੇ ਸਾਰੇ ਪਾਸੇ ਤੋਂ ਚੀਜ਼ਾਂ ਬਾਹਰ ਕੱਢੀਆਂ। ਕਾਰਡ ਜਿਨ੍ਹਾਂ ਵਿੱਚ ਕੁਝ ਲਿਖਿਆ ਸੀ ਉਸਨੂੰ ਯਾਦ ਕਰਨ ਲਈ।
ਸੋ ਇਹ ਸਭ ਗਰਮੀ ਤੋਂ ਪਹਿਲਾਂ ਉਸਦੀ ਵਿਖਾਵੇ ਵਾਲੀ ਪ੍ਰੀਖਿਆਵਾਂ ਤੋਂ ਪਹਿਲਾਂ ਹੋਇਆ ਸੀ ਅਤੇ ਫਿਰ ਕ੍ਰਿਸਮਸ ਦੇ ਸਮੇਂ ਉਸਦੀ GCSE ਬਣਨ ਜਾ ਰਹੀ ਸੀ ਜਦੋਂ ਉਹ ਵਾਪਸ ਜਾਂਦੀ ਹੈ ਅਤੇ ਉਸਨੇ ਸਾਰਾ ਕ੍ਰਿਸਮਸ ਬਿਤਾਇਆ ਕਿ ਨਹੀਂ ਸੰਸ਼ੋਧਨ ਅਤੇ ਅਸੀਂ ਸਕੂਲ ਜਾਵਾਂਗੇ, ਬਸ ਜਿਵੇਂ ਬਾਹਰ ਆਓ 1 ਘੰਟਾ ਆਓ ਅਤੇ ਸਾਡੇ ਨਾਲ 1 ਘੰਟੇ ਲਈ ਥੋੜਾ ਸਮਾਂ ਬਿਤਾਓ। ਅਤੇ ਇਹ ਬਹੁਤ ਭਿਆਨਕ ਮਹਿਸੂਸ ਹੋਇਆ ਕਿ ਉਸਨੇ ਸਭ ਕੁਝ ਕੀਤਾ ਹੋਏਗਾ ਤੇ ਫਿਰ ਉਸਨੂੰ ਇਮਤਿਹਾਨ ਦੇਣ ਦਾ ਮੌਕਾ ਵੀ ਨਹੀਂ ਮਿਲਿਆ। ਅਸੀਂ ਹਮੇਸ਼ਾ ਇੱਕ ਪਰਿਵਾਰ ਵਜੋਂ ਮੇਜ਼ ਤੇ ਬੈਠਦੇ ਸੀ, ਖਾਸ ਕਰ ਐਤਵਾਰਾਂ ਨੂੰ। ਅਸੀਂ ਅੱਜ ਇਹ ਕਾਰਨ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਅਸੀਂ ਮੇਗਨ ਨੂੰ ਗਵਾ ਦਿੱਤੇ ਆ ਤੇ ਸਾਡਾ ਇਹ ਹੀ ਸਭ ਤੋਂ ਮੁਸ਼ਕਿਲ ਚੀਜ਼ਾਂ ਵਿੱਚੋਂ ਇੱਕ ਸੀ। ਉਸਦੇ ਸਾਰੇ ਦੋਸਤ ਮੇਰੇ ਨਾਲ ਸੰਪਰਕ ਵਿੱਚ ਰਹਿੰਦੇ ਹਨ ਅਤੇ ਮੈਂ ਉਹਨਾਂ ਸਾਰਿਆਂ ਨੂੰ ਉਦੋਂ ਵੇਖਿਆ ਜਦੋਂ ਉਹਨਾਂ ਨੇ ਕੀਤਾ, ਜਦੋਂ ਇਹਨਾਂ ਨੂੰ GCSE ਨਤੀਜੇ ਪ੍ਰਾਪਤ ਹੋਏ ਅਤੇ ਉਹਨਾਂ ਵਿੱਚੋਂ ਹਰ ਇੱਕ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਉਹਨਾਂ ਸਭ ਲਈ ਇਸ ਵਿੱਚੋਂ ਲੰਘਣਾ ਕਿ ਉਹਨਾਂ ਨੇ ਕਿਸੇ ਨੂੰ ਗਵਾ ਦਿੱਤਾ ਹੈ ਇੰਨੀ ਛੋਟੀ ਉਮਰ ਵਿੱਚ। ਉਹਨਾਂ ਨੂੰ ਇਹ ਗੱਲ ਇਸ ਢੰਗ ਨਾਲ ਪ੍ਰਭਾਵਿਤ ਕੀਤੀ ਕਿ ਉਹ ਬਸ ਗਏ ਅਤੇ ਇਸ ਨੂੰ ਪੂਰਾ ਕੀਤਾ ਅਤੇ ਉਹਨਾਂ ਨੇ ਅਜਿਹਾ ਕੀਤਾ ਕਿਉਂਕਿ ਉਹ ਜਾਣਦੇ ਸਨ ਕਿ ਮੇਗਨ ਇਹੀ ਚਾਹੁੰਦੀ ਸੀ ਅਤੇ ਮੇਗਨ ਉਹਨਾਂ ਦੀ ਬਹੁਤ ਮਾਣ ਕਰੇਗੀ। ਅਸੀਂ ਆਪਣੀ ਕਹਾਣੀ ਨਹੀਂ ਬਦਲ ਸਕਦੇ ਜਿੱਦਾਂ ਅਸੀਂ ਚਾਹੁੰਦੇ ਹਾਂ। ਮੇਰਾ ਮਤਲਬ ਹੈ ਹਰ ਦਿਨ ਅਸੀਂ ਜਾਗਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਇੱਕ ਸੁਪਨਾ ਸੀ, ਪਰ ਅਜਿਹਾ ਨਹੀਂ। ਪਰ ਜੋ ਅਸੀਂ ਕਰ ਸਕਦੇ ਹਾਂ ਉਹ ਦੂਜਿਆਂ ਦੀ ਮਦਦ ਕਰਨਾ ਅਤੇ ਇਸ ਕਹਾਣੀ ਨੂੰ ਦੁਬਾਰਾ ਕਿਸੇ ਹੋਰ ਪਰਿਵਾਰ ਵਿੱਚ ਹੋਣ ਤੋਂ ਰੋਕਣਾ। ਜੇ ਕਾਰੋਬਾਰਾਂ ਨੂੰ ਆਪਣੇ ਉਤਪਾਦਾਂ ਵਿੱਚ ਸਾਮੱਗਰੀ ਬਾਰੇ 100% ਯਕੀਨ ਨਹੀਂ ਹੁੰਦਾ, ਫਿਰ ਮੈਂ ਕਹਾਂਗਾ ਕਿ ਤੁਹਾਨੂੰ ਗ੍ਰਾਹਕਾਂ ਨੂੰ ਸਪਲਾਈ ਨਹੀਂ ਕਰਨੀ ਚਾਹੀਦੀ। ਅਫਸੋਸ ਨਾਲੋਂ ਸੁਰੱਖਿਅਤ ਰਹਿਣਾ ਬਿਹਤਰ ਹੈ। ਜਿਨ੍ਹਾਂ ਨੂੰ ਐਲਰਜੀ ਹੁੰਦੀ ਹੈ ਉਹ ਆਮ ਤੌਰ ਤੇ ਇਸ ਤਰ੍ਹਾਂ ਰੋਲ ਕਰਦੇ ਹਨ, ਇਸ ਲਈ ਥੋੜੇ ਜਿਹੇ ਆਦਰਸ਼ ਬਣ ਜਾਂਦੇ ਹਨ। ਇਸ ਲਈ ਉਹ ਆਖਿਰਕਾਰ ਕਿਸੇ ਵੀ ਤਰ੍ਹਾਂ ਜਾਂਚ ਕਰਨਗੇ, ਪਰ ਇਹ ਇਸ ਬਾਰੇ ਹੈ ਕਿ ਉਹਨਾਂ ਨੂੰ ਕੀ ਜਾਣਕਾਰੀ ਦਿੱਤੀ ਜਾਂਦੀ ਹੈ। ਉਹ ਪ੍ਰਸ਼ਨ ਪੁੱਛ ਸਕਦੇ ਹਨ, ਪਰ ਉਹਨਾਂ ਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਜਵਾਬਾਂ ਦੀ ਪੂਰਤੀ ਕੌਣ ਕਰ ਰਿਹਾ ਹੈ। ਕਿਸੇ ਤੋਂ ਆ ਰਿਹਾ ਹੈ ਜਿਸ ਨੂੰ ਪੂਰਾ ਭਰੋਸਾ ਹੈ ਕਿ ਉਹ ਜਾਣਦੇ ਹਨ ਕਿ ਇਸ ਵਿੱਚ ਕੀ ਹੈ। ਇਹ ਇੱਕ ਮਿਆਰ ਹੋਣਾ ਚਾਹੀਦਾ ਹੈ। ਅਸੀਂ ਹੁਣ ਹਰ ਰੋਜ਼ ਜਿਉਂਦੇ ਹਾਂ ਤੇ ਇਸ ਬਾਰੇ ਸੋਚ ਰਹੇ ਹਾਂ ਕਿ ਜੇਕਰ ਅਤੇ ਅਸੀਂ ਜਾਣਦੇ ਹਾਂ ਕਿ ਮੇਗਨ ਨੂੰ ਗਵਾਉਣਾ ਨਹੀਂ ਹੋਣਾ ਚਾਹੀਦਾ ਸੀ ਅਤੇ ਅਸੀਂ ਜਾਣਦੇ ਹਾਂ ਕਿ ਜੇਕਰ ਸਾਵਧਾਨੀਆਂ ਵਰਤੀਆਂ ਜਾਂਦੀਆਂ ਤੇ ਇਹ ਨਾ ਹੁੰਦਾ ਅਤੇ ਅਸੀਂ ਜਾਣਦੇ ਹਾਂ ਕਿ ਇਸ ਤੋਂ ਬਚਿਆ ਜਾ ਸਕਦਾ ਸੀ। ਇਹ ਇਸ ਦੇ ਗਲਤ ਹੋਣ ਦੇ ਪ੍ਰਭਾਵ ਹਨ। ਅਲਰਜੀਨਸ ਦੇ ਪ੍ਰਤੀ ਸਹੀ ਰਵੱਈਆ ਨਹੀਂ ਰੱਖਣਾ। ਅਸੀਂ ਹੁਣ ਕਿਸੇ ਵਿਅਕਤੀ ਜਾਂ ਕਾਰੋਬਾਰ ਦੇ ਗਲਤ ਹੋਣ ਬਾਰੇ ਇਸ ਗੱਲ ਦਾ ਸਬੂਤ ਹਾਂ। ਅਸੀਂ ਇਸ ਤੱਥ ਦੇ ਨਾਲ ਜੀ ਰਹੇ ਹਾਂ ਕਿ ਅਸੀਂ ਮੇਗਨ ਨੂੰ ਗਵਾ ਦਿੱਤਾ ਹੈ, ਪਰ ਜੋ ਲੋਕ ਲਾਪਰਵਾਹ ਰਹੇ ਨੇ ਉਹ ਇਸ ਤੱਥ ਨਾਲ ਜੀ ਰਹੇ ਨੇ ਕਿ ਉਹੀ ਸਭ ਦਾ ਕਾਰਨ ਹਨ। ਜ਼ਿੰਮੇਵਾਰ ਕਾਰੋਬਾਰ ਬਣੋ। ਇਸ ਪੇਸ਼ਕਾਰੀ ਦੇ ਦੌਰਾਨ ਸਾਂਝੇ ਕੀਤੇ ਅਸਲ ਜੀਵਨ ਦੇ ਤਜਰਬੇ ਵਿਅਕਤੀਆਂ ਅਤੇ ਕਾਰੋਬਾਰਾਂ ਨੂੰ ਐਲਰਜੀ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਨੂੰ ਉਜਾਗਰ ਕਰਦੇ ਹਨ। ਮੇਗਨ, ਓਵੇਨ, ਨਤਾਸ਼ਾ ਅਤੇ ਹੋਰ ਪੀੜਤਾਂ ਦੀ ਦੁਖਦਾਈ ਮੌਤ, ਜਿਹੜੀ ਅਜਿਹੀਆਂ ਦੁਖਦਾਈ ਸਥਿਤੀਆਂ ਵਿੱਚ ਮੌਤ ਹੋ ਗਈ ਹੈ, ਪੂਰੀ ਤਰ੍ਹਾਂ ਟਾਲਣਯੋਗ ਸੀ।
ਕੋਰੇਨਰ ਦੇ ਸ਼ਬਦਾਂ ਵਿੱਚ ਮੇਗਨ ਦੀ ਮੌਤ ਦੀ ਪੁੱਛਗਿੱਛ ਵਿੱਚ ਨਾ ਸਿਰਫ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਅਵੇਸਲੇ ਨੁਕਸਾਨ ਦੇ ਨਾਲ ਜਿਉਣਾ ਹੈ, ਬਲਕਿ ਜਿਨ੍ਹਾਂ ਲੋਕਾਂ ਨੇ ਇਸ ਦਾ ਕਾਰਨ ਬਣਾਇਆ ਉਹਨਾਂ ਨੂੰ ਉਹਨਾਂ ਦੇ ਕੀਤੇ ਪਾਪ ਅਤੇ ਉਹਨਾਂ ਦੇ ਦੁੱਖਾਂ ਦੇ ਗੁਨਾਹ ਨਾਲ ਜਿਉਣਾ ਚਾਹੀਦਾ ਹੈ। ਅਦਾਲਤਾਂ ਨੇ ਦਿਖਾਇਆ ਹੈ ਕਿ ਉਹ ਅਜਿਹੇ ਮਾਮਲਿਆਂ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਮਹੱਤਵਪੂਰਨ ਅਪਰਾਧਕ ਜੁਰਮਾਨੇ ਹੋ ਸਕਦੇ ਹਨ ਅਤੇ ਕਰ ਸਕਦੇ ਹਨ, ਜਿੱਥੇ ਕਾਰੋਬਾਰ ਭੋਜਨ ਕਾਨੂੰਨ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦੇ ਹਨ। ਇਹ ਲਾਜ਼ਮੀ ਹੈ ਕਿ ਉਹ ਲੋਕ ਜੋ ਤੁਹਾਡੇ ਕਾਰੋਬਾਰ ਵਿੱਚ ਭੋਜਨ ਤਿਆਰ ਕਰਦੇ ਹਨ ਅਤੇ ਭੋਜਨ ਦੀ ਜਾਣਕਾਰੀ ਦਿੰਦੇ ਹਨ, ਕਾਨੂੰਨ ਨੂੰ ਸਮਝਦੇ ਹਨ ਅਤੇ ਇਸ ਦੇ ਗਲਤ ਹੋਣ ਦੇ ਸੰਭਾਵੀ ਵਿਨਾਸ਼ਕਾਰੀ ਨਤੀਜਿਆਂ ਨੂੰ ਸਮਝਦੇ ਹਨ। ਕਿਰਪਾ ਕਰਕੇ ਇੱਕ ਜ਼ਿੰਮੇਵਾਰ ਕਾਰੋਬਾਰ ਬਣੋ। ਇੱਕ ਸਕਾਰਾਤਮਕ ਭੋਜਨ ਸੁਰੱਖਿਆ ਸੱਭਿਆਚਾਰ ਬਣਾਓ ਜੋ ਸੁਰੱਖਿਅਤ ਭੋਜਨ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਸੁਨਿਸ਼ਚਿਤ ਕਰੋ ਕਿ ਐਲਰਜੀਨ ਪ੍ਰਬੰਧਨ ਪ੍ਰਕਿਰਿਆਵਾਂ ਮੌਜੂਦ ਹਨ। ਜਦੋਂ ਗਾਹਕ ਆਰਡਰ ਦਿੰਦੇ ਹਨ ਤਾਂ ਉਹਨਾਂ ਨੂੰ ਇਹ ਪੁੱਛਣਾ ਤੁਹਾਡੇ ਕਾਰੋਬਾਰੀ ਅਭਿਆਸ ਨੂੰ ਬਣਾਉਂਦੇ ਹਨ ਕਿ ਕੀ ਉਹਨਾਂ ਨੂੰ ਐਲਰਜੀ ਜਾਂ ਅਸਹਿਣਸ਼ੀਲਤਾ ਹੈ। ਜਾਂਚ ਕਰੋ ਅਤੇ ਜਾਣੋ ਕਿ ਤੁਹਾਡੇ ਪਕਵਾਨਾਂ ਵਿੱਚ ਕੀ ਐਲਰਜੀ ਹਨ। ਕੀ ਤੁਸੀਂ ਭਰੋਸੇ ਨਾਲ ਆਪਣੇ ਗਾਹਕਾਂ ਨੂੰ ਸੂਚਿਤ ਕਰ ਸਕਦੇ ਹੋ? ਕ੍ਰਾਸ ਗੰਦਗੀ ਦੇ ਜੋਖਮਾਂ ਤੇ ਗੌਰ ਕਰੋ। ਐਲਰਜੀ ਜਾਂ ਅਸਹਿਣਸ਼ੀਲਤਾ ਵਾਲੇ ਕਿਸੇ ਵਿਅਕਤੀ ਦਾ ਕੇਟਰ ਨਾ ਕਰੋ ਜੇ ਤੁਸੀਂ ਸੁਰੱਖਿਅਤ ਢੰਗ ਨਾਲ ਅਜਿਹਾ ਕਰਨ ਦੇ ਯੋਗ ਨਹੀਂ ਹੋ। ਸਾਰੇ ਸਟਾਫ ਨੂੰ ਸਿਖਲਾਈ ਦਿਓ। ਇਹ ਸੁਨਿਸ਼ਚਿਤ ਕਰੋ ਕਿ ਘਰ ਦਾ ਸੰਚਾਰ ਪਿਛਲੇ ਪਾਸੇ ਹੈ ਅਤੇ ਸਾਫ਼ ਹੈ। ਗ੍ਰਾਹਕਾਂ ਨੂੰ ਸਪਸ਼ਟ ਅਤੇ ਸਹੀ ਜਾਣਕਾਰੀ ਪ੍ਰਦਾਨ ਕਰੋ ਤਾਂ ਜੋ ਉਹ ਜਾਣੂ ਫੈਸਲਾ ਲੈ ਸਕਣ। ਕਦੇ ਵੀ ਅਨੁਮਾਨ ਨਾ ਲਗਾਓ। ਸੁਰੱਖਿਅਤ ਰਹੋ, ਮੁਆਫੀ ਨਹੀਂ, ਐਲਰਜੀ ਬਾਰੇ ਜਾਗਰੂਕ ਰਹੋ। ਹੋਰ ਸਲਾਹ ਅਤੇ ਸਹਾਇਤਾ। ਹੋਰ ਕਾਰੋਬਾਰ ਸੰਬੰਧੀ ਸਲਾਹ ਅਤੇ ਸਰੋਤ www.food.gov.uk ਤੇ ਆਨਲਾਈਨ ਉਪਲਬਧ ਹਨ। ਇਸ ਸਿਖਲਾਈ ਦੇ ਬਾਅਦ ਕਿਰਪਾ ਕਰਕੇ ਉਸ ਖੇਤਰ ਵਿੱਚ ਸਥਾਨਕ ਅਥਾਰਟੀ ਫੂਡ ਲਾ ਇਨਫੋਰਸਮੈਂਟ ਸਰਵਿਸ ਨਾਲ ਸੰਪਰਕ ਕਰਨ ਵਿੱਚ ਸੰਕੋਚ ਨਾ ਕਰੋ ਜੇ ਤੁਹਾਡਾ ਕਾਰੋਬਾਰ ਰਜਿਸਟਰਡ ਹੈ। ਤੁਹਾਨੂੰ ਇੱਕ ਪ੍ਰਭਾਵੀ ਐਲਰਜੀ ਨਿਯੰਤਰਣ ਪ੍ਰਣਾਲੀ ਦੇ ਵਿਕਾਸ ਵਿੱਚ ਸਹਾਇਤਾ ਕਰਨ ਲਈ ਅੱਗੇ ਅਨੁਸਾਰ ਕਾਰੋਬਾਰ ਦੀ ਸਲਾਹ ਦੀ ਜ਼ਰੂਰਤ ਹੈ। ਕੋਈ ਪ੍ਰਸ਼ਨ ਹਨ ਜਾਂ ਐਲਰਜੀਨ ਪ੍ਰਬੰਧਨ ਜਾਂ ਹੋਰ ਨਿਰਦੇਸ਼ਾਂ ਦੀ ਜ਼ਰੂਰਤ ਹੈ ਜਾਂ ਤੁਸੀਂ ਕਿਸੇ ਸਮੱਸਿਆ ਦੀ ਰਿਪੋਰਟ ਕਰਨਾ ਚਾਹੁੰਦੇ ਹੋ। ਪ੍ਰਵਾਨਗੀ। ਗ੍ਰੇਟਰ ਗਵੈਂਟ ਫੂਡ ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹੈ। ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਸਿਖਲਾਈ ਲਾਭਦਾਇਕ ਮਿਲੀ ਹੈ। ਅਸੀਂ ਕਲੋਏ ਫਿਜ਼ਪੈਟਰਿਕ ਅਤੇ ਪਰਿਵਾਰ ਅਤੇ ਗੇਮਾ ਅਤੇ ਐਡਮ ਲੀ ਨੂੰ ਉਹਨਾਂ ਦੇ ਤਜਰਬੇ ਸਾਡੇ ਨਾਲ ਸਾਂਝਾ ਕਰਨ ਲਈ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ। ਇਸ ਪੇਸ਼ਕਾਰੀ ਵਿੱਚ ਵਰਤੇ ਜਾਣ ਵਾਲੇ ਸਰੋਤਾਂ ਦੇ ਉਤਪਾਦਨ ਲਈ ਲੈਂਕੇਸ਼ਾਇਰ ਕਾਉਂਟੀ ਕੌਂਸਲ ਟ੍ਰੇਡਿੰਗ ਸਟੈਂਡਰਡਜ਼ ਐਂਡ ਬਰਨ ਬੋਰੋ ਕੌਂਸਲ ਵਾਤਾਵਰਣ ਸਿਹਤ ਨੂੰ ਵੀ ਧੰਨਵਾਦ ਕਰਦੇ ਹਾਂ। ਰੈਬਲ ਪੋਸਟ ਪ੍ਰੋਡਕਸ਼ਨ ਦਾ ਤਹਿ ਦਿਲੋਂ ਧੰਨਵਾਦ। ਅਨੁਵਾਦਕਾਂ ਅਤੇ ਆਵਾਜ਼ ਦੇ ਕਲਾਕਾਰਾਂ ਨੂੰ ਇਸ ਸਰੋਤ ਨੂੰ ਤਿਆਰ ਕਰਨ ਵਿੱਚ ਉਹਨਾਂ ਦੀ ਪੇਸ਼ੇਵਰਤਾ ਲਈ। ਅਸੀਂ ਫੂਡ ਸਟੈਂਡਰਡਜ਼ ਏਜੰਸੀ ਅਤੇ ਟ੍ਰੇਡਿੰਗ ਸਟੈਂਡਰਡਜ਼ ਵੇਲਜ਼ ਦੀ ਉਹਨਾਂ ਦੀ ਹਰ ਸਹਾਇਤਾ ਅਤੇ ਸਹਾਇਤਾ ਲਈ ਆਪਣੀ ਕਦਰਦਾਨੀ ਵੀ ਜ਼ਾਹਰ ਕਰਨਾ ਚਾਹੁੰਦੇ ਹਾਂ।